जी वाहिगुरू जी का खालसा वाहिगुरू जी की वाहिगुरू जी की फतेह। ये साडी 52nd रिकॉर्डेड एपिसोड है। पहला मूल मंत्र ते श्लोक का पाठ होएगा और मूल मंत्र ते श्लोक का पाठ मैं रिक्वेस्ट करांगा कि आज गुरदीप जी कर देन ते आनंद साहब दी 40th पौड़ी जिहड़ी है वो अज नवतेज कर दे। उस तो बाद अज दा हुक्मनामा ਉਹਦੇ ਬਾਰੇ ਚਰਚਾ ਹੋਏਗੀ। ਹੁਕਮਨਾਮਾ ਵਾਰ ਹੈ ਗੁਰੂ ਰਾਮਦਾਸ ਜੀ ਦੀ। ਉਹਨਾਂ ਦੇ ਜੀਵਨ ਦੇ ਜਿਹੜੇ ਪੰਨੇ ਅਸੀਂ ਨਹੀਂ ਪੜ੍ਹੇ ਅਸੀਂ ਉਹਦੇ ਤੇ ਉਹ ਦੇਖਾਂਗੇ। ਆਨੰਦ ਸਾਹਿਬ ਦੀ 18th ਪੌੜੀ ਤੇ ਆਸਾ ਦੀ ਵਾਰ ਦੀ 8ਵੀਂ ਪੌੜੀ ਤੇ ਵਿਚਾਰ ਕਰਾਂਗੇ। ਲਾਸਟ ਵੀਕ ਦੇ ਹੁਕਮਨਾਮੇ ਨਵਤੇਜ ਦਾ ਫੋਨ ਆਇਆ ਸੀ, ਮੇਰੇ ਖਿਆਲ ਆ 5 ਦੇ 5 ਸ਼ਾਇਦ। Am I right, Navtej? All Monday to Friday. ਚਾਰ ਕਰ ਰਹੇ ਆਪਾਂ। Okay, 4 ਦਿਨ ਦੇ ਹੁਕਮਨਾਮੇ ਦੀ ਵਿਚਾਰ ਹੋਏਗਾ। ਹਾਂਜੀ। ਤੇ अर्ली मॉर्निंग ਸ਼ਬਦ ਦੇਖੇ ਜਾਣਗੇ। ਅੱਜ ਦੇ ਹੁਕਮਨਾਮੇ ਔਰ ਇਹਦੇ ਜਦੋਂ ਅਸੀਂ अर्ली मॉर्निंग ਸ਼ਬਦ ਖਤਮ ਕਰਾਂਗੇ ਉਦੋਂ ਅਸੀਂ ਰਿਕੁਐਸਟ ਕਰਾਂਗੇ ਮਹਿੰਦਰ ਜੀ ਨੂੰ ਸਿਰਫ 5 ਮਿੰਟ ਵਾਸਤੇ ਕਿ ਮਹਿੰਦਰ ਤੇ ਜਸਵੀਰ ਉਹ ਆਪਣਾ ਨਨਕਾਣੇ ਸਾਹਿਬ ਦੀ ਯਾਤਰਾ ਦੇ ਬਾਰੇ ਸੰਗਤ ਨੂੰ ਦੱਸਣ। ਕਿਹੜੇ ਗੁਰਦੁਆਰੇ ਸਾਹਿਬ ਉਹ ਦੇਖ ਕੇ ਆਏ ਨੇ। ਅੱਜ ਦਾ ਜਿਹੜਾ ਹੁਕਮਨਾਮਾ ਹੈ ਉਹ ਵਡਹੰਸ ਦੀ ਰਾਗ ਵਡਹੰਸ ਦੀ ਵਾਰ ਹੈ ਗੁਰੂ ਰਾਮਦਾਸ ਜੀ ਦੀ। 2 ਸ਼ਲੋਕ ਨੇ ਉਹ ਗੁਰੂ ਅਮਰਦਾਸ ਜੀ ਦੇ ਨੇ। ਸੋ ਕਈ ਵਾਰੀ ਹੁੰਦਾ ਕਿ ਜਦੋਂ ਹੁਕਮਨਾਮਾ ਆ ਜਾਏ ਤੇ ਵਾਰ ਹੋਵੇ ਤੇ ਸ਼ਲੋਕ ਹੋਣ ਤੇ ਮੁਸ਼ਕਿਲ ਹੋ ਜਾਂਦਾ ਲੱਭਣਾ ਵੀ ਕਿਹੜੇ ਗੁਰੂ ਸਾਹਿਬ ਦੀ ਵਾਰ ਆ। ਤੇ ਕਿਸੇ ਨਾ ਕਿਸੇ ਢੰਗ ਨਾਲ ਤੁਹਾਨੂੰ ਜਾਂ ਤੇ ਗੁਟਕਾ ਤੇ ਜਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੇਖਣਾ ਹੀ ਪੈਂਦਾ। ਇਵੇਂ ਜੇ ਤੁਸੀਂ ਹਰਿਮੰਦਰ ਸਾਹਿਬ ਦੇਖਦੇ ਹੋ ਜਦੋਂ ਇਹ ਵਾਰ ਹੁਕਮਨਾਮਾ ਪੜ੍ਹਦੇ ਨੇ ਉੱਥੇ ਵੀ ਹੁਕਮਨਾਮਾ ਪੜ੍ਹਨ ਤੋਂ ਬਾਅਦ ਇਹ ਕਹਿੰਦੇ ਨੇ ਕਿ ਇਹ ਵਡਹੰਸ ਦੀ ਵਾਰ ਹੈ ਸ਼ਲੋਕਾਂ ਨਾਲ ਤੇ ਐਨਮੀ ਪੌੜੀ ਹੈ। ਉੱਥੇ ਵੀ ਉਹ ਰੈਫਰੈਂਸ ਡਿਊ ਟੂ ਸਮ ਰੀਜ਼ਨ ਨਹੀਂ ਦੱਸਦੇ ਕਿ ਵਾਰ ਕਿਹੜੇ ਗੁਰੂ ਸਾਹਿਬ ਦੀ ਹੈ। ਕਿਉਂਕਿ ਵਾਰ ਹੈ ਤੇ ਅਸੀਂ ਇਹ ਗੁਰਮਤਿ ਕਲਾਸ ਹੈ ਤਾਂ ਜ਼ਰੂਰੀ ਹੈ ਕਿ ਸਾਨੂੰ ਵਾਰ ਦੇ ਬਾਰੇ ਪਤਾ ਹੋਵੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਟਰਕਚਰ ਹੈ ਕੰਪੋਜੀਸ਼ਨਾਂ ਦਾ ਉਹ ਡਿਫਰੈਂਟ ਹੈ। ਉਹਦੇ ਵਿੱਚ ਸ਼ਬਦ ਵੀ ਨੇ, ਕਈ ਪਦਿਆਂ ਦੇ ਸ਼ਬਦ ਨੇ, ਇੱਕ ਪਦੇ ਤੋਂ ਲੈ ਕੇ 1 2 3 4 5 6 8 16 ਔਰ ਉਹਦੇ ਵਿੱਚ ਸ਼ੰਤ ਵੀ ਨੇ, ਲੌਂਗ ਕੰਪੋਜੀਸ਼ਨਾਂ ਵੀ ਨੇ ਔਰ ਵਾਰਾਂ ਵੀ ਨੇ, ਸ਼ਲੋਕ ਵੀ ਨੇ, ਸਵਈਏ ਵੀ ਨੇ। ਵਾਰ ਨੂੰ ਅੰਗਰੇਜ਼ੀ ਦੇ ਵਿੱਚ ਕਿਉਂਕਿ ਇੰਗਲਿਸ਼ ਵਿੱਚ ਵੀ ਹੈਗੀ ਹੈ ਵਾਰਾਂ, ਉਹਨਾਂ ਨੂੰ ਬੈਲਡ ਕਹਿੰਦੇ ਨੇ, BALLAD। ਇਟਸ ਅ ਲੌਂਗ ਕੰਪੋਜੀਸ਼ਨ। ਨੋਰਮਲੀ ਜਿਹੜੇ ਪੋਇਟਸ ਸਨ ਉਸ ਜ਼ਮਾਨੇ ਦੇ ਉਹ ਜਦੋਂ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਸੀ, ਕੋਈ ਰਾਜਾ ਕੋਈ ਬੈਟਲ ਜਿੱਤ ਕੇ ਆਉਂਦਾ ਸੀ ਤਾਂ ਫਿਰ ਜਿਹੜੇ ਕੋਰਟ ਪੋਇਟ ਸਨ ਉਹਨਾਂ ਦੀ ਤਾਰੀਫ ਦੇ ਵਿੱਚ ਇਹ ਵਾਰਾਂ ਇਹ ਕੰਪੋਜੀਸ਼ਨਾਂ ਬਣਾਉਂਦੇ ਸਨ ਜਿਹਨਾਂ ਨੂੰ ਬੈਲਡ ਜਾਂ ਵਾਰ ਕਿਹਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ ਤੇ ਪਰਮਜੀਤ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ 20+1+1। ਫਟਾਫਟ ਦੱਸ ਦਿਓ ਕਲਾਸ ਨੂੰ ਮੈਂ ਇੰਜ ਕਿਉਂ ਕਹਿੰਦਾ। ਤਿੰਨ ਗੁਰੂ ਨਾਨਕ ਦੇਵ ਜੀ ਦੇ ਆ। ਨਹੀਂ ਇਹ ਨਹੀਂ ਮੈਂ ਪੁੱਛਿਆ। 20+1+1 ਦਾ ਕੀ ਮਤਲਬ ਹੈ? 20 ਗੁਰਾਂ ਦੇ ਆ ਤੇ ਫਿਰ ਇੱਕ ਵਾਰ ਗੁਰੂ ਅਰਜਨ ਦੇਵ ਜੀ ਦੀ ਆ ਤੇ ਬੰਸ ਬਸੰਤ ਕੀ ਵਾਰ ਵਿੱਚ ਤੇ ਇੱਕ ਸੱਤੇ ਬਲਵੰਤ ਦੀ ਆ ਰਾਮਕਲੀ ਕੀ ਵਾਰ ਵਿੱਚ। ਓਕੇ, ਤੇ ਇਹਦਾ ਪੂਰਾ ਜਵਾਬ ਇਹੀ ਹੈ ਕਿ 20 ਤੇ ਇੱਕ ਜਿਹੜੀ ਅਗਲੀ ਹੈ ਉਹ ਵੀ ਗੁਰੂ ਸਾਹਿਬ ਦੀ ਹੈ। ਡਿਫਰੈਂਸ ਇਹ ਹੈ ਕਿ ਇੱਕ ਗੁਰੂ ਸਾਹਿਬ ਦੀ ਵੱਖਰੀ ਕਿਉਂ ਕੀਤੀ ਗਈ ਹੈ ਕਿ ਪਹਿਲੀ 20 ਵਾਰਾਂ ਜਿਹੜੀਆਂ ਨੇ ਉਹਨਾਂ ਦਾ ਸਟਰਕਚਰ ਇੱਕੋ ਜਿਹਾ। ਉਹ ਸਟਰਕਚਰ ਹੈਗਾ ਪੌੜੀਆਂ ਤੇ ਸ਼ਲੋਕ। ਜਦ ਕਿ ਇੱਕ ਵਾਰ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਰਾਗ ਬਸੰਤ ਦੀ ਹੈ ਉਹਦਾ ਸਟਰਕਚਰ ਡਿਫਰੈਂਟ ਹੈ। ਉਹਦੇ ਵਿੱਚ ਸਿਰਫ 3 ਸਟੈਂਜ਼ੇ ਨੇ। ਕਹਿੰਦੇ ਅਸੀਂ ਉਹਨੂੰ ਪੌੜੀਆਂ ਹੀ ਆ ਪਰ ਤੇ ਪੌੜੀ ਅੱਖਰ ਨਹੀਂ ਲਿਖਿਆ ਹੋਇਆ। ਔਰ ਇੱਕ ਜਿਸ ਤਰ੍ਹਾਂ ਪਰਮਜੀਤ ਨੇ ਕਿਹਾ ਇੱਕ
7 ਤੇ ਬਲਵੰਡ ਦੀ ਵਾਰ ਹੈ। ਹੁਣ ਜਿਹੜਾ ਤੂੰ ਕਹਿ ਰਹੀ ਸੈਂ ਜਵਾਬ ਅਗਲਾ, ਉਹ ਮੈਂ ਕਿਸੇ ਹੋਰ ਨੂੰ ਪੁੱਛ ਲੈਣਾ, ਗੁਰਦੀਪ ਨੂੰ ਪੁੱਛ ਲੈਣਾ। ਗੁਰਦੀਪ ਜੀ, ਕਿਹੜੇ ਕਿਹੜੇ ਗੁਰੂ ਸਾਹਿਬ ਦੀਆਂ ਕਿੰਨੀਆਂ ਕਿੰਨੀਆਂ ਵਾਰਾਂ ਨੇ? ਡਾਕਟਰ ਸਾਹਿਬ, pass on that one, sorry. Okay, ਨਵਤੇਜ ਨਹੀਂ, ਮਹਿੰਦਰ, ਦਵਿੰਦਰ, ਕੈਲਾਸ਼, ਵਜ਼ੀਰ। चल परमजीत आ गए तेरे को वापस, सॉरी वजीर जी कह रहे हैं। 8 हाँ जी 3 4 6 8 बिल्कुल ठीक है, नाम ही दसो। 8 ਵਾਰਾਂ ਨੇ ਚੌਥੇ ਗੁਰੂ ਦੀਆਂ, 6 ਪੰਜਵੇਂ ਦੀਆਂ, 3 ਗੁਰੂ ਨਾਨਕ ਦੀਆਂ ਤੇ 4 ਗੁਰੂ ਅਮਰਦਾਸ ਦੀਆਂ। ਚਲੋ ਤੁਸੀਂ ਇਹ ਤੇ ਠੀਕ ਦੱਸ ਦਿੱਤਾ ਉਹਨਾਂ ਨੇ, 3 4 ਤੇ 6 ਤੇ 8, ਲੇਕਿਨ ਉਹ ਉਸ ਸੀਕੁਐਂਸ ਵਿੱਚ ਗੁਰੂ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਦੀਆਂ 3 ਨੇ ਤੇ ਉਹਦੇ ਬਾਅਦ ਗੁਰੂ ਅਮਰਦਾਸ ਜੀ ਦੀਆਂ 4 ਨੇ, ਗੁਰੂ ਅਰਜਨ ਦੇਵ ਜੀ ਦੀਆਂ। ਸੋ ਅਮਰਦਾਸ ਜੀ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਆਣੇ ਚਾਹੀਦੇ ਸਨ, ਉਹਨਾਂ ਨੂੰ ਅਸੀਂ ਲਾਸਟ ਰੱਖਿਆ ਕਿਉਂਕਿ ਉਹਨਾਂ ਦੀ ਮੈਕਸਿਮਮ ਨੇ 8, ਤੇ ਉਸ ਤੋਂ ਪਹਿਲਾਂ ਗੁਰੂ ਅਰਜਨ 6। 3 4 6 ਤੇ 8 ਯਾਦ ਇੰਜ ਹੋ ਜਾਏਗਾ। ਗੁਰੂ ਨਾਨਕ ਸਾਹਿਬ ਦੀਆਂ 3 ਤੇ 8 ਨੇ ਗੁਰੂ ਰਾਮਦਾਸ ਦੀਆਂ। ਬਾਕੀ ਤੁਸੀਂ ਹੁਣ ਜਿਹੜਾ ਵਿਚਕਾਰ ਹੈ ਗੁਰੂ ਅਮਰਦਾਸ ਤੇ ਗੁਰੂ ਅਰਜਨ ਨੂੰ ਲਗਾ ਲਓ, ਉਹ ਨੇ 4 ਤੇ 6। ਵੈਰੀ ਗੁੱਡ, ਬਹੁਤ ਅੱਛਾ ਦੱਸਿਆ ਤੁਸੀਂ ਵਜ਼ੀਰ ਜੀ, ਜਿਸ ਹਿਸਾਬ से ਅਸੀਂ ਯਾਦ ਕਰਦੇ ਹਾਂ। ਐਂਡ ਥੈਂਕਸ ਪਰਮਜੀਤ ਫॉर ਲੀਡਿੰਗ ਅਸ। ਬਬਲੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਚੈਪਟਰ ਕਿੰਨੇ ਨੇ? 31 ਕੀ ਸਾਰੇ ਰਾਗ ਚੈਪਟਰ ਦੇ ਉੱਤੇ ਸਾਡਾ ਸਾਰੇ ਰਾਗ ਚੈਪਟਰਾਂ ਦੇ ਵਿੱਚ ਵਾਰ ਹੈਗੀ? ਸਾਰਿਆਂ ਦੇ ਵਿੱਚ ਨਹੀਂ ਹੈ, ਨਹੀਂ ਸਾਰੇ ਰਾਗਾਂ ਵਿੱਚ ਵਾਰ ਨਹੀਂ ਹੈਗੀ? ਨਹੀਂ। ਕੀ ਕਿਸੇ ਰਾਗ ਦੇ ਵਿੱਚ ਇੱਕ ਤੋਂ ਜ਼ਿਆਦਾ ਵਾਰ ਵੀ ਹੈ? ਨਹੀਂ ਨਹੀਂ। ਇੱਕ ਗੁਰਦੀਪ ਨੂੰ ਪਤਾ ਹੈ, ਵਜ਼ੀਰ ਜੀ ਨੂੰ ਪਤਾ, ਹੋਰ ਕਿਹਨੂੰ ਜਵਾਬ ਆਉਂਦਾ? ਓਕੇ ਗੁਰਦੀਪ ਜੀ ਤੁਸੀਂ ਦੱਸੋ, ਵਜ਼ੀਰ ਜੀ ਦੱਸ ਚੁੱਕੇ ਨੇ। ਹਾਂਜੀ ਹਾਂਜੀ, ਕਿੰਨੇ ਰਾਗਾਂ ਦੇ ਵਿੱਚ ਵਾਰ ਹੈ? 17 ਰਾਗ ਦੇ ਵਿੱਚ ਵਾਰ ਆਉਂਦੀਆਂ ਨੇ। 17 ਰਾਗਾਂ ਵਿੱਚ ਵਾਰ ਹੈ। 31 ਰਾਗ ਚੈਪਟਰ ਨੇ, ਇਹਦਾ ਮਤਲਬ ਹੈ 14 ਰਾਗ ਚੈਪਟਰਾਂ ਵਿੱਚ ਵਾਰ ਨਹੀਂ ਹੈਗੀ। ਦੂਸਰਾ ਸਵਾਲ ਇਹ ਸੀ ਕਿ ਕੀ ਕਿਸੇ ਰਾਗ ਦੇ ਵਿੱਚ ਇੱਕ ਤੋਂ ਜ਼ਿਆਦਾ ਵਾਰ ਹੈ? ਹਾਂਜੀ, 4 ਰਾਗਾਂ ਵਿੱਚ 2-2 ਵਾਰਾਂ ਹੈਗੀਆਂ। ਕਿਉਂਕਿ ਉਹ ਤੁਹਾਡਾ ਸਿੱਧਾ ਹੀ ਜੇ ਤੁਹਾਨੂੰ ਅਰਥਮੈਟਿਕ ਆਂਦਾ ਹੋਵੇ। ਅਸੀਂ ਕਿਹਾ 17 ਰਾਗਾਂ ਵਿੱਚ ਵਾਰਾਂ ਨੇ, ਔਰ ਅਸੀਂ ਇਹ ਵੀ ਕਿਹਾ ਕਿ 22 ਵਾਰਾਂ ਨੇ, ਤਾਂ ਨੈਚੁਰਲੀ ਕੁਝ ਰਾਗਾਂ ਵਿੱਚ ਇੱਕ ਤੋਂ ਜ਼ਿਆਦਾ ਵਾਰ ਹੋਏਗੀ। ਅਗਲਾ ਕੁਐਸਚਨ ਸ਼ਾਇਦ ਜ਼ਿਆਦਾ। ਹਾਂਜੀ ਬੱਬੂ ਮੰਤਰ ਨੇ ਕੀਤਾ ਅੱਜ। ਹਾਂਜੀ ਬੱਬੂ ਮੰਤਰ ਨੇ ਕੀਤਾ ਇਸ ਵੇਲੇ ਅੱਜ। ਕਹਿੰਦੇ ਮੂਲ ਮੰਤਰ ਨਹੀਂ ਕੀਤਾ ਸ਼ੁਰੂ, ਮੂਲ ਮੰਤਰ ਨਹੀਂ ਕੀਤਾ ਆਪਾਂ ਪਾਠ। ਮੈਨੂੰ ਨਹੀਂ ਸਮਝ ਆਇਆ ਤੁਸੀਂ ਕੀ ਨਹੀਂ ਕਿਹਾ। ਕਹਿੰਦੇ ਇੱਕ ਮੂਲ ਮੰਤਰ ਨਹੀਂ ਕੀਤਾ ਸ਼ੁਰੂ ਕਰਨ ਲੱਗਿਆ ਰਿਕਾਰਡਿੰਗ ਤੋਂ ਬਾਅਦ। ਅਸੀਂ ਆਪਣਾ ਜਦੋਂ ਸ਼ੁਰੂ ਕਰਾਂਗੇ ਅੱਜ ਦਾ ਹੁਕਮਨਾਮਾ, ਉਸ ਤੋਂ ਪਹਿਲਾਂ ਮੂਲ ਮੰਤਰ ਤੇ ਉਹ ਪੜ੍ਹ ਲਾਂਗੇ। ਇਹ ਤੁਸੀਂ ਕਿਹਾ ਕਿ 17 ਰਾਗਾਂ ਦੇ ਵਿੱਚ ਵਾਰਾਂ ਨੇ, ਤੁਸੀਂ ਇਹ ਵੀ ਕਿਹਾ ਕਈ ਰਾਗਾਂ ਦੇ ਵਿੱਚ 2-2 ਵਾਰਾਂ ਨੇ। ਹੁਣ ਜੇ ਤੁਸੀਂ ਵਾਕਈ ਕਲਾਸ ਵਿੱਚ ਡਿਸਕਸ ਕਰ ਰਹੇ ਹੋ ਤੇ ਅਗਰ ਕਿਸੇ ਰਾਗ ਵਿੱਚ 2 ਵਾਰ ਹੈ ਤੇ ਕੀ ਤੁਸੀਂ ਦੱਸ ਸਕਦੇ ਹੋ ਕਿ ਇੱਕ ਵਾਰ ਡੈਫੀਨਿਟ ਕਿਹੜੇ ਗੁਰੂ ਦੀ ਹੋਏਗੀ? ਰਾਮਦਾਸ ਜੀ, ਗੁਰੂ ਅਰਜਨ ਜੀ। ਵਾਰੀ ਸੇ ਵਾਰੀ ਦੱਸੋ ਤਾਂ ਫਿਰ ਠੀਕ ਹੈ। ਮਹਿੰਦਰ ਨੇ ਹੱਥ ਖੜਾ ਕੀਤਾ ਪਰ ਗੁਰਦੀਪ ਨੇ ਜਵਾਬ ਦੇ ਦਿੱਤਾ। ਸੈਕੰਡ ਵਾਰ ਜਿੱਥੇ ਵੀ ਹੈ ਉਹ ਗੁਰੂ ਅਰਜਨ ਦੇਵ ਜੀ ਦੀ ਹੀ ਹੈ। ਅੱਛਾ, ਹੁਣ ਕਿਉਂਕਿ ਅੱਜ ਦੀ ਵਾਰ ਸ਼ੁਰੂ ਕਰਨ ਲੱਗੇ ਹਾਂ ਤੇ ਉਸ ਤੋਂ ਪਹਿਲਾਂ ਮੂਲ ਮੰਤਰ ਪੜਨਗੇ। ਮੂਲ ਮੰਤਰ ਤੇ ਸ਼ਲੋਕ ਗੁਰਦੀਪ। ਹਾਂਜੀ ਹਾਂਜੀ, ਬੋਲਣਾ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਰਾਂ ਤੋਂ ਪਹਿਲਾਂ ਵਾਰਾਂ ਜਿਹੜੀਆਂ ਨੇ ਉਹਦਾ ਸਟਰਕਚਰ ਹੈ, ਜਿਹੜੀਆਂ 20 ਵਾਰਾਂ ਨੇ, ਸ਼ਲੋਕ ਤੇ ਪੌੜੀ, ਦੋ ਕਈ ਨੇ, ਪਰ ਦੋ ਐਸੀਆਂ ਇੰਪੋਰਟੈਂਟ ਕੰਪੋਜੀਸ਼ਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ ਪੌੜੀ ਅਕਸ਼ਰ ਨਹੀਂ ਆਉਂਦਾ, ਲੇਕਿਨ ਅਸੀਂ ਉਹਨਾਂ ਨੂੰ ਪੌੜੀਆਂ ਕਹਿੰਦੇ ਹਾਂ। ਉਹ ਕਿਹੜੀ ਕੰਪੋਜੀਸ਼ਨ ਹੈ ਜਿਹਦੀ ਕੰਪੋਜੀਸ਼ਨ ਦੀਆਂ ਸਟੈਂਜ਼ਿਆਂ ਨੂੰ ਅਸੀਂ ਪੌੜੀਆਂ ਕਹਿੰਦੇ ਹਾਂ, ਪਰ ਪੌੜੀ ਅਕਸ਼ਰ ਨਹੀਂ ਹੈਗਾ। ਇਸ ਤਰ੍ਹਾਂ ਨਾ ਬੋਲਣਾ ਪਲੀਜ਼। ਤੁਸੀਂ ਬੋਲ ਦਿੰਦੇ ਹੋ ਤਾਂ ਫਿਰ ਅਗਲਾ ਜਵਾਬ ਨਹੀਂ ਦੇ ਸਕਦਾ। ਹਾਂਜੀ ਦਵਿੰਦਰ। ਜਪਜੀ ਸਾਹਿਬ। ਹਾਂਜੀ ਜਪਜੀ ਸਾਹਿਬ। ਜਪਜੀ ਸਾਹਿਬ। ਹਾਂਜੀ ਹੋਰ ਬੋਲ ਚੁੱਕੇ ਨੇ, ਗੁਰਦੀਪ ਬੋਲ ਚੁੱਕਾ। ਪਰਮਜੀਤ। ਆਨੰਦ ਸਰ। ਆਨੰਦ ਸਾਹਿਬ। ਆਨੰਦ ਸਾਹਿਬ ਦੇ ਵਿੱਚ ਤੁਸੀਂ ਕਹਿੰਦੇ ਹੋ 40 ਨੇ ਸਟੈਂਦੇ, 40 ਸਟੈਂਦਿਆਂ ਨੂੰ ਪੌੜੀਆਂ ਕਹਿੰਦੇ ਹੋ, ਪਰ ਉਹਦੇ ਵਿੱਚ ਪੌੜੀ ਅੱਖਰ ਯੂਜ਼ ਨਹੀਂ ਹੋਇਆ। ਇਹ ਛੋਟੀ ਛੋਟੀਆਂ ਚੀਜ਼ਾਂ ਨੇ। ਮੈਂ ਇਸ ਕਰਕੇ ਦੁਬਾਰਾ ਸਾਰੀਆਂ ਚੀਜ਼ਾਂ ਤੁਹਾਨੂੰ ਕਹਿ ਰਿਹਾ। ਹੁਣ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ, ਕਿਉਂਕਿ ਇੱਕ ਵਾਰੀ ਤੁਸੀਂ ਕਿਹਾ ਸੀ ਕਿ ਕੁਝ ਚੀਜ਼ਾਂ ਤੁਸੀਂ ਰਿਪੀਟ ਨਾ ਕਰੋ, ਤੇ ਮੈਂ ਬੰਦ ਕਰਤੀ ਅਸੀਂ ਰਿਪੀਟ ਕਰਨੀਆਂ। ਪਿੱਛੇ ਇੱਕ YouTube ਦਿਖਾ ਰਹੇ ਸਨ। YouTube ਦੇ ਵਿੱਚ ਰਿਪੋਰਟਰ ਸੀ ਜਿਹੜਾ ਗੁਰਦੁਆਰੇ ਦੇ ਬਾਹਰ ਖੜਾ ਸੀ, ਅੰਦਰੋਂ ਸੰਗਤ ਨਿਕਲਦੀ ਸੀ। ਉਹਨਾਂ ਨੇ ਬੀਬੀਆਂ ਨੇ ਵੀ ਕਿਰਪਾਨਾਂ ਪਾਈਆਂ ਹੋਈਆਂ ਸਨ, ਅੰਮ੍ਰਿਤਧਾਰੀ ਸਨ, ਔਰ ਉਹ ਉਹਨਾਂ ਕੋਲੋਂ ਕੁਝ ਸਵਾਲ ਪੁੱਛ ਰਹੇ ਸਨ, ਔਰ ਛੋਟੇ ਛੋਟੇ ਕੁਐਸਚਨ ਸਨ, ਲੇਕਿਨ ਕਿਸੇ ਨੂੰ ਜਵਾਬ ਨਹੀਂ ਸੀ ਆਉਂਦਾ। ਈਵਨ 10 ਗੁਰੂਆਂ ਦੇ ਨਾਂ ਤਰਤੀਬਵਾਰ ਇਨ ਸੀਕੁਐਂਸ ਉਹ ਨਹੀਂ ਕਰ ਸਕੇ। 5 ਪਿਆਰਿਆਂ ਦੇ ਨਾਂ ਕਿਸੇ ਨੂੰ ਵੀ ਨਹੀਂ ਸੀ ਆਉਂਦੇ। 4 ਸਾਹਿਬਜ਼ਾਦਿਆਂ ਦੇ ਨਾਂ ਕੋਈ ਵੀ ਨਹੀਂ ਦੱਸ ਸਕਿਆ। ਸੋ ਜਦੋਂ ਅਸੀਂ ਕਲਾਸ ਵਿੱਚ ਕਹਿੰਦੇ ਸਾਂ ਜੀ ਅੱਜ ਦੱਸੋ ਗੁਰੂ ਸਾਹਿਬ ਦੀ ਵਾਈਫ ਦਾ ਕੀ ਨਾਂ ਹੈ, ਮੈਂ ਜਿਸ ਵੇਲੇ ਉਹ YouTube ਦੇਖ ਰਿਹਾ ਸੀ ਤੇ ਮੈਨੂੰ ਖਿਆਲ ਆਇਆ, ਔਰ ਉੱਥੇ ਫਿਰ ਮੈਂ ਆਪਣੇ ਮਨ ਨੂੰ ਇਹ ਸਵਾਲ ਕੀਤਾ। ਤੇ ਪਿਛਲੇ ਵੀਕ ਸ਼ਾਇਦ ਮੈਂ ਕੁਝ ਤੁਸੀਂ ਨਹੀਂ ਸਮਝ ਕਰਕੇ ਮੈਂ ਦੁਹਰਾ ਰਿਹਾ ਕੈਲਾਸ਼ ਜੀ। ਸਾਡੀ ਇੱਕ ਫੈਮਿਲੀ ਹੈ ਕੈਲਾਸ਼ ਜੀ, ਸਾਡੀ ਇੱਕ ਫੈਮਿਲੀ ਹੈ। ਹਾਂਜੀ। ਸਪੋਜ਼ ਸਾਨੂੰ ਕੋਈ ਪੁੱਛੇ ਜੀ ਤੁਹਾਡੇ ਫਾਦਰ ਦਾ ਕੀ ਨਾਂ ਹੈ, ਜੇ ਸਾਨੂੰ ਪੁੱਛੇ ਤੁਹਾਡੀ ਮਦਰ ਦਾ ਕੀ ਨਾਂ ਹੈ, ਤੁਹਾਡੇ ਬੱਚਿਆਂ ਦਾ ਕੀ ਨਾਂ ਹੈ, ਤੇ ਅਸੀਂ ਇੱਧਰ ਉੱਧਰ ਦੇਖੀਏ। ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ, ਗੁਰੂ ਸਾਹਿਬ ਦੇ ਬੱਚੇ, 5 ਪਿਆਰੇ, ਕੁਝ ਜਿਹੜੀਆਂ ਬੇਸਿਕ ਚੀਜ਼ਾਂ ਨੇ ਗੁਰੂ ਸਾਹਿਬ ਦੇ ਘਰੋਂ, ਇਹ ਸਾਡੀ ਫੈਮਿਲੀ ਮੈਂਬਰ ਨੇ। ਇਹਨਾਂ ਦੇ ਨਾਂ ਸਾਨੂੰ ਆਉਣੇ ਚਾਹੀਦੇ ਨੇ, ਲੇਕਿਨ ਨਵਤੇਜ ਜੀ ਅਨਫੋਰਚੂਨੇਟਲੀ ਅਗਰ ਜਿੰਨੇ ਅਸੀਂ ਮਰਜ਼ੀ ਲਾਇਕ ਹੋਈਏ, ਅਗਰ ਇਹਨਾਂ ਨੂੰ ਅਸੀਂ ਰੋਜ਼ ਨਹੀਂ ਦੁਹਰਾਉਂਦੇ ਤਾਂ ਸਾਨੂੰ ਇਹਨਾਂ ਦੇ ਨਾਂ ਭੁੱਲ ਜਾਣਗੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਤੁਹਾਡੇ ਕਈ ਕਜ਼ਨ ਹੋਣਗੇ ਜਿਹਨਾਂ ਨੂੰ ਤੁਸੀਂ ਨਹੀਂ ਮਿਲੇ ਬਹੁਤ ਦੇਰ ਤੋਂ, ਉਹ ਕਿਤੇ ਹੋਰ ਜਾ ਕੇ ਸੈਟਲ ਹੋ ਗਏ ਨੇ, ਤੇ ਤੁਹਾਨੂੰ ਕੋਈ ਪੁੱਛੇ ਜੀ ਤੁਹਾਡਾ ਜਿਹੜਾ ਕਜ਼ਨ ਹੈ ਫਲਾਣੀ ਜਗ੍ਹਾ ਸੈਟਲ ਹੋਇਆ, ਉਹ ਕਿੰਨੇ ਭਰਾ ਨੇ? ਕਈ ਵਾਰ ਤੁਸੀਂ ਇੱਧਰ ਉੱਧਰ ਦੇਖਦੇ ਹੀ ਆਏ ਤੇ ਮੈਨੂੰ ਨਹੀਂ ਪਤਾ, ਪਰ ਮੈਨੂੰ ਪਤਾ ਮੇਰੇ ਛੱਕੇ ਤਾਏ ਦਾ ਪੁੱਤਰ ਉੱਥੇ ਰਹਿੰਦਾ ਹੈ, ਉਹਦਾ ਪਹਿਲਾ ਨਾਂ ਜਿਹੜਾ ਨਾ ਪੈਟ ਨੇ ਮੈਨੂੰ ਆਉਂਦਾ, ਪੂਰਾ ਨਾਂ ਨਹੀਂ ਆਉਂਦਾ। ਇਹ ਲਾਈਫ ਹੀ ਹੈ। ਵੀ ਹਰ ਚੀਜ਼ ਸਾਡੀ ਮੈਮਰੀ ਦਾ ਇੱਕ ਟਾਈਮ ਪੀਰੀਅਡ ਹੈ। ਮੈਮਰੀ ਦੇ ਵਿੱਚ ਇੱਕ ਚੀਜ਼ ਜਾਂਦੀ ਹੈ, ਆਮ ਜਿਹੜੀ ਇਹਨੂੰ ਅਸੀਂ ਐਕਵਾਇਰਡ ਮੈਮਰੀ ਕਹਿੰਦੇ ਆ। ਇਹ ਜੋ ਕੁਝ ਤੁਸੀਂ ਪੜ੍ਹ ਰਹੇ ਹੋ ਨਾ, ਇਹ ਇਨਹੈਰੈਂਟ ਮੈਮਰੀ ਨਹੀਂ ਹੈ, ਇਹ ਅਸੀਂ ਸਿੱਖ ਰਹੇ ਹਾਂ। ਇਟ ਇਜ਼ ਨੋਨ ਐਜ਼ acquired memory, or Navtej ji, acquired memory remains in our memory box only for a limited period of time, then it disappears, ਕਿਉਂਕਿ ਇਹ ਚੀਜ਼ਾਂ ਸਾਡੇ ਅੰਦਰ ਨਹੀਂ ਹੈਗੀਆਂ, ਅਸੀਂ ਐਕਵਾਇਰ ਕੀਤੀਆਂ। ਸੋ ਉਹ ਦੇਖ ਕੇ ਮੈਨੂੰ ਖਿਆਲ ਆਇਆ ਵੀ ਜੇ ਅਸੀਂ ਕੁਝ 2-4 ਕੁਐਸਚਨ ਪੁੱਛ ਲੈਂਦੇ ਹਾਂ ਵੀ ਫਲਾਣੇ ਗੁਰੂ ਸਾਹਿਬ ਦੇ ਘਰੋਂ ਕਰਕੇ ਨਾਂ 'ਚ ਕੋਈ ਹਰਜ ਨਹੀਂ ਹੈ, ਕੁਝ ਚੀਜ਼ਾਂ ਸਾਨੂੰ ਯਾਦ ਰਹਿਣੀਆਂ ਚਾਹੀਦੀਆਂ। ਸ਼ਲੋਕ 2 ਨੇ, ਔਰ ਇੱਕ ਜਿਹੜੀ ਪੌੜੀ ਹੈ ਗੁਰੂ ਰਾਮਦਾਸ ਜੀ ਦੀ, ਸ਼ਲੋਕ ਦੋਨੋਂ ਗੁਰੂ ਅਮਰਦਾਸ ਜੀ ਦੇ ਨੇ। ਇਹ ਵੀ ਇੱਕ ਤਰਤੀਬ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਹਰ ਵਾਰ ਤੋਂ ਪਹਿਲਾਂ, ਵਾਰ ਵਿੱਚ ਪੌੜੀ ਤੋਂ ਪਹਿਲਾਂ ਸ਼ਲੋਕ ਨੇ, ਔਰ ਸ਼ਲੋਕ ਮਿਨੀਮਮ 2 ਜ਼ਰੂਰ ਨੇ। ਸ਼ਲੋਕ ਦਾ ਸਾਈਜ਼ ਕੋਈ ਨਹੀਂ ਹੈ, ਸ਼ਲੋਕ 2 ਲਾਈਨਾਂ ਦੇ ਵੀ ਨੇ ਤੇ ਸ਼ਲੋਕ 20 ਲਾਈਨਾਂ ਦੇ ਵੀ ਨੇ। ਹੁਣ ਤੁਸੀਂ ਆਸਾ ਦੀ ਵਾਰ ਕਰ ਰਹੇ ਹੋ, ਔਰ ਤੁਸੀਂ ਦੇਖਿਆ ਕਿ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼ਲੋਕ ਨੇ
वो किन्ने किन्ने लंबे ने। लेकिन अगर तुसी बाई डेफिनेशन जाओगे तो श्लोक का मतलब कपलट ही है, और कपलट मीन्स 2 लाइन्स। इसी तरह ही अष्टपदी का मतलब है 8 लाइना। पर राग रामकली भी तुसी जाओगे तो अष्टपदी हैडिंग के थले 22 लाइना दे भी कंपोजिशन है ने। ਉਹ ਹੁਣ ਕਿਉਂਕਿ ਭਾਈ ਗੁਰਦਾਸ ਸਾਡੇ ਕੋਲ ਨਹੀਂ ਹੈਗੇ ਸਾਹਮਣੇ, ਜਿਨ੍ਹਾਂ ਕੋਲ ਅਸੀਂ ਪੁੱਛ ਲੈਂਦੇ ਵੀ ਇਹਦਾ ਤਾਂ ਸਾਨੂੰ ਜਵਾਬ ਦੇ ਦਿਓ, ਉਹਦਾ ਜਵਾਬ ਸਾਡੇ ਕੋਲ ਨਹੀਂ ਹੈਗਾ। ਜੇ ਕੋਈ ਪੁੱਛੇ ਵੀ ਤਾਂ ਅਸੀਂ ਨਹੀਂ ਦੱਸ ਸਕਦੇ। ਇਹ ਜਿਹੜੀ ਅੱਜ ਦਾ ਜਿਹੜਾ ਹੁਕਮਨਾਮਾ ਉਹਦੇ ਵਿੱਚ 3 ਵਰਡ ਤੁਸੀਂ ਯਾਦ ਕਰ ਲਓ। ਇੱਕ ਵਰਡ ਹੈ ਤ੍ਰਿਸ਼ਨਾ, ਇੱਕ ਵਰਡ ਹੈ ਚਿੰਤਾ, ਤੇ ਇੱਕ ਵਰਡ ਹੈ ਉਦਾਸੀ। ਚਿੰਤਾ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਚਿੰਤਾ ਤੁਹਾਨੂੰ ਹੋਰ ਵੀ ਅਸੀਂ ਜੋ ਕੁਝ ਅੱਜ ਕਰਨਾ ਉਹਦੇ ਵਿੱਚ ਵੀ ਚਿੰਤਾ ਵਰਡ ਆਏਗਾ। ਤ੍ਰਿਸ਼ਨਾ ਸਾਨੂੰ ਸਾਰਿਆਂ ਨੂੰ ਪਤਾ ਵੀ ਇਟ ਇਜ਼ ਡਿਜ਼ਾਇਰ ਨੂੰ ਕਹਿੰਦੇ ਆ, ਔਰ ਉਹ ਡਿਜ਼ਾਇਰ ਹੈ ਜਿਹੜੀ ਸਾਡੇ ਕੰਟਰੋਲ ਤੋਂ ਬਾਹਰ ਆ। ਇਹ ਉਹ ਡਿਜ਼ਾਇਰ ਹੈ ਜਿਹਦੇ ਨਾਲ ਆਮ ਤੌਰ ਤੇ ਸਾਨੂੰ ਇਨਸਾਨੀ ਝਗੜੇ ਹੁੰਦੇ ਨੇ, ਘਰਾਂ ਵਿੱਚ ਵੀ ਤੇ ਬਾਹਰ ਵੀ। ਇਹ ਉਹ ਡਿਜ਼ਾਇਰ ਹੈ ਜਿਹਨੂੰ ਸੈਟੀਸਫਾਈ ਕਰਨ ਵਾਸਤੇ ਲੋਕੀ ਚੋਰੀਆਂ ਕਰਦੇ ਨੇ, ਡਾਕੇ ਡਾਲਦੇ ਨੇ, ਘਰਾਂ ਵਿੱਚ ਵੀ ਤੇ ਬਾਹਰ ਵੀ। ਚਿੰਤਾ ਜਿਹੜੀ ਹੈ ਇਹਨੂੰ ਵੀ ਅੱਜ ਕੱਲ੍ਹ ਬੜੇ ਅੰਗਰੇਜ਼ੀ ਦੇ ਵਰਡ ਹੋ ਗਏ ਨੇ ਜੀ, ਮੈਂ ਬੜੀ ਟੈਨਸ਼ਨ 'ਚ ਹਾਂ, ਡਿਪਰੈਸ਼ਨ 'ਚ ਹਾਂ। ਇਹ ਸਾਰੇ ਚਿੰਤਾ ਦੇ ਅੱਗੋਂ ਸਬ ਸੈਕਸ਼ਨ ਨੇ। ਬਹੁਤ ਸਾਰੀਆਂ ਬਿਮਾਰੀਆਂ ਅੱਜ ਕੱਲ੍ਹ ਤੇ ਜੋ ਮੈਡੀਕਲ ਸਾਇੰਸ ਕਹਿੰਦੀ ਹੈ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਦਾ ਰੀਜ਼ਨ ਫੂਡ ਵੀ ਨਹੀਂ, ਉਹਦਾ ਰੀਜ਼ਨ ਕੋਈ ਗਲਤ ਮਲਤ ਖਾਣਾ ਨਹੀਂ ਹੈ, ਬਟ ਚਿੰਤਾ ਹੈ। ਚਿੰਤਾ ਜਿਹੜੀ ਬਿਮਾਰੀ ਹੈ ਉਹ ਕਹਿੰਦੇ ਨੇ ਤਿੰਨੇ ਰੋਗ ਨਿਵਾਰਨ ਹਨ। ਚਿੰਤਾ ਜਿਹੜੀ ਹੈ ਇਹ ਮਾਨਸਿਕ ਬਿਮਾਰੀ ਹੈ, ਤੁਹਾਡੇ ਮਾਈਂਡ ਦੀ ਬਿਮਾਰੀ ਹੈ, ਬ੍ਰੇਨ ਦੀ ਬਿਮਾਰੀ ਹੈ। ਤੁਸੀਂ ਫਜ਼ੂਲ ਸੋਚਦੇ ਹੋ ਔਰ ਉਹਦੇ ਨਾਲ ਤੁਹਾਡਾ ਜਿਹੜਾ ਸਾਰਾ ਸਿਸਟਮ ਹੈ ਉਹਦਾ ਕੰਮ ਕਰਨਾ ਗਲਤ ਹੋ ਜਾਂਦਾ। ਉਦਾਸੀ ਉਹ ਨਹੀਂ ਹੈ, ਉਦਾਸੀ ਦਾ ਮਤਲਬ ਸੈਡ ਨਹੀਂ ਹੈ। ਇੱਥੇ ਤੁਸੀਂ ਆਪਣੇ ਪਰਿਵਾਰ ਵਿੱਚ ਰਹਿ ਕੇ ਵੀ ਕੀ ਉਦਾਸੀ ਜੀਵਨ ਗੁਜ਼ਾਰ ਸਕਦੇ ਹੋ? ਡਿਟੈਚਮੈਂਟ ਹੈ ਇਹਦਾ ਮਤਲਬ ਇੱਥੇ ਇਸ ਸ਼ਬਦ ਵਿੱਚ। ਹੁਣ ਇਹ ਬੜੀ ਵਾਰੀ ਸ਼ਬਦ ਆਇਆ ਔਰ ਗੁਰੂ ਤੇਗ ਬਹਾਦਰ ਜੀ ਨੇ ਖਾਸ ਇਹਦੇ ਤੇ ਜ਼ੋਰ ਦਿੱਤਾ ਆਪਣੇ ਸ਼ਬਦਾਂ ਦੇ ਵਿੱਚ। ਜਿਸ ਵੇਲੇ ਗੁਰੂ ਨਾਨਕ ਨੇ ਕਿਹਾ ਨਾ ਕਿ ਵਾਹਿਗੁਰੂ ਲਿਵਸ ਇਨ ਹੈਪੀ ਹੋਪ, ਉਹਦੇ ਵਿੱਚ ਇਹ ਵਰਡ ਯੂਜ਼ ਹੁੰਦਾ ਡਿਟੈਚਮੈਂਟ। ਤੁਸੀਂ ਘਰ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਲਗਜ਼ਰੀ ਤੋਂ ਡਿਟੈਚ ਕਰਕੇ ਰੱਬ ਦਾ ਨਾਮ ਲੈ ਸਕਦੇ ਹੋ। ਤੁਹਾਡੇ ਕੋਲ 24 ਘੰਟੇ ਨੇ ਦਿਨ 'ਚ, ਤੁਸੀਂ ਆਪਣਾ ਟਾਈਮ ਟੇਬਲ ਬਣਾ ਸਕਦੇ ਹੋ, ਜਿਸ ਟਾਈਮ ਟੇਬਲ ਵਿੱਚ ਤੁਸੀਂ ਕਹਿ ਸਕਦੇ ਹੋ ਇੰਨਾ ਟਾਈਮ ਮੈਂ ਉਸ ਅਕਾਲ ਪੁਰਖ ਦੇ ਵਾਸਤੇ ਲਾਣਾ ਹੈ। ਉਹਨੂੰ ਅਸੀਂ ਕਹਿ ਸਕਦੇ ਹਾਂ ਅਸੀਂ ਉਹਨਾਂ ਵਕਤ ਆਪਣੀ ਫੈਮਿਲੀ ਤੋਂ ਡਿਟੈਚ ਰਵਾਂਗੇ, ਮਤਲਬ ਆਪਣਾ ਧਿਆਨ ਅਕਾਲ ਪੁਰਖ ਦੇ ਵਾਸਤੇ ਲਾਵਾਂਗੇ। ਸੁੱਖ ਦਾ ਸਾਨੂੰ ਸਾਰਿਆਂ ਨੂੰ ਮਤਲਬ ਪਤਾ ਹੈ ਕਿ ਅਸੀਂ ਜੋ ਕੁਝ ਵੀ ਇਸ ਵੇਲੇ ਕਰ ਰਹੇ ਹਾਂ, ਇਹ ਪੜ੍ਹ ਰਹੇ ਹਾਂ, ਗੁਰਬਾਣੀ ਪੜ੍ਹ ਰਹੇ ਹਾਂ, ਕਮਾਈ ਕਰ ਰਹੇ ਹਾਂ, ਇਹਦਾ ਸਾਡੇ ਕੋਲ ਇੱਕ ਗੋਲ ਆ ਸਾਡੇ ਸਾਹਮਣੇ। ਅਸੀਂ ਆਪਣੀ ਫੈਮਿਲੀ ਵਾਸਤੇ ਸੁੱਖ, ਆਪਣੀ ਫੈਮਿਲੀ ਵਾਸਤੇ ਹੈਪੀਨੈਸ ਕਿਸੇ ਤਰ੍ਹਾਂ ਗੇਨ ਕਰੀਏ, ਉਹਦੇ ਵਾਸਤੇ ਅਸੀਂ ਦਿਨ ਰਾਤ ਕੰਮ ਕਰਦੇ ਹਾਂ। ਕਈ ਵਾਰੀ ਮਹਿੰਦਰ ਜੀ ਅਸੀਂ ਇੱਕ ਵਰਡ ਕਹਿ ਦਿੰਦੇ ਹਾਂ, ਮੈਂ ਤੇ ਸਭ ਕੁਝ ਤੁਹਾਡੇ ਲਈ ਕਰ ਰਿਹਾ। ਕਈ ਵਾਰੀ ਅਸੀਂ ਕਹਿੰਦੇ ਆ, ਪਰ ਜੇ ਤੁਸੀਂ ਧਿਆਨ ਨਾਲ ਦੇਖੋਗੇ ਐਕਚੁਅਲੀ ਤੁਸੀਂ ਸਭ ਕੁਝ ਆਪਣੇ ਵਾਸਤੇ ਕਰਦੇ ਹੋ, ਕਿਸੇ ਵਾਸਤੇ ਤੁਸੀਂ ਕੁਝ ਵੀ ਨਹੀਂ ਕਰਦੇ। ਬੇਸਿਕਲੀ ਯੂ ਸਟਾਰਟ ਵਿਦ ਯੋਰ ਸੈਲਫ, ਲੇਕਿਨ ਨੈਚੁਰਲੀ ਦੂਜਿਆਂ ਦੇ ਮੋਢੇ ਤੇ ਰੱਖ ਦਿੰਦੇ ਹੋ ਬੰਦੂਕ ਕਿ ਅਸੀਂ ਸਭ ਕੁਝ ਤੁਹਾਡੇ ਲਈ ਕਰ ਰਹੇ ਹਾਂ। ਚਲੋ ਲੈਟ ਅਸ ਸਟਾਰਟ। ਤ੍ਰਿਸ਼ਨਾ ਦਾਦੀ ਜਲ ਮੂਈ। ਇੱਥੇ ਜਲ ਦਾ ਮਤਲਬ ਪਾਣੀ ਨਹੀਂ ਹੈ, ਜਲ ਦਾ ਮਤਲਬ ਜਲਣਾ, ਸੜਨਾ ਹੈ। ਇਹ ਈਰਸ਼ਾ। ਜਲ ਜਲ ਕਰੇ ਪੁਕਾਰ। ਅਸੀਂ ਜਿਹੜੇ ਆ ਸਾਰੇ, ਜਿਹੜੀ ਦੁਨੀਆ ਹੈ ਸਾਰੀ, ਇਹ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਹੀ ਹੈ। ਔਰ ਹੁਣੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਜਿਹੜੀ ਤ੍ਰਿਸ਼ਨਾ ਹੈ ਇਹ ਸਟਾਰਟਿੰਗ ਪੁਆਇੰਟ ਹੈ ਆਫ ਆਲ ਡਿਸਟਰਕਸ਼ਨ। ਜੇ ਸਾਡੇ ਅੰਦਰ ਤ੍ਰਿਸ਼ਨਾ ਨਾ ਹੋਵੇ ਤਾਂ ਮੇਰੇ ਖਿਆਲ ਹੈ ਸਾਡੇ ਅੱਧੇ ਝਗੜੇ ਖਤਮ ਹੋ ਜਾਣ, ਘਰ ਦੇ ਵੀ ਤੇ ਬਾਹਰ ਦੇ ਵੀ। ਘਰ ਦੇ ਵੀ ਤਾਂ ਝਗੜਾ ਹੀ ਹੈ ਨਾ। ਉਹ ਬੀਵੀ ਕਹਿੰਦੀ ਇਹ ਲੈ ਕੇ ਦਿਓ, ਅਸੀਂ ਕਹਿੰਦੇ ਇਹ ਲੈ ਕੇ ਦੇਣਾ, ਸਾਡੇ ਕੋਲ ਪੈਸਾ ਨਹੀਂ ਹੈ, ਉਹ ਕਹਿੰਦੇ ਮੇਰੇ ਗੁਆਂਢੀ ਨੇ ਇਹ ਲਿਆ। ਸੋ ਇਹ ਘਰ ਦਾ ਝਗੜਾ। ਬਾਹਰ ਦਾ ਝਗੜਾ ਤੁਸੀਂ ਦੁਨੀਆ ਨੂੰ ਦੇਖਦੇ ਹੋ ਤੇ ਫਿਰ ਤੁਹਾਡੇ ਅੰਦਰ ਇੱਕ ਹੂਕ ਜਿਹੀ ਨਿਕਲਦੀ ਹੈ, ਕਾਸ਼ ਮੇਰੇ ਕੋਲ ਵੀ ਵੱਡਾ ਮਕਾਨ ਹੁੰਦਾ,
ਕਾਸ਼ ਮੇਰੇ ਕੋਲ ਵੀ ਡਿਜ਼ਾਈਨਰ ਕੱਪੜੇ ਹੁੰਦੇ ਐਂਡ ਸੋ ਔਨ। ਸਤਿਗੁਰ ਸੀਤਲ ਜੇ ਮਿਲੇ ਫਿਰ ਜਲੇ ਨਾ ਦੂਜੀ ਵਾਰ। ਹੁਣ ਇਸ ਅੱਗ ਨੂੰ ਤੁਸੀਂ ਕਿਵੇਂ ਠੰਡਾ ਕਰ ਸਕਦੇ ਹੋ? ਇਹ ਇੰਨਾ ਆਸਾਨ ਨਹੀਂ ਹੈ ਕਿ ਜੇ ਖਾਲੀ ਇੱਕ ਲਾਈਨ ਪੜ੍ਹ ਕੇ ਸਤਿਗੁਰ ਸੀਤਲ ਜੇ ਮਿਲੇ ਕਿ ਵਾਹਿਗੁਰੂ ਜਿਹੜਾ ਵਾਹਿਗੁਰੂ ਦਾ ਨਾਂ ਸਾਨੂੰ ਇਸ ਤ੍ਰਿਸ਼ਨਾ ਦੀ ਅੱਗ ਤੋਂ ਕੱਢ ਸਕਦਾ, ਕਿਉਂਕਿ ਵਾਹਿਗੁਰੂ ਦੇ ਨਾਂ ਤੁਸੀਂ ਲਓਗੇ ਕਿਵੇਂ? ਸਪੋਜ਼ ਮੇਰੇ ਖਿਆਲ ਤੁਸੀਂ ਬਹੁਤ ਸਾਰੇ ਆਫਿਸ 'ਚ ਕੰਮ ਕਰਦੇ ਹੋ, ਤੁਸੀਂ ਉੱਥੇ ਫਾਇਰ ਸਿਲੰਡਰ ਰੱਖੇ ਨੇ, ਅਗਰ ਅੱਗ ਲੱਗ ਜਾਏ ਤਾਂ ਕੀ ਕਰਨਾ? ਪਰ ਮੇਰਾ ਨਹੀਂ ਖਿਆਲ ਮੋਸਟ ਆਫ ਦੀ EMPLOYEES ਨੂੰ ਇਹ ਵੀ ਪਤਾ ਹੈ ਕਿ ਸਿਲੰਡਰ ਯੂਜ਼ ਕਿਵੇਂ ਕਰਨਾ। सब कुछ लगा है अगेंस्ट फायर, टू कंट्रोल फायर, पर यूज किਵੇਂ ਹੋਣਾ? ਸੋ ਇਸੇ ਤਰ੍ਹਾਂ ਉਹ ਕਹਿ ਰਹੇ ਨੇ ਕਿ ਸਤਿਗੁਰ ਜੇ ਤੁਹਾਨੂੰ ਮਿਲ ਜਾਂਦਾ ਹੈ, ਸਤਿਗੁਰ ਜੇ ਤੁਸੀਂ ਵਾਹਿਗੁਰੂ ਦਾ ਨਾਮ ਲੈ ਲੈਂਦੇ ਹੋ, ਆਪਣੀ ਤ੍ਰਿਸ਼ਨਾ ਦੀ ਅੱਗ ਬੁਝਾ ਸਕਦੇ ਹੋ, ਪਰ ਸਤਿਗੁਰੂ ਦਾ ਨਾਮ ਲੈਣਾ ਕਿਵੇਂ ਹੈ? That is the most important thing. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਲ ਮੈਂ ਵੀ ਕਹਿਤਾ, ਹੋ ਗਈ ਠੰਡ, ਪੈ ਗਈ ਮੈਨੂੰ, ਮੇਰੀ ਤ੍ਰਿਸ਼ਨਾ ਮਿਟ ਗਈ। ਸੋ we have to learn, और ऐसे लर्न कर रहे हैं कि तृष्णा की अग बुझाने वास्ते सतगुरु का नाम लेना भी, सतगुरु को अपने मन वसाना भी एक बहुत वड्डी एक्सरसाइज है। और वो एक्सरसाइज करने वास्ते या तो सानू पूरा जपजी पढ़ के उन्हें समझना पड़ेगा, आसा दी वार पढ़ के उन्हें समझना पड़ेगा, कोई भी गुरबाणी की तुक पढ़ के उन्हें समझने की लोड़ है। नानक फिर नामे निर्भव को नहीं जिथे शब्द न करे विचार। और ये उन्होंने साफ ही कहता है कि नाम तो बिना, शब्द तो बिना तुसी अपने मन के डर नूं नहीं कट सकते। तो एक चीज गुरदीप जी क्लीयर है, शब्द तुहानूं सारियां मुसीबतों तो कट सकता, शब्द तुहानूं तृष्णा की अग तो कट सकता, शब्द तू जड़ा है भव सागर है तो पार लगा सकता, पर उस शब्द ਨੂੰ यूज ਕਿਵੇਂ ਕਰਨਾ ਹੈ? ਨਵਤੇਜ ਜੀ, ਜੇ ਤੁਸੀਂ ਸਾਗਰ ਪਾਰ ਕਰਨਾ ਹੋਵੇ, ਕੋਈ ਦਰਿਆ ਪਾਰ ਕਰਨਾ ਹੋਵੇ ਤੇ ਕੀ ਕਰੋਗੇ? ਬੇੜੀ ਵਿੱਚ ਚੜੋਗੇ, ਯੂ ਨੀਡ ਅ ਬੋਟ। ਪਰ ਬੋਟ ਦੇ ਵਿੱਚ ਬੈਠ ਕੇ ਵੀ ਤੇ ਚਲਾਣੀ ਆਣੀ ਚਾਹੀਦੀ ਹੈ ਨਾ। ਉਹ ਤੁਹਾਡੇ ਕੋਲ ਔਰ ਹੋਣੇ ਚਾਹੀਦੇ ਨੇ ਜਿਹੜੇ ਬੇੜੀ ਨੂੰ ਚਲਾਉਣ ਵਾਲੇ ਹੋਣ। ਅਸੀਂ ਚੀਜ਼ਾਂ ਪੜ੍ਹ ਲੈਂਦੇ ਹਾਂ ਲੇਕਿਨ ਉਹਨੂੰ ਸਮਝਣ ਦੀ ਲੋੜ ਕਦੀ ਸਮਝੀ ਨਹੀਂ ਅਸੀਂ। ਸੋ ਇਹ ਗੁਰੂ ਅਮਰਦਾਸ ਜੀ ਇਸ ਸ਼ਲੋਕ ਦੇ ਵਿੱਚ ਔਰ ਇਸ ਪੂਰੇ ਦੋਨੋਂ ਸ਼ਲੋਕਾਂ ਵਿੱਚ ਇਹੀ ਕਹਿ ਰਹੇ ਨੇ ਕਿ ਸਤਿਗੁਰ ਦਾ ਨਾਮ ਕਿਵੇਂ ਲੈਣਾ, ਪਹਿਲਾਂ ਉਹ ਪੜ੍ਹ ਲਓ। ਭੇਖੀ, ਹੁਣ ਕੀ ਕਹਿੰਦੇ ਲੋਕੀ ਸਮਝਦੇ ਨੇ ਭੇਖੀ ਅਗਰ ਨਾ ਪੁੱਜੇ ਹੀ ਕੱਪੜੇ ਪਾ ਲਏ ਔਰੰਜ ਰੂਪ ਦੇ, ਜਿਸ ਤਰ੍ਹਾਂ ਜੋ ਪਾਉਂਦੇ ਨੇ ਸੰਤ ਫਕੀਰ, ਦਾੜੀ ਖੋਲ ਲਈ, ਭਸਮ ਲਗਾ ਲਈ, ਲਾ ਵੀ ਹੁਣ ਮੇਰੇ ਸਾਰੀ ਜਨਤਾ ਮਿਟ ਗਈ। ਕਿ ਬਾਹਰੋਂ ਤੁਸੀਂ ਆਪਣਾ ਰੰਗ ਰੂਪ ਬਦਲ ਕੇ ਦਿਲ ਦੀ ਚਿੰਤਾ ਨਹੀਂ ਮਿਟਾ ਸਕਦੇ। ਮੈਂ ਹੁਣੇ ਤੁਹਾਨੂੰ ਕਿਹਾ ਚਿੰਤਾ ਮਾਨਸਿਕ ਰੋਗ ਹੈ, ਇਹ ਕੱਪੜੇ ਬਦਲਣ ਨਾਲ ਜਾਂ ਭੇਖ ਬਦਲਣ ਨਾਲ ਨਹੀਂ ਹੋਣਾ। ਭੇਖ ਇਜ਼ ਯੋਰ ਪਹਿਨਾਵਾ, ਤੁਸੀਂ ਕੀ ਪਾਉਂਦੇ ਹੋ। ਹੋਏਗਾ ਕੱਪੜੇ ਪਾਉਣ ਦਾ ਕੋਈ ਬਹੁਤ ਇਫੈਕਟ ਹੋਏਗਾ, ਇਹ ਨਹੀਂ ਮੈਂ ਕਹਿ ਰਿਹਾ ਨਹੀਂ ਹੁੰਦਾ ਇਫੈਕਟ, ਪਰ ਇਹ ਮੈਡੀਸਨ ਨਹੀਂ ਹੈ, ਇਹ ਮੈਡੀਸਨ ਨਹੀਂ ਹੈ ਤੁਹਾਨੂੰ ਸਿੱਧੇ ਰਸਤੇ ਲਿਜਾਣ ਵਾਸਤੇ। चिंता है मन माए सतगुरु दाता सेवीए, नाल ही हुण दसदे ने, पहला उन्होंने सतगुरु की गल की, ਉਹਦਾ नाम, हुण कहते ने सतगुरु दाता सेवीए शब्द वसे मन आए। मन के अंदर वाहिगुरु का नाम वसाण वास्ते कोई ना कोई सेवा दरकार है। यू हैव टू डू सम सॉर्ट ऑफ प्रैक्टिकल वर्क। हुण प्रैक्टिकल सेवा जिहड़ी है प्रैक्टिकल है, शब्द पढ़ना इज ऑल थ्योरी। और तुसी भी देखिया कि जिहड़ा इंजीनियरिंग कोर्स है या कोई भी तुसी कोर्स लेंदे हो, सारे साइंटिफिक जिहड़े कोर्सेस ने उन्हां दी एडी वड्डी लैब है। व्हाट इज लैब? इट्स द प्रैक्टिकल वर्क टू अंडरस्टैंड जो कुछ तुसी पढ़िया है कि तुहानूं समझ भी आउंदा कि नहीं। सो गुरबाणी पढ़ लई, वो ते थ्योरी हो गई। हुण इह क्लास जिहड़ी है तुहाडी इह लैब है, गुरुद्वारा है जिथे जाके तुसी अपने विचार सैमीनार्स ने जिथे विचार वटांदरे कर सकते हो, वो तुहाडी लैब है। इसी तरह ही तुसी जिसले गुरुद्वारे जाके सेवा करते हो, किसी गरीब के मूँह च रोटी पाते हो, किसी नंगे नूं कपड़ा देंदे हो, किसी जिहड़ा जिहदे कोल शैल्टर नहीं उन्हें शैल्टर देंदे हो, कोई अनपढ़ है उन्हें विद्या देंदे हो। दैट इज सेवा, दैट इज द प्रैक्टिकल आस्पेक्ट ऑफ गुरबाणी।
और प्रैक्टिकल एस्पेक्ट तो बिना ਤੁਹਾਡੀ ਥਿਊਰੀ ਦਾ ਕੋਈ ਫਾਇਦਾ ਨਹੀਂ ਹੈ। ਜੇ ਥਿਊਰੀ ਸਿਰਫ ਪੜ੍ਹ ਕੇ ਸਾਇੰਟਿਸਟਾਂ ਨੇ ਆਪਣੀ ਕਿਤਾਬ 'ਚ ਬੰਦ ਕਰ ਦਿੱਤੀ ਤੇ ਕੋਈ ਮੈਡੀਸਨ ਨਾ ਬਣਦੀ। ਇਹ ਜਿਤਨੀਆਂ ਮੈਡੀਸਨ ਬਣੀਆਂ ਹੁਣ ਕੋਵਿਡ ਤੁਹਾਡੇ ਸਾਹਮਣੇ ਆ ਨਾ, COVID-19 ਹੁਣ ਤਾਂ ਤੁਸੀਂ ਸਾਰਿਆਂ ਨੇ ਟੀਵੀ ਤੇ ਦੇਖਿਆ ਹੋਣਾ, ਕਿਤਨੇ ਐਕਸਪੈਰੀਮੈਂਟ ਹੋਏ ਨੇ, ਕਿਤਨੇ ਹੀ ਸਾਇੰਟਿਸਟਾਂ ਨੇ ਦਵਾਈ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਦੈਟ ਇਜ਼ ਦੀ ਪ੍ਰੈਕਟੀਕਲ ਐਸਪੈਕਟ ਕਿ ਉਹਨਾਂ ਕੋਲ ਥਿਊਰੀ ਜਿਹੜੀ ਸੀ ਜੇ ਪੁੱਟ ਇਟ ਇਨ ਪ੍ਰੈਕਟਿਸ, ਦਵਾਈ ਬਣੀ, ਵੈਕਸੀਨ ਉਹਨਾਂ ਤੁਹਾਨੂੰ ਲਵਾਈ ਤੇ ਦੁਨੀਆ ਨੂੰ ਬਚਾ ਲਿਆ ਨਾ। ਇਸੇ ਤਰ੍ਹਾਂ ਹੀ ਗੁਰਬਾਣੀ ਪੜ੍ਹ ਕੇ ਇੱਕ ਉਹਨਾਂ ਨੇ ਪ੍ਰੈਕਟੀਕਲ ਐਸਪੈਕਟ ਦੱਸਿਆ, ਸੇਵਾ। ਸੇਵਾ ਕਰੋ, ਸੇਵਾ ਇਜ਼ ਅ ਵੈਕਸੀਨ ਜਿਹੜੀ ਤੁਹਾਨੂੰ ਸ਼ਾਇਦ ਆ ਜਿਹੜਾ ਉੱਤੇ ਦੀ ਤ੍ਰਿਸ਼ਨਾ ਦੀ ਆਗਿਆ ਉਹਦੇ ਤੋਂ ਤੁਹਾਨੂੰ ਬਚਾ ਲੈ। ਸੁਖ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ। ਇੱਕ ਅਨਦਰ ਵੇ ਹੈ ਕਿ ਤੁਸੀਂ ਸੈਕੰਡ ਪ੍ਰੈਕਟੀਕਲ ਜਿਹੜਾ ਤੁਹਾਡਾ ਐਕਸਪੈਰੀਮੈਂਟ ਹੈ ਉਹ ਹੈ, ਅੱਗੇ ਅਸੀਂ ਜਾ ਕੇ ਪੜਾਂਗੇ ਆਪਣਾ ਆਪ ਗਵਾਉਣਾ। ਹਾਊ ਕੈਨ ਯੂ ਗਵਾਓ ਆਪਣਾ ਆਪ। ਨਵਤੇਜ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਕੰਮ ਕੀਤਾ, ਜਿਸ ਵੇਲੇ ਤੁਸੀਂ ਧਿਆਨ ਨਾਲ ਸੁਣਨਾ ਤਾਂ ਫਿਰ ਤੁਸੀਂ ਮੈਨੂੰ ਆਪਣੀ ਰਾਏ ਦੇਣੀ। ਕੈਲਾਸ਼ ਜੀ ਤੁਸੀਂ ਕਹਿੰਦੇ ਹੋ ਮੈਂ ਆਪਣਾ ਕੰਮ ਕੀਤਾ, ਆਈ ਆ ਗਈ, ਮੈਂ ਆਪਣਾ ਕੰਮ ਕੀਤਾ, ਅਸੀਂ ਆਪਣਾ ਕੰਮ ਕੀਤਾ। ਜਿੱਥੇ ਆਈ ਆ ਗਈ ਉਹ ਆ ਜਿਹੜਾ ਵਰਡ ਹੈ ਨਾ, ਵਿੱਚੋਂ ਆਪ ਗਵਾਏ, ਉਹ ਆਪਣੇ ਆਪ ਨੂੰ ਤੁਸੀਂ ਗਵਾਇਆ ਨਹੀਂ ਹੈ। That is not divine, that is ਕਰਮ। ਦੋ ਕਰਮ ਨੇ, ਇੱਕ ਡਿਵਾਈਨ ਕਰਮ, ਇੱਕ ਤੁਹਾਡੇ ਆਪਣੇ ਇੰਡੀਵਿਜੂਅਲ ਕਰਮ। ਇੱਕ ਬੰਦਾ ਤੁਸੀਂ ਜਾ ਰਹੇ ਹੋ ਸੜਕ ਤੇ, ਇੱਕ ਬੰਦਾ ਉੱਥੇ ਫੱਟੜ ਪਿਆ ਆ, ਤੁਸੀਂ ਕਿਧਰੇ ਜਾ ਰਹੇ ਹੋ, ਤੁਸੀਂ ਫਟਾਫਟ ਥੱਲੇ ਉਤਰ ਕੇ ਉਹਨੂੰ ਆਪਣੀ ਕਾਰ 'ਚ ਪਾਉਂਦੇ ਹੋ, ਹਸਪੀਟਲ ਲੈ ਜਾਂਦੇ ਹੋ। ਦਿਸ ਇਜ਼ ਏ ਡਿਵਾਈਨ ਕਰਮ। ਇਹ ਤੁਸੀਂ ਆਪ ਨਹੀਂ ਕੀਤਾ, ਤੁਹਾਡੇ ਅੰਦਰ ਜਿਹੜੀ ਬੁੱਧੀ ਸੀ ਇੱਥੇ ਕਿਧਰੇ, ਉਹਨੇ ਤੁਹਾਨੂੰ ਪ੍ਰੇਰਿਆ ਕਿ ਬੀਇੰਗ ਏ ਸਿੱਖ ਇਟ ਇਜ਼ ਯੋਰ ਡਿਊਟੀ ਟੂ ਸਰਵ। ਚੁੱਕ ਇਹਨੂੰ ਲੈ ਜਾ ਹਸਪੀਟਲ। ਡਿਊਟੀ ਕਰਦੇ ਹੋ ਨਾ, ਜਿਸ ਵੇਲੇ ਡਿਊਟੀ ਤੁਸੀਂ ਕਰਦੇ ਹੋ। ਜੀ ਮੈਂ ਗੁਰਦੁਆਰੇ ਸੇਵਾ ਕਰਨ ਚੱਲਿਆ, ਹੋ ਗਿਆ ਨਾ ਕਰਮ, ਇਹ ਕਰਮ ਬਣ ਗਿਆ ਨਾ, ਮੈਂ ਚੱਲਿਆ। ਇੱਥੇ ਤੁਸੀਂ ਉਸ ਵੂੰਡਡ ਬੰਦੇ ਨੂੰ ਨਹੀਂ ਚੁੱਕਿਆ, ਪਰਮਾਤਮਾ ਨੇ ਤੁਹਾਨੂੰ ਪ੍ਰੇਰਿਆ, ਚੁੱਕ ਲੈ। That is a divine ਕਰਮ। ਇਹ ਹੈ ਆਪਣੇ ਆਪ ਚ ਗਵਾਉਣਾ। ਸੋ ਡਿਵਾਈਨ ਕਰਮ ਇਜ਼ ਇੰਪੋਰਟੈਂਟ। ਆਮ ਕਿਉਂਕਿ ਦੂਜੇ ਕਰਮ ਤਾਂ ਅਸੀਂ ਕਰਦੇ ਆ ਰੋਜ਼, ਇਹ ਨਹੀਂ ਕੋ ਕਰਮ ਮਾੜੇ ਨੇ, ਉਹ ਵੀ ਅੱਛੇ ਤੇ ਬੁਰੇ ਹੋਣਗੇ, ਪਰ ਵੀ ਨੀਡ ਆਪਣੇ ਆਪ ਨੂੰ ਗਵਾਉਣਾ। ਮਤਲਬ ਜਿਸ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਕੌਣ ਹੋ। ਮੈਂ ਜਾ ਰਿਹਾ ਪਿਕਚਰ, ਮੈਂ ਜਾ ਰਿਹਾ ਪਾਰਟੀ, ਮੈਂ ਫੱਟੜ ਦੇਖਿਆ ਭੁੱਲ ਗਿਆ, ਪਾਰਟੀ ਭੁੱਲ ਗਿਆ, ਪਿਕਚਰ ਉਤਰਿਆ ਕਾਰ ਚੋਂ, ਫੱਟੜ ਨੂੰ ਰੱਖਿਆ, ਲੈ ਗਿਆ। ਕਿਸੇ ਨੂੰ ਦੱਸੇ ਬਗੈਰ ਆਪਣੇ ਕਰਮ ਕਰੋ, ਨਹੀਂ ਦੱਸੇ ਬਗੈਰ। ਡਿਵਾਈਨ ਡਿਊਟੀ। ਗੁਰਮੁਖ ਉਦਾਸੀ ਸੋ ਕਰੇ ਜੋ ਸੱਚੇ ਰਹੇ ਲਿਵ ਲਾਏ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਆਪ ਨੂੰ ਡਿਟੈਚ ਕਰਦੇ ਹੋ ਔਰ ਵਾਹਿਗੁਰੂ ਦਾ ਨਾਮ ਜਪਣ ਲਈ ਆਪਣੇ ਆਪ ਨੂੰ ਤਿਆਰ ਕਰਦੇ ਹੋ। ਚਿੰਤਾ ਮੂਲ ਨਾ ਹੋਵਈ ਹਰ ਨਾਮਾ। ਫਿਰ ਆ ਗਿਆ, ਹੁਣ ਇੱਥੇ ਪਤਾ ਆ ਗਿਆ ਰਜ਼ਾ ਦਾ, ਰਜ਼ਾ ਖਾਏ। ਸੋ ਪਹਿਲਾਂ ਉਹਨਾਂ ਨੇ ਕਿਹਾ ਵਾਹਿਗੁਰੂ ਦਾ ਨਾਮ ਲੈਣਾ, ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਫੇਕ ਫੂਕ ਨੂੰ ਛੱਡੋ, ਫਿਰ ਉਹਨਾਂ ਨੇ ਕਿਹਾ ਸੇਵਾ ਕਰੋ, ਹੁਣ ਉਹਨਾਂ ਨੇ ਕਿਹਾ ਰਜ਼ਾ ਵਿੱਚ ਰਹੋ। ਵਾਟ ਇਜ਼ ਰਜ਼ਾ? ਕੋਈ ਆਰਡੀਨਰੀ ਵਰਡ ਦੱਸੋ ਜਵਿੰਦਰ। ਉਹਦੀ ਹੁਕਮ ਵਿੱਚ ਰਹੋ, ਉਹਦੀ ਰਜ਼ਾ। ਹੁਣ ਇਹ ਵੀ ਤੁਹਾਨੂੰ ਬਾਅਦ ਚ ਮੈਂ ਪੁੱਛਾਂਗਾ, ਉਹਦਾ ਹੁਕਮ ਤੁਸੀਂ ਕਿੱਥੋਂ ਲੱਭਦੇ ਹੋ ਤੇ ਉਹਦਾ ਹੁਕਮ ਤੁਸੀਂ ਕਿਵੇਂ ਮੰਨਦੇ ਹੋ। ਨਾਨਕ ਨਾਮ ਬਿਨਾ ਨਾ ਛੂਟੇ ਹਉਮੈ ਪਚੇ। ਹੁਣ ਆ ਗਿਆ ਵਰਡ ਹਉਮੈ, ਤੇ ਪਹਿਲਾਂ ਸੀ ਤ੍ਰਿਸ਼ਨਾ ਤੁਹਾਡੀ ਦੁਸ਼ਮਣ, ਹੁਣ ਆ ਗਈ ਹੈ ਹਉਮੈ ਤੁਹਾਡੀ ਦੁਸ਼ਮਣ। ਤੇ ਹਉਮੈ ਨੇ ਹੀ ਸਾਰਾ ਬੇੜਾ ਗਰਕ ਕੀਤਾ ਹੋਇਆ, ਹਉਮੈ ਹੀ ਆਈ ਹੈ, ਹਉਮੈ ਹੀ ਮੈਂ ਆ। ਜਿਨ ਹਰ ਨਾਮ ਧਿਆਇਆ, ਹੁਣ ਤੁਹਾਨੂੰ ਉਹ ਦੱਸ ਰਹੇ ਨੇ ਬਈ ਤੁਹਾਨੂੰ ਕੀ ਮਿਲ ਜਾਏਗਾ। ਤੁਸੀਂ ਅਗਰ ਉਸ ਫੱਟੜ ਨੂੰ ਚੁੱਕ ਕੇ ਲੈ ਗਏ ਹੋ ਹਸਪੀਟਲ, ਇੱਕ ਚੀਜ਼ ਯਾਦ ਰੱਖਣੀ, ਇਹ ਬਹੁਤ ਇੰਪੋਰਟੈਂਟ ਹੈ ਪਰਮਜੀਤ ਜੀ, ਧਿਆਨ ਨਾਲ ਸੁਣੋ। ਜੋ ਕੁਛ ਵੀ ਤੁਸੀਂ ਕਰਦੇ ਹੋ, ਜੋ ਕੁਛ ਵੀ ਲਾਈਫ ਵਿੱਚ ਤੁਸੀਂ ਕਰਦੇ ਹੋ, ਉਹ ਰਿਕਾਰਡ ਹੁੰਦਾ, ਪਰਮਾਤਮਾ ਦੀ ਬੁੱਕ ਵਿੱਚ ਰਿਕਾਰਡ ਹੁੰਦਾ। ਇਹ ਕਦੀ ਨਾ ਭੁੱਲੋ ਕਿ ਮੈਂ ਇਹ ਲੁਕ ਛੁਪ ਕੇ ਕਰ ਲਾਂਗੇ ਤੇ ਰਿਕਾਰਡ ਨਹੀਂ ਹੋਏਗਾ। Every single action of yours is being recorded.
ਉਹਨੂੰ ਹੀ ਤੁਸੀਂ ਕਰਮ ਥਿਊਰੀ ਕਹਿੰਦੇ ਹੋ। ਹੁਣ ਪੌੜੀ ਵਿੱਚ ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਜਿਨ ਹਰ ਹਰ ਨਾਮ ਤੇ ਆਇਆ ਤਿੰਨੀ ਪਾਇੜੇ ਸਰਬ ਸੁਖਾ। ਪਾਇੜਾ ਮੀਨਸ ਪਾਣਾ, ਉਹਨਾਂ ਨੂੰ ਹੀ ਸੁਖ ਮਿਲੇਗਾ। ਔਰ ਉਹ ਪਹਿਲਾਂ ਦੱਸ ਚੁੱਕੇ ਨੇ ਕਿ ਨਾਮ ਧਿਆਣਾ, ਉਹਦੇ ਵਾਸਤੇ ਪ੍ਰੈਕਟੀਕਲ ਕੰਮ ਕਰਨ ਦੀ ਲੋੜ ਹੈ। ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲੱਗੀ ਭੁੱਖ। ਫਿਰ ਇਹ ਰਿਪੀਟ ਹੀ ਹੈ ਕਿ ਤੁਹਾਨੂੰ ਸਫਲ ਜਨਮ ਤੁਹਾਡਾ ਤਾਂ ਹੀ ਹੈ ਜੇ ਤੁਹਾਡੇ ਅੰਦਰ ਇੱਥੇ ਨਾਮ ਦੀ ਭੁੱਖ ਹੈ। ਜਿਨ੍ਹਾਂ ਗੁਰ ਕੇ ਬਚਨ ਅਰਾਧਿਆ ਵਿਸਰ ਗਏ ਸਭ ਦੁੱਖ। ਤੇ ਜਿਨ੍ਹਾਂ ਨੇ ਉਹਦਾ ਨਾਂ ਆਰਾਧ ਲਿਆ, ਉਹਦਾ ਨਾਂ ਜਪ ਲਿਆ, ਉਹਦਾ ਨਾਂ ਸੀਨੇ ਅੰਦਰ ਵਸਾ ਲਿਆ, ਆਪ ਹਉਮੈ ਛੱਡ ਦਿੱਤੀ ਹੈ, ਛੱਡ ਦਿੱਤੀ ਹੈ, ਫਿਰ ਉਹਨਾਂ ਨੂੰ ਸਾਰੇ ਦੁੱਖ ਉਹਨਾਂ ਦੇ ਖਤਮ ਹੋ ਜਾਣਗੇ। ਤੇ ਸੰਤ ਭਲੇ ਗੁਰਮੁਖ ਹੈ, ਜਿਹਨੂੰ ਨਾ ਹੀ ਚਿੰਤ ਪਰਾਈ ਚੁੱਖਾ। ਤੇ ਫਿਰ ਉਹਨਾਂ ਨੂੰ ਕੋਈ ਚਿੰਤਾ ਵੀ ਇਸ ਸੰਸਾਰ ਵਿੱਚ ਦੁੱਖ ਨਹੀਂ ਦੇਗੀ। ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਹਨੇ ਅੰਮ੍ਰਿਤ ਫਲ ਹਰ ਲਾਗੇ ਮੁਖਾ। ਹੁਣ ਤੁਸੀਂ ਇੱਥੇ ਗੁਰੂ ਨੂੰ ਟੀਚਰ ਕਹਿ ਲਓ, ਗੁਰੂ ਨੂੰ ਵਾਹਿਗੁਰੂ ਕਹਿ ਲਓ, ਕਿ ਤੁਹਾਨੂੰ ਐਕਚੁਅਲੀ ਜਿਹੜਾ ਫਰੂਟ ਹੈ, ਤੁਹਾਡਾ ਜਿਹੜਾ ਰਿਜ਼ਲਟ ਹੈ, ਵਾਹਿਗੁਰੂ ਨੇ ਹੀ ਦੇਣਾ। ਔਰ ਤੁਸੀਂ ਉਹਨੂੰ ਮੁਖ ਤੋਂ ਬੋਲ ਲਓ, ਤੁਸੀਂ ਉਹਨੂੰ ਆਪਣੇ ਹੱਥਾਂ ਦੇ ਨਾਲ ਸੇਵਾ ਦੇ ਨਾਲ ਅਪਣਾ ਲਓ। ਇਟ ਇਜ਼ ਆਲ ਅਪ ਟੂ ਯੂ। ਗੁਰੂ ਨਾਨਕ ਸਾਹਿਬ ਜੀ ਨੇ 3 ਡਿਫਰੈਂਟ ਤਰੀਕੇ ਦੱਸੇ ਨੇ ਉਸ ਅਕਾਲ ਪੁਰਖ ਤੱਕ ਪਹੁੰਚਣ ਦਾ ਰਸਤਾ ਦੱਸਿਆ। ਉਹਨੂੰ ਤੁਸੀਂ ਬਲੀਵ ਕਰ ਲਓ, ਉਹਦਾ ਨਾਮ ਤੁਸੀਂ ਸੁਣ ਲਓ, ਉਹਦਾ ਨਾਮ ਤੁਸੀਂ ਕਹਿ ਲਓ। ਹੁਣ ਅਸੀਂ ਅੱਜ ਗੁਰੂ ਰਾਮਦਾਸ ਜੀ ਤੇ ਚੱਲਦੇ ਹਾਂ, ਤਾਂ ਕਿ ਤੁਸੀਂ ਜ਼ਿਆਦਾ ਟਾਈਮ ਨਹੀਂ ਮੈਂ ਲਵਾਂਗਾ। ਕੁਛ ਤੁਹਾਡੇ ਕੋਲ ਸਵਾਲ ਪੁੱਛਾਂਗਾ ਗੁਰੂ ਰਾਮਦਾਸ ਜੀ ਦੇ ਬਾਰੇ, ਕਿਉਂਕਿ ਅੱਜ ਅਸੀਂ ਸਾਨੂੰ ਸਾਰਿਆਂ ਨੂੰ ਜੋ ਕੁਛ ਪਤਾ ਸੋਚ ਕਰਕੇ ਮੈਂ ਉਹ ਤੁਹਾਡੇ ਕੋਲ ਕੁਐਸਚਨ ਨਹੀਂ ਪੁੱਛਦਾ ਕਿ ਗੁਰੂ ਰਾਮਦਾਸ ਜੀ ਲਾਹੌਰ, ਚੂਨਾ ਮੰਡੀ ਲਾਹੌਰ ਵਿੱਚ ਉਹਨਾਂ ਦਾ ਜਨਮ ਹੈਗਾ। ਇਹ ਉਹਨਾਂ ਦਾ ਤੁਸੀਂ ਦੇਖ ਕੇ ਆਇਓ ਜਿਸ ਵੇਲੇ ਹਾਂਜੀ ਡਾਕਟਰ, ਹਾਂਜੀ ਗਏ ਸੀ ਜੀ, ਗਏ ਸੀ ਚੂਨਾ ਮੰਡੀ। ਹਾਂਜੀ ਡਾਕਟਰ, ਚੂਨਾ ਮੰਡੀ ਗਏ ਸੀ, ਪਰ ਜਦੋਂ ਤੁਸੀਂ ਗਏ ਸੀ ਉਦੋਂ ਤੁਸੀਂ ਕਹਿੰਦੇ ਸੀ ਗੁਰਦੁਆਰਾ ਛੋਟਾ, ਹੁਣ ਤਾਂ ਗੁਰਦੁਆਰਾ ਕਾਫੀ ਵੱਡਾ ਬਣਿਆ। ਹੁਣ ਉੱਥੇ ਗੁਰਦੁਆਰੇ ਦੇ ਕੋਲ ਜਿਹੜੀ ਬੌਲੀ ਸਾਹਿਬ ਸੀ ਉਹ ਹੈ, ਗੁਰਦੁਆਰੇ ਦੇ ਕੋਲ ਬੌਲੀ ਸਾਹਿਬ ਹੈ ਜੀ। ਓਕੇ, ਕਿਉਂਕਿ ਉਹ ਜਦੋਂ ਬਾਬਰ ਆਇਆ ਜਾਂ ਉਸ ਤੋਂ ਬਾਅਦ ਮੇਰੇ ਖਿਆਲ ਜਹਾਂਗੀਰ ਦੇ ਵੇਲੇ ਵੀ ਉਹਨੂੰ ਢਾਹ ਦਿੱਤਾ ਗਿਆ ਸੀ। ਜਹਾਂਗੀਰ ਦੇ ਵੇਲੇ ਸੌਰੀ, ਕਿਉਂਕਿ ਗੁਰੂ ਅਰਜਨ ਨੇ ਬਣਾਈ ਸੀ ਤੇ ਜਹਾਂਗੀਰ ਨੇ ਉਹਨੂੰ ਢਾਹ ਦਿੱਤਾ ਸੀ ਜਾਂ ਉਹਨੂੰ ਪੁਰ ਕਰ ਦਿੱਤਾ ਸੀ। ਬਾਬਰ ਤੇ ਮੈਂ ਗਲਤ ਕਿਹਾ, ਲੇਕਿਨ ਫਿਰ ਸਿੱਖਾਂ ਨੇ ਉਹਨੂੰ ਦੁਬਾਰਾ ਬਣਾਤਾ ਸੀ ਤੇ ਜਸਬੀਰ ਨੇ ਐਡਾ ਵੱਡਾ ਸਿਹਰਾ ਲਾਇਆ ਕਿ ਬੌਲੀ ਸਾਹਿਬ ਉੱਥੇ ਹੈ ਸੀ। ਨਹੀਂ, ਉਹ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੈ ਨਾ, ਉਹਦੇ ਨਾਲ ਉਹਨਾਂ ਛੋਟਾ ਜਿਹਾ ਬਣਾਇਆ, ਛੋਟਾ ਜਿਹਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਇਹਦੇ ਵਿੱਚ ਬਾਬਾ ਜੀ ਨੂੰ ਨਲਾਇਆ ਗਿਆ ਸੀ। ਬੌਲੀ ਸਾਹਿਬ, ਉਹਨੂੰ ਬੌਲੀ ਸਾਹਿਬ ਉਹਨਾਂ ਨੂੰ ਕਿਹਾ ਇਸ ਤਰ੍ਹਾਂ। ਜਿਹੜੀ ਤੁਸੀਂ ਬੌਲੀ ਸਾਹਿਬ ਕਹਿੰਦੇ ਕਿੱਥੇ ਸੀਗੀ ਜੀ? ਕੈਲਾਸ਼ ਵੀ ਆਪਣਾ ਐਕਸਪੀਰੀਅੰਸ ਦੱਸਣਗੇ ਜਦੋਂ ਉਹ ਚੂਨਾ ਮੰਡੀ ਲਾਹੌਰ ਗਏ ਨੇ, ਉਹਨਾਂ ਨੇ ਉੱਥੇ ਕੀ ਕੀਤਾ ਸੀ ਆ ਕੇ, ਜੇ ਉਹਨਾਂ ਨੂੰ ਯਾਦ ਹੈ ਤੇ। ਬਿਲਕੁਲ ਯਾਦ ਹੈ, we were all there। ਅਸੀਂ ਜਦੋਂ ਗਏ ਸੀ ਸ਼ਾਮ ਦਾ ਵੇਲਾ ਸੀ ਤੇ ਇੱਕਦਮ ਉਹ ਦਰਵਾਜ਼ਾ, ਪਹਿਲਾਂ ਤੇ ਸਾਰਾ ਕੁਝ ਬੰਦ ਸੀ, ਫਿਰ ਅਸੀਂ ਸਾਰੇ ਦੇ ਅੰਦਰ ਗਏ ਤੇ ਫਿਰ ਇੱਕ ਕਿਸੇ ਨੇ ਦਰਵਾਜ਼ਾ ਖੋਲਿਆ ਤੇ ਫਿਰ ਅਸੀਂ ਉੱਥੇ ਬਾਬਾ ਜੀ ਦੀ ਫੋਟੋ ਹੀ ਪਈ ਹੋਈ ਸੀ, ਕੋਈ ਪ੍ਰਕਾਸ਼ ਨਹੀਂ ਸੀ ਹੋਇਆ। ਫਿਰ ਅਸੀਂ ਉੱਥੇ ਸਾਰਿਆਂ ਨੇ ਰਲ ਕੇ ਅਸੀਂ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ, ਕੀਰਤਨ ਸੋਲੇ ਦਾ ਪਾਠ ਕੀਤਾ ਸੀ ਤੇ we were all very very emotional there। ਵੈਰੀ ਗੁੱਡ, ਬਿਲਕੁਲ ਯਾਦ ਹੈ ਕੈਲਾਸ਼ ਨੂੰ। ਉੱਥੇ ਸਾਰਿਆਂ ਨੇ ਅਸੀਂ ਮਿਲ ਕੇ ਸਫਾਈ ਕੀਤੀ, ਉੱਥੇ ਬੈਠ ਕੇ ਫਿਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਫਿਰ ਉਹ ਮੁਸਲਿਮ ਬੰਦਾ ਸੀ, ਫਿਰ ਉਹਨੇ ਸਾਡੇ ਲਈ ਸਾਰਿਆਂ ਲਈ ਇੱਕ ਛੋਟਾ ਪੈਕੇਟ ਜੂਸ ਦਾ ਲਿਆ ਕੇ ਸਾਨੂੰ ਸਾਰਿਆਂ ਨੂੰ ਦਿੱਤਾ ਤੇ ਫਿਰ ਉਹਨੇ ਕਿਹਾ ਕਿ ਕਿਉਂਕਿ ਇੱਥੇ ਸੰਗਤ ਬਹੁਤ ਨਹੀਂ ਆਉਂਦੀ, ਇਸ ਕਰਕੇ ਅਸੀਂ ਬੰਦ ਰੱਖਿਆ ਤੇ ਜਦੋਂ ਕੋਈ ਆਵੇ ਉਹ ਕਹੇ ਕਿ ਅਸੀਂ ਦਰਸ਼ਨ ਕਰਨੇ ਆ, ਅਸੀਂ ਜ਼ਰੂਰ ਖੋਲ ਕੇ ਦਰਸ਼ਨ ਕਰਾਂਗੇ। ਇੱਕ ਅਸੀਂ ਹੋਰ ਕਹਿੰਦੇ ਹਾਂ, ਇਹ ਗੁਰਦੀਪ ਜਵਾਬ ਦੇਗਾ ਜਾਂ ਨਵਤੇਜ ਦੇਗਾ। ਗੁਰੂ ਰਾਮਦਾਸ ਜੀ ਦੇ ਬਾਰੇ ਇੱਕ ਸਟੈਂਜ਼ਾ, ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤੇ ਵੇ ਸੰਭਾਰਿਆ, ਇਹ ਕਿਹਨੇ ਲਿਖਿਆ? ਸਤਨ ਬਲਵੰਡ। ਓਕੇ, ਸਤਨ ਬਲਵੰਡ ਨੇ ਕਿੱਥੇ ਲਿਖਿਆ? ਉਹਦੀ ਵਾਰ ਦੇ ਵਿੱਚ। ਬਿਲਕੁਲ ਠੀਕ ਹੈ। ਕਿੰਨੀਆਂ ਵਾਰਾਂ ਨੇ ਉਹਨਾਂ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ? ਇੱਕ ਹੀ ਆ ਜੀ, ਜਸਟ ਵਨ। ਕੀ ਰਿਸ਼ਤਾ ਹੈ ਸਤ ਤੇ ਬਲਵੰਡ ਦਾ ਆਪਸ ਵਿੱਚ? ਫਾਦਰ ਐਂਡ ਸਨ, ਕਈ ਕਹਿੰਦੇ ਫਾਦਰ ਐਂਡ ਸਨ, ਕਈ ਕਹਿੰਦੇ ਬ੍ਰਦਰ ਸੀਗੇ, ਪਰ
ਮਨੀ ਬਲਿੰਦਾ ਵੀ ਫਾਦਰ ਐਂਡ ਸਨ ਸੀਗੇ। ਕਿਹੜੇ ਗੁਰੂ ਸਾਹਿਬ ਤੋਂ ਲੈ ਕੇ ਤੇ ਹੁਣ ਨਵਤੇਜ ਦੱਸੇਗਾ ਕਿਹੜੇ ਗੁਰੂ ਸਾਹਿਬ ਤੋਂ ਲੈ ਕੇ ਤੇ ਕਿਹੜੇ ਗੁਰੂ ਸਾਹਿਬ ਤੱਕ ਉਹਨਾਂ ਨੇ ਸੇਵਾ ਕੀਤੀ ਆ। ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ। ਕਰੈਕਟ ਕਰੋ ਪਰਮਜੀਤ। ਹਾਂ, ਗੁਰੂ ਅੰਗਦ ਦੇਵ ਜੀ ਗੁਰੂ ਤੋਂ ਅੰਗਦ ਗੁਰੂ ਅਰਜਨ ਦੇਵ ਦੇਵ ਜੀ। ਗੁਰੂ ਅੰਗਦ ਦੇਵ ਤੋਂ ਲੈ ਕੇ ਤੇ ਗੁਰੂ ਅਰਜਨ ਦੇਵ ਜੀ ਤੱਕ ਉਹਨਾਂ ਨੇ ਸੇਵਾ ਕੀਤੀ ਹੈ। ਗੁਰੂ ਘਰ ਦੇ ਕੀਰਤਨੀਏ ਰਹੇ ਨੇ ਔਰ ਐਜ਼ ਏ ਰਿਜ਼ਲਟ ਉਹਨਾਂ ਦੀ ਇਹ ਜਿਹੜੀ ਵਾਰ ਹੈ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀ ਹੈ। ਉਹਨਾਂ ਨੂੰ ਜਦੋਂ ਗੁਰਗੱਦੀ ਦਿੱਤੀ ਗੁਰੂ ਅਮਰਦਾਸ ਜੀ ਨੇ ਉਹ ਗੋਇੰਦਵਾਲ ਸੀ ਔਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਇਮੀਡੀਏਟਲੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਾਹਿਬ ਚਲੇ ਗਏ ਨੇ ਔਰ ਲੇਕਿਨ ਉਹ ਜੋਤੀ ਜੋਤ ਸਮਾਏ ਨੇ ਫਿਰ ਮੁੜ ਕੇ ਗੋਇੰਦਵਾਲ। ਔਰ ਇਹਦਾ ਜਵਾਬ ਹਮੇਸ਼ਾ ਵਜ਼ੀਰ ਸਿੰਘ ਜੀ ਦੱਸਦੇ ਹੁੰਦੇ ਨੇ ਸਾਨੂੰ ਕਿ ਇਸ ਤਰ੍ਹਾਂ ਕਿਉਂ ਹੋਇਆ, ਰਹਿੰਦੇ ਤੇ ਅੰਮ੍ਰਿਤਸਰ ਸਨ ਤੇ ਉਹ ਜੋਤੀ ਜੋਤ ਗੋਇੰਦਵਾਲ ਕਿਉਂ ਸਮਾਏ। ਵਜ਼ੀਰ ਜੀ ਉਹਨਾਂ ਦੀ ਮਰਜ਼ੀ, there is no scientific proof for that, ਕਿ ਕਹਿੰਦੇ ਕਿ ਆਪਣੇ ਮੁੰਡੇ ਤੋਂ ਤੰਗ ਆ ਕੇ ਸ਼ਾਂਤੀ ਨਾਲ ਮਰਨਾ ਚਾਹੁੰਦੇ ਸੀ। It is all what he wanted. I don't think ਕੋਈ ਵੀ ਗੁਰੂ ਕਿਸੇ ਤੋਂ ਤੰਗ ਆ ਕੇ ਕੋਈ ਏਦਾਂ ਦਾ ਸਟੈਪ ਚੁੱਕੇਗਾ। ਉਹਨਾਂ ਦੀ ਮਰਜ਼ੀ ਸੀ, ਰੱਬ ਦੀ ਮਰਜ਼ੀ ਸੀ। ਇੱਕ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਰਜ਼ੀ ਸੀ, ਪਰ ਜੋ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਤੇ ਉਹਨਾਂ ਦਾ ਜਿਹੜਾ ਬੇਟਾ ਸੀ ਵੱਡਾ, ਉਹ ਕਿਉਂਕਿ ਹਰ ਬੰਦਾ ਚਾਹੁੰਦਾ ਪੀਸਫੁਲ ਲਾਈਫ, ਦੁਨੀਆ ਤੇ ਕਾਫੀ ਉਹਨੇ ਪ੍ਰਿਥੀ ਚੰਦ ਨੇ ਉਹਨਾਂ ਨੂੰ ਤੰਗ ਕੀਤਾ ਸੀ। ਦੂਜਾ ਇਹ ਹੈ ਕਿ ਚੂੰਕਿ ਉਹਨਾਂ ਦਾ ਜੰਮਪਲ ਜਿਹੜਾ ਹੈ, ਉਹਨਾਂ ਦਾ ਜਵਾਨੀ ਜਿਹੜੀ ਹੈ, ਉਹਨਾਂ ਦੀ ਮੈਰਿਜ ਜਿਹੜੀ ਹੈ, ਜੰਮਪਲ ਤਾਂ ਨਹੀਂ ਹੈ, ਜਵਾਨੀ ਜਿਹੜੀ ਹੈ ਉਹਨਾਂ ਦੀ ਮੇਨ ਸੇਵਾ ਜਿਹੜੀ ਉਹਨਾਂ ਦੀ ਹੈ ਉਹ ਤੇ ਸਾਰੀ ਗੋਇੰਦਵਾਲ ਹੈ। ਸੋ ਉਹਨਾਂ ਦਾ ਲਿੰਕ ਹੈ ਜਿਸ ਤਰ੍ਹਾਂ ਸੀ ਜਦੋਂ ਹਿੰਦੁਸਤਾਨ ਤੋਂ ਆਏ। ਹੁਣ ਤੇ ਖੈਰ ਤੁਸੀਂ ਮੈਂ ਇਹ ਤੇ ਸਿਰਫ ਮੈਂ ਕੈਲਾਸ਼ ਤੇ ਕਹਿ ਸਕਦੀ ਕੇਨੀਆ ਵਾਸਤੇ, ਮੈਂ ਤੇ ਵਜ਼ੀਰ ਕਹਿ ਸਕਦੇ ਹਿੰਦੁਸਤਾਨ ਵਾਸਤੇ, ਮਹਿੰਦਰ ਕਹਿ ਸਕਦਾ ਹਿੰਦੁਸਤਾਨ ਵਾਸਤੇ, ਜਿਹੜਾ ਦੀ ਹੁਣ ਏਜ ਹੈ ਕਿ ਅਸੀਂ ਜਦੋਂ ਇੰਡੀਆ ਤੋਂ ਆਏ ਤੇ ਕਿੰਨਾ ਮਿਸ ਕਰਦੇ ਸੀ ਔਰ ਹਰ ਸਾਲ ਇੱਕ ਵਾਰੀ ਜ਼ਰੂਰ ਜਾਂ ਦੋ ਵਾਰੀ ਚੱਕਰ ਜ਼ਰੂਰ ਹਿੰਦੁਸਤਾਨ ਦਾ ਲਾਣਾ। ਸੋ ਗੁਰੂ ਰਾਮਦਾਸ ਜੀ ਚੂੰਕਿ ਉਹਨਾਂ ਦਾ ਸਾਰਾ ਜੀਵਨ ਹੀ ਉਹ ਅੰਮ੍ਰਿਤਸਰ ਆ ਕੇ ਤੇ ਸਿਰਫ 5-6 ਸਾਲ ਹੀ ਰਹੇ ਨੇ ਔਰ ਪਿਛਲੇ ਜਿਸੇ ਤੁਹਾਨੂੰ ਪੂਰੇ ਅਮਰਜੀਤ ਦੱਸੇ ਹੁੰਦੇ ਸੀ 7 ਸਾਲ ਲਾਹੌਰ, 5 ਸਾਲ ਬਾਸਰ ਕੇ, 6 ਸਾਲ ਖਡੂਰ ਤੇ ਉਸ ਤੋਂ ਬਾਅਦ ਸਾਰਾ ਤੇ ਗੋਇੰਦਵਾਲ ਹੀ ਹੈ। ਸੋ ਨੈਚੁਰਲੀ ਫਿਰ ਉਹਨਾਂ ਨੇ ਜੋ ਵਜ਼ੀਰ ਨੇ ਕਿਹਾ ਲਾਸਟ ਤੋਂ ਹੀ ਠੱਪਾ ਲਾ ਦਿਓ ਕਿ ਫਿਰ ਉਹਨਾਂ ਦਾ ਦਿਲ ਸੀ ਕਿ ਮੈਂ ਆਪਣੇ ਜਿਹੜਾ ਸਰੀਰ ਹੈ ਉਹ ਗੋਇੰਦਵਾਲ ਹੀ ਛੱਡਾਂ। ਉਹਨਾਂ ਦਾ ਵਿਆਹ ਵੀ ਉੱਥੇ ਹੋਇਆ। ਸੋ ਦੇਰ ਆਰ ਨੰਬਰ ਆਫ ਪੁਆਇੰਟਸ। ਇੱਕ ਉਹਨਾਂ ਦੀ ਜੀਵਨ ਦੀ ਬਹੁਤ ਵੱਡੀ ਅਚੀਵਮੈਂਟ ਸੀ ਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਅਕਬਰ ਕੋਲ ਭੇਜਿਆ ਸੀ। ਹਾਲੇ ਗੁਰੂ ਨਹੀਂ ਸੀ ਬਣੇ ਜਿਸ ਵੇਲੇ ਕੁਝ ਪੰਡਤਾਂ ਨੇ ਤੇ ਕੁਝ ਮੌਲਵੀਆਂ ਨੇ ਸ਼ਿਕਾਇਤ ਕੀਤੀ ਸੀ। ਹੀ ਵਾਸ ਓਨਲੀ 33 ਐਟ ਦੈਟ ਟਾਈਮ ਜਦੋਂ ਉਹਨਾਂ ਨੇ ਅਕਬਰ ਕੋਲ ਜਾ ਕੇ ਉਹਨਾਂ ਨੇ 2 ਸਰੋਵਰ ਬਣਾਏ ਨੇ। ਉਹ 2 ਸਰੋਵਰਾਂ ਦੇ ਨਾਂ ਚਾਹੀਦੇ ਨੇ ਮੈਨੂੰ। ਅੰਮ੍ਰਿਤਸਰ, ਰਾਮਸਰ, ਅੰਮ੍ਰਿਤਸਰ ਤੇ ਦੂਸਰਾ ਹਰਮੰਦਰ ਸਾਹਿਬ। ਨਹੀਂ ਉਹ ਤਾਂ ਰਾਮਸਰ ਹੀ ਹੋ ਗਿਆ ਨਾ। ਰਾਮਸਰ ਨਹੀਂ, ਰਾਮਸਰ ਤਾਂ ਨਹੀਂ, ਇੱਕ ਤੇ ਅੰਮ੍ਰਿਤਸਰ ਦਾ ਸਰੋਵਰ ਹੋ ਗਿਆ, ਦੂਜਾ ਸੰਤੋਖਸਰ, ਦੂਸਰਾ ਸੰਤੋਖਸਰ ਹੈ। ਕਿਸੇ ਨੇ ਦੇਖਿਆ ਸੰਤੋਖਸਰ? ਵਜ਼ੀਰ ਨੇ ਦੇਖਿਆ, ਗੁਰਦੀਪ ਜੀ ਦੇਖਿਆ? ਤੁਸੀਂ ਕਿੰਨੀ ਦੂਰ ਆ ਹਰਮੰਦਰ ਸਾਹਿਬ ਤੋਂ? Oh, that I can't remember, but definitely ਸੀ ਗਏ ਉੱਥੇ। ਅੱਛਾ, ਖੈਰ ਬਹੁਤ ਨੇੜੇ ਹੈ। ਥੋੜੀ ਜਿਹੀ ਸੜਕ 5 ਮਿੰਟ ਦਾ ਰਸਤਾ ਵੀ ਨਹੀਂ ਹੈ। ਬਿਲਕੁਲ। ਜਦੋਂ ਪਹਿਲਾਂ ਆਏ ਨੇ ਗੁਰੂ ਰਾਮਦਾਸ ਜੀ, ਉਹਨਾਂ ਨੇ ਸੰਤੋਖਸਰ ਦੀ ਸੇਵਾ ਹੀ ਸ਼ੁਰੂ ਕੀਤੀ ਹੈ। ਹਰਮੰਦਰ ਸਾਹਿਬ ਦਾ ਜਿਹੜਾ ਸਰੋਵਰ ਜਿਹਨੂੰ ਹੁਣ ਅੱਜ ਸਰੋਵਰ ਕਹਿੰਦੇ ਉਹ ਸੇਵਾ ਉਹਨਾਂ ਨੇ ਉਸ ਤੋਂ ਬਾਅਦ ਸ਼ੁਰੂ ਕੀਤੀ ਹੈ। ਉਦੋਂ ਤੱਕ ਸੰਤੋਖਸਰ ਦਾ ਨਾਂ ਸੰਤੋਖਸਰ ਨਹੀਂ ਸੀ, ਕੋਈ ਵੀ ਨਾਂ ਨਹੀਂ ਸੀ। ਗੁਰੂ ਅਰਜਨ ਦੇਵ ਜੀ ਜਦੋਂ ਆਏ ਨੇ ਅੰਮ੍ਰਿਤਸਰ, ਜਦੋਂ ਗੁਰੂ ਬਣੇ ਨੇ ਤੇ ਫਿਰ ਉਹਨਾਂ ਨੇ ਉਸ ਸਰਮਣੇ ਤਲਾਅ, ਸਰਮਣੇ ਪੌਂਡ, ਉਹਨਾਂ ਨੇ ਫਿਰ ਜਿਹੜਾ ਵੀ ਜਿੱਥੇ ਵੀ ਸੰਤੋਖਸਰ ਖੁਦਾਈ ਸੀ ਉੱਥੇ ਖੁਦਾਈ ਕੰਪਲੀਟ ਕੀਤੀ। ਹੁਣ ਅਗਰ ਸਾਖੀ ਹੈ, ਕਹਾਣੀ ਹੈ, ਸੱਚ ਹੈ ਜਾਂ ਝੂਠ ਹੈ ਉਹਦੇ ਪਤਾ ਨਹੀਂ। ਉੱਥੇ ਇੱਕ ਯੋਗੀ ਨਿਕਲਿਆ। ਉਸ ਯੋਗੀ ਨੇ ਕਿਹਾ ਕਿ ਮੈਂ ਆਪਣੀ ਸਾਲਵੇਸ਼ਨ ਵਾਸਤੇ ਕਿਸੇ ਮਹਾਨ ਆਤਮਾ ਦੀ ਉਡੀਕ ਕਰ ਰਿਹਾ ਸੀ ਤੇ ਉਹ ਫਿਰ ਗੁਰੂ ਅਰਜਨ ਦੇਵ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ ਸੀ ਤੇ ਕਹਿੰਦੇ ਨੇ ਉਹਦੀ ਡੈਥ ਹੋਈ ਸੀ, ਉਹਨੂੰ ਮੁਕਤੀ ਮਿਲੀ ਸੀ
ਉਹਦਾ ਨਾਂ ਸੀ ਕੁਛ ਸੰਤੋਖ ਸਮਥਿੰਗ ਲਾਈਕ ਜਿਸ ਤੋਂ ਫਿਰ ਗੁਰੂ ਅਰਜਨ ਦੇਵ ਜੀ ਨੇ ਉਸ ਤਲਾਅ ਦਾ ਨਾਂ ਸੰਤੋਖ ਸਰ ਰੱਖਿਆ। ਮੈਨੂੰ ਅਗਰ ਉਹਦਾ ਨਾਂ ਐਗਜ਼ੈਕਟਲੀ ਪਤਾ ਲੱਗ ਜਾਏਗਾ ਤੇ ਮੈਂ ਤੁਹਾਨੂੰ ਜ਼ਰੂਰ ਦੱਸ ਦਿਆਂਗਾ। ਉਹਦਾ ਨਾਂ ਸੀ SANTAKH ਸੰਤੋਖਾ ਸਮਥਿੰਗ ਲਾਈਕ ਦੈਟ। ਸੋ ਉਹਦੇ ਨਾਂ ਤੋਂ ਫਿਰ ਦੇਖੋ ਇਹ ਜਿਹੜੀ ਇਹ ਹਿਸਟਰੀ ਨਹੀਂ ਹੈ, ਇਹ ਸਾਖੀਆਂ ਨੇ ਜਾਂ ਕਹਾਣੀਆਂ ਨੇ। ਐਨੀਬਡੀ ਕੈਨ ਚੈਲੰਜ ਕਿ ਜੋ ਕੁਝ ਅਸੀਂ ਕਿਹਾ ਉਹ ਠੀਕ ਨਹੀਂ ਹੈ। ਗੁਰੂ ਅਮਰਦਾਸ ਜੀ ਨੇ ਜਿਸ ਵੇਲੇ ਲਾਸਟ ਟ੍ਰਾਇਲ ਲਿਆ ਔਰ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ, ਲਾਸਟ ਟ੍ਰਾਇਲ ਕੀ ਸੀ? ਔਰ ਕਿਹਦੇ ਵਿੱਚ ਸੀ? ਦੁਬਾਰਾ ਬੋਲਿਓ ਪਲੀਜ਼। ਹਾਂਜੀ, ਫਿਰ ਦੁਬਾਰਾ ਬੋਲਿਓ ਕੁਐਸਚਨ। ਗੁਰੂ ਰਾਮਦਾਸ ਜੀ ਨੂੰ ਚੁਣਿਆ ਗਿਆ ਗੁਰੂ ਵਾਸਤੇ, ਗੁਰੂਸ਼ਿਪ ਵਾਸਤੇ। ਇੱਕ ਲਾਸਟ ਟ੍ਰਾਇਲ ਗੁਰੂ ਅਮਰਦਾਸ ਨੇ ਲਿਆ, ਜਿਹਦੇ ਬਾਅਦ ਉਹਨਾਂ ਨੇ ਫਿਰ ਡਿਕਲੇਅਰ ਕੀਤਾ ਭਾਈ ਜੇਠਾ ਨੂੰ ਗੁਰੂ ਬਣਾਉਣ ਵਾਸਤੇ। ਔਰ ਇਹ ਟ੍ਰਾਇਲ ਉਹਨਾਂ ਦਾ ਇਹਦਾ ਕੰਪੀਟੀਟਰ ਕੌਣ ਸੀ? ਸੋ ਇੱਕ ਗੁਰਦੇਵ ਨੇ ਹੱਥ ਖੜਾ ਕੀਤਾ, ਇੱਕ ਵਜ਼ੀਰ ਨੇ, ਇੱਕ ਨਵਤੇਜ ਨੇ ਅੱਧਾ ਪਚਾਦਾ ਕੀਤਾ, ਇੱਕ ਮਹਿੰਦਰ ਨੇ ਵੀ ਕੀਤਾ। ਚੱਲ ਅਸਰਾਮ ਨਵਤੇਜ ਨੂੰ ਪੁੱਛ ਲੈਂਦੇ। ਹਾਂਜੀ ਨਵਤੇਜ ਜੀ। ਮੇਰੇ ਖਿਆਲ ਹੈ ਕਿ ਜਦੋਂ ਆਪਣੇ ਉਹਨਾਂ ਦਾ ਜਿਹੜਾ ਸੀ ਆਪਣੇ ਜਦੋਂ ਬੈਠੇ ਸੀ ਆਪਣੇ ਇਸ਼ਨਾਨ ਕਰ ਰਹੇ ਸੀਗੇ ਤੇ ਜਦੋਂ ਫਿਰ ਆ ਕੇ ਉਹ ਨਹੀਂ ਗਲਤੀ ਮੇਰੀ। ਮਹਿੰਦਰ ਜੀ ਤੁਸੀਂ ਉਹਨਾਂ ਦੇ ਸਾਧੂ ਦਾ ਨਾਮ ਨਹੀਂ ਯਾਦ ਨਹੀਂ, ਉਹਨਾਂ ਤੋਂ ਦੋਨਾਂ ਤੋਂ ਥੜੇ ਬਣਵਾਏ ਸੀਗੇ। ਰਾਮ ਸਿੰਘ ਜੀ ਉਹਨਾਂ ਤੋਂ ਥੜੇ ਬਣਾਏ ਸੀਗੇ। ਪਰ ਜੋ ਨਵਤੇਜ ਤੂੰ ਕਿਹਾ ਉਹ ਗਲਤ ਨਹੀਂ ਹੈ, ਉਹ ਤਾਂ ਮੰਗ ਸੀ ਬੀਬੀ ਭਾਨੀ ਦੀ। ਪਰ ਜਿਹੜਾ ਲਾਸਟ ਟੈਸਟ ਸੀ ਉਹ ਰਾਮਾ ਤੇ ਜੇਠਾ ਵਿੱਚ ਸੀ। ਰਾਮਾ ਜਿਹੜਾ ਹੈ ਉਹ ਧਾਨੀ ਦਾ ਹਸਬੈਂਡ ਹੈ ਤੇ ਜੇਠਾ ਜੀ ਜਿਹੜੇ ਨੇ ਉਹ ਭਾਨੀ ਦੇ ਹਸਬੈਂਡ ਨੇ। ਹੁਣ ਇੱਥੇ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਮੈਂ ਤੁਹਾਨੂੰ 2-4 ਲਾਈਨਾਂ ਪੜ੍ਹ ਕੇ ਸੁਣਾਉਣਾ, ਫਿਰ ਤੁਹਾਨੂੰ ਡਿਸਕਸ ਕਰਨਾ। ਜਿਸ ਵੇਲੇ ਮਹਿੰਦਰ ਨੇ ਕਿਹਾ ਕਿ ਉਹਨਾਂ ਨੇ ਥੜੇ ਬਣਾਏ, ਕੈਲਾਸ਼ ਜੀ ਉਹਨਾਂ ਨੇ ਥੜਾ ਬਣਵਾਇਆ, ਉਹਨਾਂ ਨੇ ਕਿਹਾ ਮੈਨੂੰ ਪਸੰਦ ਨਹੀਂ, ਢਾ ਦਿਓ। ਦੂਜੀ ਵਾਰੀ ਉਹਨੇ ਕਿਹਾ ਨਹੀਂ ਪਸੰਦ, ਢਾ ਦਿਓ। ਤੀਜੀ ਵਾਰੀ ਉਹਨੇ ਕਿਹਾ ਨਹੀਂ ਪਸੰਦ, ਢਾ ਦਿਓ। 5-6 ਵਾਰੀ ਹੋ ਗਈ। ਜੇ 7ਵੀਂ ਵਾਰੀ ਉਹਨੇ ਕਿਹਾ ਤੇ ਰਾਮਾ ਕਹਿੰਦਾ ਜੀ ਸੌਰੀ, ਮੈਂ ਤੇ ਤੁਹਾਡੀ ਖਾਹਿਸ਼ ਨਹੀਂ ਪੂਰੀ ਕਰ ਸਕਦਾ, ਪਤਾ ਨਹੀਂ ਤੁਸੀਂ ਕੀ ਚਾਹੁੰਦੇ ਹੋ। ਲੇਕਿਨ ਗੁਰੂ ਰਾਮਦਾਸ ਜੀ ਨੇ ਉਹਨਾਂ ਦਾ ਹੁਕਮ ਫਿਰ ਵੀ ਮੰਨਿਆ। ਹੁਣ ਉਹਨੂੰ ਜੋ ਕੁਝ ਹੋ ਰਿਹਾ ਉਹਨੂੰ ਮੈਂ ਕੁਝ ਇਸ ਢੰਗ ਦੇ ਨਾਲ ਕਿਹਾ। The underlining message in the above episode is that Bhai Jetha did not remain attached to the platform he built. Instead, showed the capability to create, destroy, and recreate. When looking into the history and the spiritual path taken by the world prophets, this reflects an essential attitude. The moment one becomes complacent and attached, he loses flexibility, creativity, and responsibility, and finally the ability to make a response. So Guru Ramdas ji ne ਜਿਸ ਵੇਲੇ ਭਾਈ ਜੇਠਾ ਸਨ, ਉਹਨਾਂ ਦੀ ਜਿਹੜੀ ਅੰਦਰ ਫਲੈਕਸੀਬਿਲਿਟੀ ਸੀ, ਹੁਕਮ ਮੰਨਣ ਦੀ ਤਾਕਤ ਸੀ, ਉਹ ਉਹਨਾਂ ਨੇ ਨਹੀਂ ਖਵਾਈ। ਉਹ ਰਾਮੇ ਵਿੱਚ ਆਈ ਆ ਗਈ ਨਾ, ਮੈਂ ਬਣਾਇਆ, ਲੇਕਿਨ ਭਾਈ ਜੇਠਾ ਨੇ ਆਪਣੇ ਅੰਦਰ ਉਹ ਹਉਮੈ ਨਹੀਂ ਆਉਣ ਦਿੱਤੀ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਡਿਸਕ੍ਰਾਈਬ ਕਰਦਾ ਹੈ ਜੋਤੀ ਜੋਤ ਸਮਾਣਾ ਗੁਰੂ ਅਮਰਦਾਸ ਜੀ ਦਾ ਔਰ ਅਨਾਇੰਟਮੈਂਟ ਗੁਰੂ ਰਾਮਦਾਸ ਜੀ ਦੀ। ਉਹ ਸ਼ਬਦ ਕਿੰਨੇ ਲਿਖਿਆ ਤੇ ਉਹਦਾ ਗੁਰੂ ਅਮਰਦਾਸ ਜੀ ਦੇ ਨਾਲ ਕੀ ਰਿਸ਼ਤਾ? ਦੋਨੋਂ ਸਵਾਲ ਵਜ਼ੀਰ ਜੀ ਨੇ ਕੀਤਾ, ਗੁਰਦੀਪ ਨੇ ਕੀਤਾ, ਦਵਿੰਦਰ ਨੇ ਕੀਤਾ। ਚਲ ਦਵਿੰਦਰ ਨੇ ਅੱਗੇ ਜਵਾਬ ਨਹੀਂ ਦਿੱਤਾ, ਹੁਣ ਬੋਲੋ। ਸਾਧ ਸੀਗਾ। ਹਾਂਜੀ, ਸਾਧ ਕਿੰਨੇ ਲਿਖਿਆ? ਉਹਨਾਂ ਦੇ ਪੋਤਰੇ ਨੇ ਲਿਖਿਆ। ਵਜ਼ੀਰ ਜੀ ਹੈ ਸੁੰਦਰ। ਗੁਰਦੀਪ
ਬਾਬਾ ਸੁੰਦਰ ਦਾ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ? ਉਹਦੇ great grandson, was great grandson. ਕਿਹਦਾ ਬੇਟਾ ਉਹ? ਬਾਬਾ ਮੋਰੀ ਦਾ ਬੇਟਾ ਸੀ। ਪਰਮ ਜੀ ਦੱਸੇਗੇ। ਸੁੰਦਰ ਜਿਹੜਾ ਹੈ ਜਿਹਨੇ ਸੱਦ ਲਿਖਿਆ ਹੈ ਉਹ ਕਿਹਦਾ ਬੇਟਾ ਹੈ? ਮੇਰਾ ਸਵਾਲ ਹੈ ਕਿਹਦਾ ਬੇਟਾ ਹੈ? ਵਜ਼ੀਰ ਜੀ ਆਨੰਦ ਦਾ। ਆਨੰਦ ਤੇ ਆਨੰਦ ਬੇਟਾ ਹੈ ਮੋਰੀ ਦਾ। ਮੋਰੀ ਦੇ ਗੁਰੂ ਰਾਮਦਾਸ ਜੀ ਦੇ 2 ਬੇਟੇ ਨੇ, ਮੋਹਨ ਤੇ ਮੋਰੀ। ਹਾਂਜੀ। ਮੋਰੀ ਦੇ ਕੋਲ 2 ਬੇਟੇ ਨੇ, ਆਨੰਦ ਤੇ ਸਹਿਸਰਾਮ। ਹਾਂਜੀ। ਇਹ ਤੇ ਨਵਤੇਜ ਤੂੰ ਦੱਸ ਦੇਗਾ ਨਾ ਕਿ ਸਹਿਸਰਾਮ ਦੀ ਕੀ ਇੰਪੋਰਟੈਂਸ ਹੈ? ਕੈਲਾਸ਼ ਮੋਹਨ ਪੋਥੀਆਂ ਲਿਖੀਆਂ ਸੀ ਉਹਨੇ। ਐਗਜ਼ੈਕਟਲੀ, ਵੈਰੀ ਗੁੱਡ। ਕਿ ਮੋਹਨ ਪੋਥੀਆਂ ਜਿਹੜੀਆਂ ਨੇ ਉਹ ਸਹਿਸਰਾਮ ਨੇ ਸਕਰਾਈਬ ਕੀਤੀਆਂ ਸਨ, ਲਿਖਾਰੀ ਉਹ ਸੀ। ਦੇਖੋ ਕਈ ਚੀਜ਼ਾਂ ਇਸ ਤਰ੍ਹਾਂ ਹੈਗੀਆਂ ਜਿਹੜੀਆਂ ਹੁਣ ਜੋ ਮੇਰੇ ਮਨ 'ਚ ਖਿਆਲ ਆ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ। ਸੋ ਕੋਈ ਹਰਜ ਨਹੀਂ ਜੇ ਤੁਸੀਂ ਯਾਦ ਨਹੀਂ ਕਰ ਸਕਦੇ। ਅਗਰ ਅਸੀਂ ਇੱਥੇ 5-10 ਮਿੰਟ ਜੇ ਅਸੀਂ ਰਿਵਾਈਜ਼ ਕਰਦੇ ਰਹੀਏ ਤੇ ਤੁਹਾਨੂੰ ਕਦੀ ਭੁੱਲਣਗੇ ਹੀ ਨਹੀਂ। ਹੁਣ ਅਸੀਂ ਆਨੰਦ ਸਾਹਿਬ ਦੀ 18ਵੀਂ ਪੌੜੀ ਤੇ ਜਾਂਦੇ ਹਾਂ ਔਰ ਇਹਦੇ ਵਿੱਚ ਵੀ ਬਹੁਤ ਕੁਝ ਸਮਝਣ ਵਾਲਾ, ਔਰ ਉਹਦੇ ਵਾਸਤੇ ਵੀ ਤੁਹਾਡੀ ਨੌਲੇਜ ਦੀ ਲੋੜ ਹੈ, ਤੁਹਾਡੀ ਡਿਸਕਸ਼ਨ ਦੀ ਲੋੜ ਹੈ। ਖਾਲੀ ਮੇਰੀ ਕਹਾਣੀ ਨਾ ਸੁਣੀ ਜਾਇਆ ਕਰੋ। ਜੇ ਤੁਹਾਨੂੰ ਕਿਸੇ ਚੀਜ਼ ਦੇ ਨਾਲ ਤੁਸੀਂ ਮੁਤਫਿਕ ਨਹੀਂ, ਮੁਤਫਿਕ ਮੀਨਸ ਇਨ ਐਗਰੀਮੈਂਟ ਨਹੀਂ ਹੋ, ਤੇ ਤੁਸੀਂ ਆਪਣੇ ਵਿਊਜ਼ ਦੱਸੋ। ਇਹ ਨਹੀਂ ਕਿ ਜ਼ਰੂਰੀ ਕਿ ਮੈਨੂੰ ਕ੍ਰਿਟਿਸਾਈਜ਼ ਕਰੋ। ਤੁਸੀਂ ਕਹਿ ਸਕਦੇ ਹੋ ਕਿ ਸਾਡਾ ਇੱਕ ਡਿਫਰੈਂਟ ਵਿਊ ਇਹ ਆ। Anand is a very important composition in Sikh religious literature. कोई ऐसा साडा समागम नहीं है जिहदे ते आनंद साहब ना पढ़िया जाता होवे। ये कोई ट्रेडिशन बन गई है कि आनंद साहब दी सिर्फ 6 पौड़ियां पढ़िया जांदियां। कदों बनिया, किस तरह बनिया, ये बारे ते कोई बहुत बड़ा इतिहास नहीं है। भावें तुहाडे नाल कई स्कॉलर डिसएग्री करनगे, नहीं जी पूरा आनंद साहब पढ़ना चाहिए। पढ़ो, मैं कभी नहीं किसी ने रोकया ना पढ़ो, जे टाइम है तो पढ़ लो। लेकिन तुसी क्योंकि कई चीज़ां हरमंदर साहब तो सीखते हो। हरमंदर साहब भी सिर्फ 6 पौड़ियां पढ़ते हैं, पहलियां 5 ते 40th। गुरु दूजी चीज़ याद रखनी कि जिहड़ियां कंपोजिशनां ने ना, एक कहानियां नहीं है। कहानियां मीनस लिंक एक चैप्टर का दूजे चैप्टर नाल, ये नहीं है। कॉन्सेप्ट डिफाइंड ने, रिलेटेड कॉन्सेप्ट्स डिफाइंड ने इन वेरियस कंपोजिशन, ये याद रखना। आज गुरु अमरदास जी जो कुछ तुसीं उन पिछे पढ़ चुके हो उत्थे लै चलते हैं, क्योंकि गुरु अमरदास जी के श्लोक पढ़े ने तुसीं अज। हुण ध्यान नाल सुनो। करमी सहज ना उपजे, विन सहजे सहसा ना जाए। कई बारी पढ़ते हो कि तुसीं आनंद साहब, कोई भी लाइन आई फटाफट पढ़ के वाहिगुरू जी का खालसा ते वाहिगुरू जी की फतेह, प्रसाद अपना लिया, ढिड ते हथ फेरिया, लंगर खादा, घर आ गए। हुण यह लाइन अगर तुहाडे सामने, ठीक है कई लाइनां बहुत आसान सन, हुण इहदे विच ध्यान नाल देखो। करमी सहज ना उपजे, विन सहजे सहसा ना जाए। 3 चीज़ां कहियां गुरु अमरदास ने इत्थे, और इस पौड़ी विच उन्हां नूं ही डिफाइन कीता। करम, सहज, सहसा। करम नूं कई चीज़ां नाल तुसीं डिफाइन कर सकते हो, बख्शिश भी कह सकते हो, जिहड़े कर्म कांड ने, रिचुअल, वो भी कह सकते हो। डिपेंड करता तुसीं की पढ़ रहे हो। इत्थे कर्म कांड है, सहज की है, बड़ी बारी आया गुरबाणी, मेरे ख्याल हर शब्द विच एक वर्ड आंदा सहज, क्योंकि तुसीं सारे गुरबाणी पढ़ने वाले हो। ते कौन दस रहा मतलब ज्ञान मैं क्या ज्ञान होता है विच सहज नहीं, तू कह दे, तू अपना अपने वालों मतलब मैं मैनू लगता है कि अपनी नॉलेज या ज्ञान। हां जी, ओके, और कौन दसेगा?
Sage, it's like ਸੰਤੋਖ, maybe contentment. ਦਵਿੰਦਰ ਸ਼ਾਂਤੀ ਨਾਲ, ਸੰਤੋਖ ਨਾਲ। ਵਜ਼ੀਰ ਜੀ ਇਹ ਜੀ ਅਸੀਂ ਪਹਿਲਾਂ ਵੀ ਦਰਪਣਾ ਦਾ ਬਿਲਕੁਲ ਇੱਕ ਟਾਕ ਸੀ ਸਹਿਜ ਬਾਰੇ, ਕਿ ਸਹਿਜ ਉਹ ਹੈ ਜਿਹੜਾ ਤੁਹਾਡੇ ਨਾਲ ਜੰਮੇ। ਹੁਣ ਇਹੀ ਆਨੰਦ ਸਾਹਿਬ 'ਚ ਉਹੀ ਸਹਿਜ ਕਹਿੰਦੇ ਜਿਹੜਾ ਨਾਲ ਜੰਮਿਆ ਸੀ, ਉਹ ਤਾਂ ਲਿਵ ਛੁੱਟ ਗਈ, ਤ੍ਰਿਸ਼ਨਾ ਲੱਗੀ, ਉਹ ਉਦੋਂ ਹੀ ਛੁੱਟ ਗਿਆ। ਜਿਹੜੀ ਤ੍ਰਿਸ਼ਨਾ, ਜਿਹੜੇ ਸਹਿਜ ਹੈ, ਉਹ ਸਹਿਜ ਦਾ ਉਲਟ ਹੈ, ਜਿਹਦੇ ਵਿੱਚ ਸ਼ਾਂਤੀ ਹੈ, ਜਿਹਦੇ ਵਿੱਚ ਆਨੰਦ ਹੈ, ਜਿਹਦੇ ਵਿੱਚ ਪੂਰਨਤਾ ਹੈ, ਜਿਹਦੇ ਵਿੱਚ ਵਿਸਮਾਦ ਹੈ। ਜਿਹੜਾ ਗੁਰਮੁਖ ਦਾ ਅਸਲੀ ਕਰੈਕਟਰ ਹੈ ਉਹ ਸਹਿਜ ਦਾ ਕਰੈਕਟਰ ਹੈਗਾ, ਉਹ ਸਹਿਜਤਾ ਦੇ ਉਲਟ ਲਫ਼ਜ਼ ਸਹਿਜ ਹੈ। It's a state of mind, है ना? ਕੌਣ ਬੋਲਿਆ? state of mind ਕਿਹਨੇ ਕਿਹਾ? ਦਵਿੰਦਰ ਨੇ। ਜੇ ਇਹਦੇ ਤੋਂ ਇੱਕ ਪਹਿਲਾ ਵਰਡ ਲਗਾ ਦਿਓ ਨਾ, ਅਨਪੋਲਿਊਟਿਡ state of mind, ਫਿਰ ਉਹ ਗੁਰਬਾਣੀ ਦਾ ਸਹਿਜ ਹੋ ਜਾਂਦਾ। ਜਿਹੜਾ ਤੁਹਾਡਾ ਮਾਈਂਡ ਹੈ ਉਹ ਤੇ ਪੋਲਿਊਟਿਡ ਵੀ ਹੈ ਨਾ, ਅਨਪੋਲਿਊਟਿਡ state of mind, ਇਹਦੇ ਤੇ ਤੁਸੀਂ ਸਾਰਾ ਦਿਨ ਡਿਸਕਸ਼ਨ ਕਰ ਸਕਦੇ ਹੋ। ਜਿਹੜਾ ਬੱਚਾ ਹੈ, ਚਾਈਲਡ, ਤੁਸੀਂ ਕਹਿੰਦੇ ਹੋ ਬੱਚਿਆਂ ਵਿੱਚ ਰੱਬ ਵਸਦਾ, ਕਹਿੰਦੇ ਹੋ ਨਾ? ਮੈਨੂੰ ਨਹੀਂ ਪਤਾ ਵਸਦਾ ਕਿ ਨਹੀਂ, ਪਰ ਕਹਿੰਦੇ ਹੋ ਯੈਸ ਔਰ ਨੋ? ਹਾਂਜੀ। ਉਹਦਾ ਕੀ ਮਤਲਬ ਹੈ? ਸਾਡੇ 'ਚ ਕਿਉਂ ਨਹੀਂ ਵਸਦਾ ਤੇ ਬੱਚੇ 'ਚ ਕਿਉਂ ਵਸਦਾ? ਉਹਦਾ ਜਿਹੜਾ ਮਾਈਂਡ ਹੈ, ਉਹਦਾ ਜਿਹੜਾ ਮਾਈਂਡ ਹੈ ਉਹ ਅਨਪੋਲਿਊਟਿਡ ਹੈ ਉਸ ਵਕਤ ਤੱਕ। ਬੱਚੇ ਓਨੈਸਟ ਹੁੰਦੇ ਨੇ। ਸੋ ਇਹ ਉਹਦੀ ਉਹ ਅਵਸਥਾ ਜਿਹੜੀ ਹੈ ਨਾ ਅਨਪੋਲਿਊਟਿਡ ਮਾਈਂਡ ਦੀ, ਉਹਨੂੰ ਸਹਿਜ ਦੀ ਅਵਸਥਾ ਕਹਿੰਦੇ ਨੇ। ਵੈਰੀ ਟੈਕਨੀਕਲੀ ਸਮਝਣ ਦੀ, ਬਹੁਤ ਆਸਾਨ ਤਰੀਕੇ ਨਾਲ ਸਮਝਣ ਦੀ ਲੋੜ ਹੈ। ਉਹ ਸਹਿਜ ਅਵਸਥਾ ਜਿਉਂ-ਜਿਉਂ ਅਸੀਂ ਵੱਡੇ ਹੋਈ ਜਾਂਦੇ ਹਾਂ, ਹੁਣ ਉਸ ਬੱਚੇ ਨੂੰ ਹਾਲੇ এনवायरमेंट ਨੇ ਕੋਈ ਇਫੈਕਟ ਨਹੀਂ ਕੀਤਾ, ਬਟ ਐਜ਼ ਵੀ ਗਰੋ ਓਲਡ, ਸਾਡੇ ਚਾਰੋਂ ਪਾਸਿਓਂ ਹਨੇਰੇ ਨੇ, ਸਵੇਰੇ ਨੇ, ਉਹਦੇ 'ਚ ਅੱਛੀਆਂ ਚੀਜ਼ਾਂ ਵੀ ਨੇ, ਬੁਰੀਆਂ ਚੀਜ਼ਾਂ ਵੀ ਨੇ। ਦੇ ਇਫੈਕਟ ਆਵਰ ਮਾਈਂਡ। ਔਰ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਗੰਦ ਹੈ, ਈਵਲ ਹੈ, ਉਹਦੇ ਵਿੱਚ ਮੈਗਨੈਟਿਕ ਪਾਵਰ ਜ਼ਿਆਦਾ, ਡਿਊ ਟੂ ਸਮ ਰੀਜ਼ਨ, ਮੈਨੂੰ ਨਹੀਂ ਪਤਾ ਕਿ ਇਟ ਅਟਰੈਕਟਸ ਮੋਰ। ਉਹ ਤੁਹਾਡੇ ਨਾਲ ਜ਼ਿਆਦਾ ਤੇਜ਼ੀ ਨਾਲ ਜੁੜਦੀ ਹੈ। ਅੱਛਾਈ ਹੌਲੀ ਹੌਲੀ ਹੁੰਦੀ ਹੈ, ਬੁਰਾਈ ਤੇਜ਼ੀ ਨਾਲ ਜੁੜਦੀ ਹੈ। ਐਜ਼ ਏ ਰਿਜ਼ਲਟ ਤੁਹਾਡਾ ਮਾਈਂਡ ਪੋਲਿਊਟ ਹੋ ਜਾਂਦਾ। ਹੁਣ ਉਹਨੂੰ ਅਸੀਂ ਦੁਬਾਰਾ ਰਿਵਾਈਜ਼ ਕਰਦੇ ਕੀ ਹੈ? ਗੁਰੂ ਅਰਜਨ ਨੇ ਕਿਹਾ, ਨਾ ਕੋਈ ਵੈਰੀ ਨਾ ਹੀ ਬਗਾਨਾ, ਵਿਸਰ ਗਈ ਸਭ ਤਾਤ ਪਰਾਈ। ਇਹਦਾ ਮਤਲਬ ਹੈ ਤਾਤ ਪਰਾਈ ਸੀ, ਸਾਡੇ ਦੁਸ਼ਮਣ ਸਨ, ਅਸੀਂ ਵੈਰੀ ਸੀ, ਸਾਡੇ ਅੰਦਰ ਨਫ਼ਰਤ ਸੀ, ਲੋਕ ਸਾਡੇ ਵਾਸਤੇ ਬੇਗਾਨੇ ਸਨ। ਹੁਣ ਗੁਰੂ ਅਰਜਨ ਕਹਿ ਰਹੇ ਨੇ ਉਹਨਾਂ ਨੂੰ ਛੱਡ ਦਿਓ, ਨਫ਼ਰਤ ਛੱਡ ਜਾਓ, ਬੇਗਾਨਾਪਨ ਭੁੱਲ ਜਾਓ। ਵਿਸਰ ਗਈ ਸਭ ਤਾਤ ਪਰਾਈ, ਨਾ ਕੋ ਵੈਰੀ। ਵੈਰੀ ਵਰਡ ਐਗਜ਼ਿਸਟ ਕਰਦਾ ਨਾ। ਕੈਲਾਸ਼ ਹਨੇਰੇ ਨੂੰ ਦੂਰ ਕਰਨ ਵਾਸਤੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਰੋਸ਼ਨੀ ਕਰੋ, ਫਿਰ ਰੋਸ਼ਨੀ ਰਹਿਣੀ ਚਾਹੀਦੀ ਹੈ, ਨਹੀਂ ਕਿ ਇੱਕ ਮਿੰਟ ਬਲਬ ਜਲਾ ਫਿਰ ਬੰਦ ਕਰ ਦਿਓ। There should be constant light। ਔਰ ਨਵਤੇਜ ਜੀ, ਅਸੀਂ ਜਿਸ ਦੁਨੀਆ 'ਚ ਰਹਿੰਦੇ ਹਾਂ, ਔਰ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ, ਪਹਿਲਾਂ ਇੱਕ ਤੁਹਾਡਾ ਘਰ ਹੈ, ਘਰ ਤੋਂ ਬਾਅਦ ਤੁਹਾਡਾ ਇੱਕ ਆਫਿਸ ਹੈ, ਆਫਿਸ ਤੋਂ ਬਾਅਦ ਤੁਹਾਡੇ ਦੋਸਤਾਂ ਦੀ ਮੰਡਲੀ ਹੈ। ਇਹ ਤਿੰਨ ਚੀਜ਼ਾਂ ਤੇ ਤੁਹਾਨੂੰ ਜ਼ਿੰਦਗੀ 'ਚ ਰੋਜ਼ ਮਿਲਦੀਆਂ ਹੀ ਨੇ ਨਾ। ਤੇ ਹਰ ਜਗ੍ਹਾ ਤੋਂ ਥੋੜੀ ਬਹੁਤ ਅੱਛਾਈ ਤੇ ਬੁਰਾਈ ਤੁਹਾਡੇ ਨਾਲ ਚੰਬੜ ਜਾਂਦੀ ਹੈ। ਉਹਦੇ ਨਾਲ ਤੁਹਾਡਾ ਮਨ, ਉਹਦਾ ਤੁਹਾਡੇ ਮਨ ਤੇ ਇਫੈਕਟ ਹੁੰਦਾ। ਜਿਹੜਾ ਮੈਂ ਹੁਣੇ ਤੁਹਾਨੂੰ ਪਿੱਛੇ ਕਿਹਾ ਸੀ ਕਿ ਮਨ ਦੇ ਅੰਦਰ ਜਿਹੜੀ ਮੈਮਰੀ ਹੈ, ਜਿਹੜੀ ਚੀਜ਼ ਤੇ ਐਕਵਾਇਰਡ ਨਹੀਂ ਹੈ, ਉਹ ਪਰਮਾਨੈਂਟ ਲੱਗ ਜਾਂਦੀ ਹੈ। ਐਕਵਾਇਰਡ ਮਿਟ ਜਾਂਦੀ ਹੈ ਥੋੜੀ ਦੇਰ ਬਾਅਦ, ਲੇਕਿਨ ਜਿਹੜੀ ਐਕਵਾਇਰਡ ਨਹੀਂ ਹੈ ਉਹ ਤੁਹਾਡੇ ਨਾਲ ਐਸੀ ਚੰਬੜਦੀ ਹੈ ਕਿ ਉਤਰਦੀ ਨਹੀਂ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਤੁਸੀਂ ਮੰਦਰਾਂ 'ਚ ਜਾਂਦੇ ਹੋ, ਮਸਜਿਦਾਂ ਜਾਂਦੇ ਹੋ, ਚਰਚ ਜਾਂਦੇ ਹੋ,
तो हुण तुसीं गुरु दे घर हो, गुरु कह रहा कि तुहानूं कर्म कांड दे नाल आ जिहड़ा सहज अवस्था दे विच जिहड़ा करप्शन आई है वो नहीं मिटनी, पर तुहानूं सहज चाहिदा, अनकरप्टेड माइंड चाहिदा। क्यों? कर्मी सहज ना उपजे बिन सहजे, क्योंकि सहज तो बिना सहसा नहीं जाना। सहसा मीन्स डाउट। कैलाश ये सारी पौड़ी जिहड़ी है ना, पौड़ी च कहंदे ने कि तुहाडे जीवन नूं खराब कीता डाउट ने। तुसीं आप नहीं कहंदे कोई भी जिंदगी दे विच जे तुसीं अपनी मैरिड लाइफ नूं सक्सैसफुल बनाना है ते ट्रस्ट जरूरी है, कहंदे हो ना। व्हाट इज ट्रस्ट? कि डाउट ना करो। और डाउट जिहड़ा तुसीं कहंदे हो भैड़ा, मैनूं पता मैं वो बंदा है ही नहीं चंगा। डाउट दैट ब्रीड्स, डाउट जन्म दिंदा सारियां बुराइयां। अकॉर्डिंग टू गुरु जी ऐसे कह रहे हैं। हुण तुसीं पहली लाइन तो उल्टी पढ़ो, सहजे नूं मिटाउण वास्ते सहज चाहिदा, पर सहज जिहड़ा तुहाडा ईवन जिहड़ी तुसीं रोज़ पखंड करदे हो ना, ਉਹਦੇ ਨਾਲ ਉਹ ਤੁਹਾਡਾ ਸਹਿਜ ਤੁਹਾਨੂੰ ਨਹੀਂ ਮਿਲਣਾ। ਸਹਿਜ ਮੀਨਸ ਜਿਹੜੇ ਤੁਹਾਡੇ ਅੰਦਰ ਮਾਈਂਡ ਦੇ ਵਿੱਚ ਕਰਪਸ਼ਨ ਆ ਗਈ ਹੈ ਉਹਨੂੰ ਕਿਵੇਂ ਕੱਢਣਾ। ਸਹਿਜ ਮੀਨਸ ਪਵਿੱਤਰ ਮਨ ਕਿਵੇਂ ਬਣਾਉਣਾ। ਉਹ ਲਾਸਟ ਲਾਈਨ ਤੇ ਦੱਸਣਗੇ ਕਿ ਤੁਹਾਡਾ ਮਾਈਂਡ ਪਵਿੱਤਰ ਕਿਵੇਂ ਹੋਏਗਾ, ਸਹਿਜ ਕਿਵੇਂ ਪੂਰਾ ਉਹੀ ਹੋਏਗਾ ਜਿਹੜਾ ਬੱਚੇ ਦੇ ਅੰਦਰ ਹੈ। ਦੂਸਰੀ ਲਾਈਨ ਚੋਂ ਕਹਿੰਦੇ ਨੇ ਤਿੰਨ ਚੀਜ਼ਾਂ ਯਾਦ ਰੱਖਣੀਆਂ। ਕਰਮ ਕਾਂਡ ਤੁਹਾਡੀ ਹੈਲਪ ਨਹੀਂ ਕਰਨਗੇ ਸਹਿਜ ਲੈਣ ਵਾਸਤੇ, ਪਰ ਸਹਿਜ ਜ਼ਰੂਰੀ ਹੈ ਤੁਹਾਡੇ ਮਨ ਦੇ ਅੰਦਰੋਂ ਡਾਊਟਸ ਕੱਢਣ ਵਾਸਤੇ। ਕਿਉਂਕਿ ਜਦ ਤੱਕ ਡਾਊਟ ਹੈ ਪਹਿਲਾਂ ਤੁਸੀਂ ਰੱਬ ਤੇ ਡਾਊਟ ਕਰਦੇ ਹੋ। ਐਵੇਂ ਕਿ ਰੋਜ਼ ਜਾਣਾ ਗੁਰਦੁਆਰੇ ਮੱਥਾ ਟੇਕੀ ਜਾਣਾ, ਇੰਨੇ ਚੀਨੀਏ ਕੱਟ ਲੈ ਕੀ ਮਿਲਿਆ ਤੁਹਾਨੂੰ? ਯੂ ਡਾਊਟ ਐਵਰੀ ਸਿੰਗਲ ਥਿੰਗ ਇਨ ਦਿਸ ਵਰਲਡ। ਕਿਉਂਕਿ ਤੁਹਾਡੇ ਅੰਦਰ ਕੀ ਚੀਜ਼ ਹੈ? ਮੈਨੂੰ ਆਉਂਦੀ ਹੈ, ਮੇਰੀ ਅਕਲ ਬਹੁਤ ਜ਼ਿਆਦਾ, ਮੈਂ ਬੜੇ ਸ਼ਾਸਤਰ ਪੜ੍ਹੇ ਨੇ, ਮੈਂ ਕੁਰਾਨ ਪੜ੍ਹਿਆ, ਮੈਂ ਗੀਤਾ ਪੜ੍ਹੀ ਹੈ, ਮੈਨੂੰ ਸਭ ਕੁਝ ਆਉਂਦਾ। ਜਿਸ ਦਿਨ ਤੁਸੀਂ ਇਹ ਕਹਿਤਾ ਮੈਨੂੰ ਸਭ ਕੁਝ ਆਉਂਦਾ, ਉਸੇ ਦਿਨ ਹੀ ਤੁਸੀਂ ਅਨਪੜ੍ਹ ਹੋ ਗਏ। ਇਹ ਯਾਦ ਰੱਖਣਾ। ਉਹ ਕਹਿੰਦੇ ਨੇ न जाए सहसा किते संजम रहे कर्म। अगेन संजम मैंने कुछ ना कुछ करना कि न जाए सहसा। ये भरम जड़े ने तुहाडे अंदरों नहीं जाते। रिपीट यो लाइन। कर्म भी आ गया, रिचुअल। रिचुअल के नाल ये तुहाडे अंदरों डाउट नहीं निकलना। सो ही इज एम्फेसाइजिंग इट कि तुसी कहंदे हो जी आरती कर लो, 40 वारी सुखमनी साहब के पाठ कर लो, 10 वारी जपजी साहब पढ़ लो, गुरुद्वारे प्रसाद चढ़ा दो, 11 रुपये की अरदास करा दो, ਉਹਦੇ ਨਾਲ मन साफ हो जाएगा। वट रबिश। मन तो साफ होना जिस वे तुहाडे अंदर जिहड़ियां चीज़ां तुसीं सवेरे पढ़ियां प्रैक्टिकली, सेवा, होमे, जीरो, आई, क्रॉस, तो मन साफ होना। अपना मन नूं बच्चे वर्गा किवें बनाओगे कि जो तुहाडा एनवायरनमेंट है तुहाडे चारों पासे, उस एनवायरनमेंट तो जिहड़ी गंदगी तुहाडे वाल आ रही है बड़ी तेजी नाल ओहदा रस्ता किवें रोकोगे। फिर आ गया सहसे। वो आ गया सहसे मैंने डाउट्स। जियो मैंने तुहाडी बॉडी, तुहाडी सोल मलीन है। ये हुण एक क्वेश्चन मार्क है इत्थे, ध्यान नाल देखो। सहसे, डाउट, जियो, तुहाडी सोल मलीन है मीन गंदगी है। कित संजम, किहड़े तरीके दे नाल इन्हूं तुसीं साफ करदे हो। हुण पढ़ लो फिर जपजी साहब। फरिए हथ पैर तंदे, पानी तोते उतरे, मूत पलिती कपड़ होए, लिया हुण लईए है धोए। फरिए ए पढ़ लो, ए आ गया वर्ड। फरिए मत पापा के संग, वो तोपे नावे के रंग। पर गुरदीप सिंह जी, वो ना खाली रहन दे नाल कुछ नहीं होना। ना नूं तुसी अपनी लैब दे विच जाओ, उत्थे प्रैक्टिकल करो। फिर वो कहंदे ने मन धोवे। मन धोवो, शब्द लागो, हर्ष्य रहो चित लाए। ये चीज़ां लिखिया। मन नूं धोवो, शब्द दे नाल लगो, हर्ष्य रहो चित लाए। ते तुहाडा मन जड़ा हुण आ गया चित दा वर्ड। फिर चित की है? ये वो मन है जड़ा कॉन्स्टेंट किसी चीज में लगा होया। चित, अनडिस्टर्ब माइंड, अनअफेक्टेड माइंड। मां दा चित लगता है कि मेरा बच्चा की कर रहा, दैट इज चित।
फिर वो कहते ने इनू आई थिंक क्लोज करते हैं इस पौड़ी नू, कहे नानक गुर प्रसादी। की है व्हाट इज प्रसाद? His grace. Grace. when you ਨਵਤੇਜ ਜੀ when you surrender, ਤੁਸੀਂ ਕਹਿੰਦੇ ਨੇ ਉਹ ਅਸੀਂ ਥੱਕ ਗਏ ਆ, ਸਾਨੂੰ ਨਹੀਂ ਪਤਾ ਕਿਵੇਂ ਪਾਠ ਕਰਨਾ, ਸਾਨੂੰ ਨਹੀਂ ਪਤਾ ਕਿਵੇਂ ਪੂਜਾ ਕਰਨੀ ਹੈ। ਫਿਰ ਉਹ ਕਹਿੰਦੇ ਨੇ ਪ੍ਰਸਾਦ, ਵਾਹਿਗੁਰੂ ਦੀ ਬਖਸ਼ਿਸ਼ ਨਾਲ ਤੇ ਕੁਝ ਮਿਲੇਗਾ, ਹੋਰ ਕੁਝ ਨਹੀਂ ਕਰ ਸਕਦੇ। ਤੇ ਉੱਤੇ ਦੇਖੋ, ਆਕਾਸ਼ ਵੱਲ ਦੇਖ ਕੇ ਪਰਮਾਤਮਾ ਦੀ ਬਖਸ਼ਿਸ਼ ਮੰਗੋ। ਤੇ ਉਹ ਕਹਿ ਰਹੇ ਨੇ ਕਹੋ ਨਾਨਕ ਗੁਰ ਪ੍ਰਸਾਦੀ, ਫਿਰ ਸਹਿਜ ਉਪਜੇਗਾ। ਇਹ ਸਹਿਸਾ ਉਪਜੇ, ਇਹ ਸਹਿਸਾ ਉਪਜਾਏ, ਇਹਦੇ ਨਾਲ ਸਹਿਸਾ ਮੀਨਸ ਫਿਰ ਡਾਊਟ ਤੁਹਾਡੇ ਜੀਵਨ ਦੇ ਵਿੱਚੋਂ ਚਲੇ ਜਾਣਗੇ। ਸੋ ਇਹ ਬੜੀ ਪਾਵਰਫੁਲ ਪੌੜੀ ਹੈ, ਔਰ ਇਹ ਸਾਡੇ ਜੀਵਨ ਦੇ ਨਾਲ ਚੂੰਕਿ ਇਹਦਾ ਬਹੁਤ ਸੰਬੰਧ ਹੈ, ਇਸ ਕਰਕੇ ਤੇ ਮੈਂ ਕੁਝ ਜ਼ਿਆਦਾ ਜ਼ੋਰ ਦਿੱਤਾ। ਸੋ ਪਲੀਜ਼, ਸਾਡੇ ਸਾਰਿਆਂ ਦੇ ਅੰਦਰ ਡਾਊਟ ਹੈ, ਅਸੀਂ ਹਰ ਇੱਕ ਤੇ ਡਾਊਟ ਕਰਦੇ ਹਾਂ, ਆਪਣੇ ਆਪ ਤੇ ਵੀ ਡਾਊਟ ਕਰਦੇ ਹਾਂ, ਬੇਬੀ ਤੇ ਡਾਊਟ ਕਰਦੇ ਹਾਂ, ਹਸਬੈਂਡ ਤੇ ਡਾਊਟ ਕਰਦੇ ਹਾਂ, ਬੱਚਿਆਂ ਤੇ ਡਾਊਟ ਕਰਦੇ ਹਾਂ, ਜੋ ਵੀ ਕੋਈ ਫਰੈਂਡ ਕੋਈ ਵੀ ਕੁਛ ਹੈ, ਕਦੀ ਅਸੀਂ ਕਿਸੇ ਨੂੰ ਸੱਚਾ ਨਹੀਂ ਸਮਝਿਆ, ਕਿਉਂਕਿ ਸਾਡੇ ਅੰਦਰ ਇੱਕ ਚੀਜ਼ ਹੈ ਆਹੀ, ਸਾਡੇ ਅੰਦਰ ਇੱਕ ਚੀਜ਼ ਹੈ ਹਉਮੈ, ਔਰ ਉਹ ਸਾਨੂੰ ਜੀਵਨ ਨਹੀਂ ਦਿੰਦੀ। ਹੁਣ ਅਸੀਂ ਆ ਜੀ ਅਸਾ ਦੀ ਵਾਰ ਪੌੜੀ ਅਸ। ਅਸਾ ਦੀ ਵਾਰ ਵੀ ਹੁਣ ਜਦੋਂ ਤੁਸੀਂ ਸਪੈਸ਼ਲੀ ਸ਼ਲੋਕਾਂ ਨਾਲ ਪੜ੍ਹਦੇ, ਮੈਨੂੰ ਯਾਦ ਹੈ ਕਿ ਇੱਕ ਵਾਰੀ ਵਜ਼ੀਰ ਜੀ ਨੂੰ ਵੀ ਯਾਦ ਹੋਣਾ ਕਿ ਅਸੀਂ ਸਿਰਫ ਪੌੜੀਆਂ ਪੜ੍ਹੀਆਂ ਸੀ ਕਲਾਸ 'ਚ, ਸ਼ਲੋਕ ਨਹੀਂ ਸੀ ਪੜ੍ਹੇ। ਨਹੀਂ ਜੀ, ਨਹੀਂ, ਇਹ ਕਦੇ ਨਹੀਂ ਹੋਇਆ। ਇੱਕ ਵਾਰੀ ਕੀਤਾ ਸੀ, ਸ਼ਾਇਦ ਉਹ ਹੋ ਸਕਦਾ ਕਿਧਰੇ ਹੋਰ ਕਲਾਸ 'ਚ ਕੀਤਾ ਹੋਵੇ, ਪਰ ਕੀਤਾ ਸੀ। ਪਰ ਸ਼ਲੋਕਾਂ ਦੇ ਨਾਲ ਜਿਹੜਾ ਮੀਨਿੰਗ ਹੈ ਨਾ ਨਵਤੇਜ, ਉਹ ਜ਼ਿਆਦਾ ਫੋਰਸਫੁਲ ਹੋ ਗਿਆ। ਜੋ ਕੁਝ ਗੁਰੂ ਨਾਨਕ ਕਹਿਣਾ ਚਾਹੁੰਦੇ ਨੇ, ਵਾਰ ਵੀ ਉਹਨਾਂ ਦੀ ਹੈ, ਤੇ ਜੇ ਉਹਨਾਂ ਦਾ ਸ਼ਲੋਕ ਵੀ ਨਾਲ ਪੜ੍ਹੋ ਤੇ ਜੋ ਕੁਝ ਉਹ ਕਹਿਣਾ ਚਾਹੁੰਦੇ ਨੇ, ਇਟ ਬਿਕਮਸ ਵੈਰੀ ਫੋਰਸਫੁਲ। ਓਕੇ, ਲੈਟ ਅਸ ਸਟਾਰਟ ਵਿਦ ਦੀ ਚੰਤ ਆਫ ਗੁਰੂ ਰਾਮਦਾਸ ਜੀ। ਗੁਰ ਅੰਮ੍ਰਿਤ ਪਿੰਨੀ ਦਿਓਹਰੀ। ਜਿਹੜਾ ਤੁਹਾਡਾ ਟੀਚਰ ਹੈ, ਜੇ ਉਹਦੀ ਜਿਹੜੀ ਲਾਈਫ ਹੈ, ਉਹਦੇ ਵਿੱਚ ਅੱਛਾਈ ਹੈ, ਟਰੁੱਥ ਹੀ ਟਰੁੱਥ ਹੈ, ਅੰਮ੍ਰਿਤ ਹੀ ਅੰਮ੍ਰਿਤ ਹੈ, ਔਰ ਉਹ ਅੰਮ੍ਰਿਤ ਤੁਹਾਡੇ ਤੇ ਛਿੜਕਦਾ ਹੈ। ਅੰਮ੍ਰਿਤ ਬੁਰਕੇ ਮੈਨੇ ਛਿੜਕਣਾ, ਅੰਮ੍ਰਿਤ ਤੁਹਾਡੇ ਤੇ ਛਿੜਕਦਾ ਹੈ। ਮੀਨ ਜੋ ਕਲਾਸ ਵਿੱਚ ਤੁਸੀਂ ਪੜ੍ਹਦੇ ਹੋ, ਉਸ ਟੀਚਿੰਗ ਦੇ ਨਾਲ ਸਾਂਝ ਪਾਉਂਦੇ ਹੋ। ਫਿਰ ਕੀ ਹੁੰਦਾ, ਜਿਨ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਫਿਰ ਉਹਦੇ ਨਾਲ ਤੁਹਾਨੂੰ ਗੁਰਬਾਣੀ ਦਾ ਗਿਆਨ ਹੋ ਜਾਂਦਾ, ਗੁਰਬਾਣੀ ਤੁਹਾਡੇ ਮਨ ਦੇ ਅੰਦਰ ਵਸ ਜਾਂਦੀ ਹੈ, ਜਿਸ ਤਰ੍ਹਾਂ ਕਿ ਤੁਹਾਡੇ ਅੰਦਰ ਅੰਮ੍ਰਿਤ ਚਲਾ ਗਿਆ। ਗੁਰਬਾਣੀ ਐਂਡ ਅੰਮ੍ਰਿਤ, ਇਹ ਕਈ ਵਾਰੀ ਸਿਨੋਨਿਮਸ ਯੂਜ਼ ਕੀਤੇ ਨੇ ਉਹਨਾਂ ਨੇ ਕੰਪੋਜੀਸ਼ਨ ਵਿੱਚ। ਗੁਰ ਤੁੱਠੇ ਹਰ ਪਾਇਆ, ਤੇ ਜਿਹੜੇ ਲੋਕ ਭਟਕ ਗਏ ਸਨ, ਚੁੱਕੇ ਧੱਕੇ, ਜਿਹੜੇ ਵਾਂਡਰ ਕਰ ਰਹੇ ਸਨ, ਉਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਫਿਰ ਠੀਕ ਰਸਤੇ ਤੇ ਆ ਜਾਂਦੇ ਨੇ। they come back to the right way। ਹਰ ਜਨ ਹਰ ਹਰ ਹੋਇਆ, ਨਾਨਕ ਹਰ ਇੱਕੇ। ਸੋ ਜਿਸ ਵੇਲੇ ਤੁਸੀਂ ਬਿਲਕੁਲ ਹੀ ਆਪਣੇ ਆਪ ਨੂੰ ਵਾਹਿਗੁਰੂ ਅੱਗੇ ਸੌਂਪ ਦਿੰਦੇ ਹੋ ਨਾ, ਉਹ ਕਹਿੰਦੇ ਹੋ ਫਿਰ ਤੁਹਾਡੇ ਦੇ ਵਾਹਿਗੁਰੂ ਵਿੱਚ ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ, ਇੱਕੋ ਮਿੱਕ ਹੋ ਜਾਂਦੇ ਹੋ। ਗੁਰੂ ਨਾਨਕ ਸਾਹਿਬ ਦੀ ਜਿਹੜੀ ਵੋਕੈਬਲਰੀ ਹੈ, ਤੁਹਾਨੂੰ ਸਲੂਟ ਕਰਨੀ ਪੈਂਦੀ ਹੈ। ਜੇ ਤੁਸੀਂ ਦੁਬਾਰਾ ਉਹਨਾਂ ਦੇ ਸਾਰੇ ਸ਼ਲੋਕ ਦੁਬਾਰਾ ਪੜ੍ਹੋ ਤੇ ਤੁਸੀਂ ਯੂ ਵਿਲ ਵੰਡਰ ਕਿ ਗੁਰੂ ਨਾਨਕ ਸਾਹਿਬ ਕੀ ਕੁਝ ਕਹਿ ਰਹੇ ਸਨ। ਜਿਸ ਵੇਲੇ ਉਹਨਾਂ ਨੇ ਵਿਸਮਾਦ ਦੀ ਗੱਲ ਕੀਤੀ ਹੈ, ਕੁਦਰਤ ਦੀ ਗੱਲ ਕੀਤੀ ਹੈ, ਫਿਰ ਉਹਨਾਂ ਨੇ ਜਿਸ ਵੇਲੇ ਡਰਾਮਾ ਹੋ ਰਿਹਾ ਸੀ, ਸੜਕ ਤੇ ਗਏ, ਕੋਲੂ ਚਰਖਾ ਚੱਕੀ, ਸਭ ਉਹਨਾਂ ਦੀ ਗੱਲ ਕੀਤੀ ਹੈ। ਜਿਹੜੀ ਉਹਨਾਂ ਦੀ ਵੋਕੈਬਲਰੀ ਐਂਡ ਹੀ ਵੈਂਟ ਔਨ ਐਂਡ ਔਨ ਐਂਡ ਔਨ ਐਂਡ ਔਨ। ਅੱਜ ਉਹਨਾਂ ਨੇ ਕ੍ਰੀਏਸ਼ਨ ਦੀ ਗੱਲ ਕੀਤੀ ਹੈ, ਜੋ ਉਹ ਪਰਮਾਤਮਾ ਬਣਾ ਕੇ ਦੇਖ ਰਿਹਾ। ਦੋ ਸ਼ਲੋਕ ਨੇ ਦੋਨੋਂ ਗੁਰੂ ਨਾਨਕ ਦੇ ਨੇ। ਪੁਰਖਾਂ, ਅਗਰ ਤੁਸੀਂ ਬਹੁਤ ਆਸਾਨ ਵਰਡ ਨੇ, ਪੁਰਖ ਮੀਨ ਤੁਸੀਂ ਤੇ ਮੈਂ, ਸਾਰਾ ਇਨਸਾਨ, ਹਿਊਮਨ ਬੀਂਗਸ, ਬਿਰਖਾ vegetation, tirtha, holy place, tatta, banks of various rivers, megha, clouds, kheta, farms, ਦੀਪਾਂ। ਇਹ ਜਿਹੜੇ ਤਿੰਨੇ ਵਰਡ ਨੇ ਨਾ ਸੈਕਿੰਡ ਵਿੱਚ, ਦੀਪਾਂ, ਲੋਹਾਂ, ਮੰਡਲਾਂ,
khanda var bhanda, that means all the whole universe. ਉਹਨੂੰ ਤੁਸੀਂ ਕਹਿ ਦਿੰਦੇ ਹੋ ਟਾਪੂ ਕਹਿ ਦਿੰਦੇ ਹੋ, ਕੰਟੀਨੈਂਟ ਕਹਿ ਦਿੰਦੇ ਹੋ, ਕੰਟਰੀ ਕਹਿ ਦਿੰਦੇ ਹੋ। ਸੋ ਇਹ ਸਾਰੇ ਵਰਡ ਉਹਨਾਂ ਤੇ ਆਉਂਦੇ ਨੇ। ਜੇ ਤੁਸੀਂ ਇੰਡੀਵਿਜੂਅਲੀ ਲੈਣਾ ਤਾਂ ਇਹਦਾ ਮੀਨਿੰਗ ਇਹ ਹੈ ਆਈਲੈਂਡ, ਸਫੀਅਰਸ, ਯੂਨੀਵਰਸ, ਕੰਟੀਨੈਂਟਸ, ਸੋਲਰ ਸਿਸਟਮ। ਫਿਰ ਉਹ ਕਹਿੰਦੇ ਨੇ ਜਿਤਨੇ ਵੀ ਪੋਪੂਲੇਸ਼ਨ ਹੈ ਥਰੂ ਐਨੀ ਸੋਰਸ, ਉੱਪਰ ਉਹਨਾਂ ਨੇ ਪਰਖ ਕਿਹਾ। ਤੁਸੀਂ ਸਮਝਦੇ ਹੋਵੋਗੇ ਕਿ ਤੁਸੀਂ ਤੇ ਮੈਂ ਹੀ ਇਸ ਸੰਸਾਰ ਚ ਆਏ ਹਾਂ, ਪਰ ਹੁਣ ਉਹ ਅਗਲੀ ਲਾਈਨ ਚ ਕਹਿੰਦੇ ਨੇ ਅੰਡਜ, ਜੇਰਜ, ਉਤਪਜ, ਖਾਨੀ, ਸਿਤੰਜਾ। ਇਹ ਜੀਵ ਜਿਹੜੇ ਤੇ ਬੜੀ ਤਰੀਕੇ ਨਾਲ ਪੈਦਾ ਹੁੰਦੇ ਨੇ। ਔਰ ਜਿਹੜੇ ਕੀੜੇ ਮਕੌੜੇ ਤੁਹਾਨੂੰ ਪਾਣੀ ਚ ਲੱਭਦੇ ਨੇ ਉਹ ਕੋਈ ਮੀਆਂ ਬੀਵੀ ਨਾਲ ਪੈਦਾ ਤਾਂ ਨਹੀਂ ਹੋਏ, ਉਹ ਤੇ ਆਪਣੇ ਆਪ ਉਤਪੰਨ ਹੋਏ ਨੇ। ਤੁਸੀਂ ਕਈ ਵਾਰੀ ਕਹਿੰਦੇ ਹੋ ਆਟੇ ਚ ਕੀੜਾ ਪੈ ਗਿਆ, ਉਹ ਕਿੱਥੋਂ ਆਇਆ? ਉੱਥੇ ਕੀੜਾ ਕਿਹੜੀ ਇਕੱਠੇ ਥੋੜੇ ਸਨ ਕਿ ਉਹਨਾਂ ਦੇ ਬੱਚੇ ਪੈਦਾ ਹੋ ਗਏ। ਇਹ 4 ਤਰੀਕੇ ਨੇ ਫॉर ਪ੍ਰੋਕ੍ਰੀਏਸ਼ਨ ਜਿਹੜੇ ਗੁਰੂ ਸਾਹਿਬ ਇੱਥੇ ਯੂਜ਼ ਕਰ ਰਹੇ ਨੇ। ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਸੰਸਾਰ ਦੇ ਵਿੱਚ ਕੋਈ ਵੀ ਆਇਆ। ਸੋ ਮਿਤ ਜਾਣੇ ਆ ਨਾਨਕਾ, ਉਹਨਾਂ ਦੀ ਜਿਹੜੀ ਲਿਮਟ ਹੈ ਬਈ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਨੇ ਤੇ ਕਿੱਥੋਂ ਆਈਆਂ ਨੇ। ਫਿਰ ਅੱਗੇ ਤਿੰਨ ਚੀਜ਼ਾਂ ਦਾ ਹੋਰ ਉਹ ਜ਼ਿਕਰ ਕਰਦੇ ਨੇ। ਸਰਾਂ ਔਰ ਜਿਹੜੇ ਵੱਡੇ ਵੱਡੇ ਸਮੁੰਦਰ ਨੇ, ਮੇਰਾ, ਜਿਤਨੇ ਵੀ ਪਾਣੀ ਦੇ ਤੁਸੀਂ ਕਹਿ ਲਓ ਦਰਿਆ ਨੇ, ਔਰ ਮੇਰਾ ਮੀਨ ਜਿਹੜੇ ਪਹਾੜ ਨੇ। ਔਰ ਫਿਰ ਆ ਗਿਆ ਉਹਦੇ ਬਾਅਦ all ਜਨਤਾ, all everything put together. Let's go again. ਪੁਰਖਾ, ਬਿਰਖਾ, ਤੀਰਥਾ, ਤੱਟਾ, ਮੇਘਾ, ਦੀਪਾ, ਲੋਹਾ, ਮੰਡਲਾ, ਖੰਡਾ ਔਰ ਭੰਡਾ, all creation, ਸੋਮਿਤ ਜਾਣੇ ਸਰਾਂ, ਮੇਰਾ, ਜਨਤਾ। ਕਿਸੇ ਵੀ ਤਰੀਕੇ ਨਾਲ ਜੋ ਇਹ ਸੰਸਾਰ ਵਾਹਿਗੁਰੂ ਨੇ ਬਣਾਇਆ। ਫਿਰ ਉਹ ਵਿੰਦਰ ਜੀ ਕਹਿੰਦੇ ਨੇ ਨਾਨਕ ਜਨ ਤੇ ਉਪਾਏ ਕੇ ਸੰਭਾਲੇ ਸਭਨਾ। ਭਾਵੇਂ ਉਹ ਕੀੜਾ ਹੈ ਜਿਹੜਾ ਪਾਣੀ ਦੇ ਵਿੱਚ ਹੈ ਤੜਪ ਰਿਹਾ, ਤੇ ਭਾਵੇਂ ਉਹ ਅਸੀਂ ਹਾਂ। ਗੁਰੂ ਨਾਨਕ ਸਾਹਿਬ ਦੀ ਗੱਲ ਸਿੱਧੀ ਹੈ, ਨਾਨਕ ਜਨ ਤੇ ਉਪਾਏ ਕੇ ਸੰਭਾਲੇ ਸਭਨਾ। ਕਿਸੇ ਨਾ ਕਿਸੇ ਢੰਗ ਨਾਲ ਉਹ ਸਾਰਿਆਂ ਨੂੰ ਸੰਭਾਲ ਲਿਆ। ਅਸੀਂ ਕਦੀ ਕਹਿੰਦੇ ਆ ਸਾਨੂੰ ਬੁਖਾਰ ਹੋ ਗਿਆ, ਕਦੀ ਕਹਿੰਦੇ ਆ ਕੋਵਿਡ ਆ ਗਈ ਹੈ, ਕਦੀ ਕਹਿੰਦੇ ਆ ਕਿਸੇ ਨੂੰ ਕੈਂਸਰ ਹੋ ਗਿਆ, ਕਦੀ ਕਹਿੰਦੇ ਆ ਕਿਸੇ ਨੂੰ ਡਾਇਬੀਟੀਜ਼ ਹੋ ਗਈ ਆ, ਔਰ ਇੰਨੇ ਹਸਪਤਾਲ ਬਣ ਗਏ ਨੇ, ਇੰਨੇ ਡਾਕਟਰ ਨੇ, ਪਰ ਕੈਲਾਸ਼ ਕਦੀ ਸਾਡੇ ਮਨ 'ਚ ਆਇਆ ਇੰਨਾ ਜੀਵ, ਇੰਨਾ ਜਾਨਵਰ ਹੈ। ਬਿਮਾਰੀਆਂ ਤੇ ਉਹਨਾਂ ਨੂੰ ਵੀ ਆਉਂਦੀਆਂ ਹੋਣੀ, ਉਹ ਕਿਹੜੇ ਹਸਪਤਾਲ ਜਾਂਦੇ ਨੇ? ਜਿਹੜੇ ਜੰਗਲਾਂ 'ਚ ਰਹਿ ਰਹੇ ਨੇ, ਉਹਨਾਂ ਨੂੰ ਤਾਂ ਰੱਬ ਹੀ ਸਮਝਦਾ। ਸੋ ਕਈ ਵਾਰੀ ਤੁਸੀਂ ਇਹ ਦੇਖਦੇ ਹੋ, ਤੁਸੀਂ ਸਰਦੀਆਂ ਆਈਆਂ, ਥੱਲੇ ਬਨੈਣ ਪਾਈ, ਉੱਤੇ ਸਵੈਟਰ ਪਾਇਆ, ਉੱਤੇ ਕਮੀਜ਼ ਪਾਈ, ਉੱਤੇ ਇੱਕ ਹੋਰ ਸਵੈਟਰ ਪਾਇਆ, ਉੱਤੇ ਕੋਟ ਪਾਇਆ, ਉੱਤੇ ਓਵਰਕੋਟ ਪਾਇਆ, ਤੇ ਤੁਸੀਂ ਦੇਖਦੇ ਹੋ ਸੜਕ ਤੇ ਉਹ ਇੱਕ ਨਾਲ ਦੇ ਘਰ ਜਿਹੜਾ ਪੈਟ ਸੀ ਉਹ ਤੇ ਉਸੇ ਤਰ੍ਹਾਂ ਤੁਰਿਆ ਫਿਰਦਾ, ਉਹਨੂੰ ਤੇ ਕੋਈ ਕੱਪੜਾ ਨਹੀਂ ਪਿਆ। ਸੋ ਇਹ ਪਰਮਾਤਮਾ ਨੇ ਜਿਹੜੀ ਉਹ ਵਿਸਮਾਦ ਵਾਲੀ ਕਹਾਣੀ ਹੈ, ਅਦਭੁਤ ਦੁਨੀਆ ਬਣਾਈ ਹੈ, ਇਹ ਉਹੋ ਹੀ ਜਾਣਦਾ ਹੈ। ਸਾਡੀ ਸਮਝ ਤੋਂ ਬਹੁਤ ਮਾਰਾ। ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਹੇ, ਕਿ ਜਿਨਨੇ ਇਹ ਸਭ ਕੁਝ ਬਣਾਇਆ ਨੈਚੁਰਲੀ ਚਿੰਤਾ ਵੀ ਤਾਂ ਉਹੀ ਕਰ ਰਿਹਾ, ਦੇਖ ਵੀ ਤਾਂ ਉਹੀ ਰਿਹਾ, ਤਾਏ ਵਿੱਚ ਉਹਨਾਂ ਨੂੰ ਦੇਖ ਵੀ ਤਾਂ ਉਹੀ ਰਿਹਾ। ਸੋ ਕਰਤਾ ਚਿੰਤਾ ਕਰੇ, ਰਿਪੀਟ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਅਗਲੇ 2 ਵਰਡ ਮੁਸ਼ਕਲ ਨੇ, ਉਹ ਵਰਬ ਨਹੀਂ, ਉਹ ਨਾਉਨ ਨੇ। ਜਿਸ ਜੋਹਾਰੀ ਸਵਸਥ ਤਿਸ, ਦੋ ਇਸ਼ਰ ਮੰਨਦੇ ਹੋ। ਤਿਸ ਜੋਹਾਰੀ ਸਵਸਥ ਤਿਸ ਕਹਿੰਦੇ ਨੇ ਉਸ ਮਹਾਨ ਸ਼ਖਸੀਅਤ ਨੂੰ ਆਓ ਮਿਲ ਕੇ ਸਲਾਮ ਕਰੀਏ। ਜਿਹੜਾ ਵਰਡ ਹੈ ਜੋਹਾਰੀ, ਉਹਦਾ ਮਤਲਬ ਹੈ ਸਲੂਟ ਕਰਨਾ, ਔਰ ਜਿਹੜਾ ਸਵਸਥ ਦਾ ਮਤਲਬ ਹੈ, ਉਹਦਾ ਮਤਲਬ ਹੈ ਉਹਦੀ ਜੈ ਜੈਕਾਰ ਕਰਨੀ। ਉਹ ਗ੍ਰੇਟ ਹੈ ਜਿਹਨੇ ਸਾਰਾ ਕੁਝ ਬਣਾਇਆ। ਆ ਜਿਹੜੀਆਂ 20 ਗੱਲਾਂ ਮੈਂ ਤੁਹਾਨੂੰ ਉੱਤੇ ਦੱਸ ਦਿੱਤੀਆਂ, ਤਿਸ ਦੀਵਾਨ ਪੱਗ, ਔਰ ਉਹਦਾ ਜਿਹੜਾ ਆਪਣਾ ਘਰ ਹੈ, ਉਹਦਾ ਜਿਹੜਾ ਆਪਣਾ ਕੋਟ ਹੈ,
ਉਹ ਇੰਪੈਰਿਸ਼ੇਬਲ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਪਰ ਦੱਸੀਆਂ ਇਹ ਪੈਰਿਸ਼ੇਬਲ ਨੇ। ਪਹਾੜ ਵੀ ਪੈਰਿਸ਼ੇਬਲ ਹੈ, ਸਮੁੰਦਰ ਵੀ ਪੈਰਿਸ਼ੇਬਲ ਹੈ, ਇੱਕ ਪਰਮਾਤਮਾ ਹੈ ਜਿਹੜਾ ਪੈਰਿਸ਼ੇਬਲ ਨਹੀਂ ਹੈ। ਨਾਨਕ ਸੱਚੇ ਨਾਮ ਹੈ ਨਾ। ਫਿਰ ਉਹ ਕਹਿੰਦੇ ਨੇ ਲਾਸਟ ਆ ਕੇ ਤੁਸੀਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਕਿ ਮੱਥੇ ਤੇ ਤਿਲਕ ਲਾ ਕੇ, ਜਨੇਊ ਪਾ ਕੇ, ਭਗਵੇ ਕੱਪੜੇ ਪਾ ਕੇ ਤੇ ਹੱਥ 'ਚ ਕਮੰਡਲ ਫੜ ਕੇ ਤੇ ਤੁਸੀਂ ਕਹਿ ਦਿਓ ਕਿ ਤੁਸੀਂ ਸੰਸਾਰ ਨੂੰ ਜਾਣਦੇ ਹੋ, ਤੁਸੀਂ ਲੋਕਾਂ ਨੂੰ ਮੁਕਤੀ ਦੇ ਦਿਓਗੇ। ਇਹ ਸਭ ਠੱਗੀ ਹੈ, ਇਹਦੇ ਨਾਲ ਕੁਝ ਵੀ ਨਹੀਂ ਹੋਣਾ। ਲੱਖ ਨੇਕੀਆਂ ਚੰਗਿਆਈਆਂ, ਦੂਸਰਾ ਸ਼ਲੋਕ ਹੈ। ਲੱਖ ਨੇਕੀਆਂ, ਇਹ ਬਹੁਤ ਹੀ ਆਸਾਨ ਹੈ। ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੈਬਾਨ, ਲੱਖ ਸੂਰਤਨ ਸੰਗਰਾਮ ਰਨ ਮੈਂ ਛੁੱਟੇ ਪ੍ਰਾਨ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਨ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਨ, ਨਾਨਕ ਮਤੀ ਮਤ ਮਿਥਿਆ ਕਰਮ ਸੱਚਾ ਨਿਸ਼ਾਨ। ਪਰਮਾਤਮਾ ਨੇ ਇੱਕ ਬੁੱਕ ਬਣਾਈ ਹੈ, ਜਿਹਨੂੰ ਕਹਿੰਦੇ ਆ ਬੁੱਕ ਆਫ ਟਰੂਥ। ਆਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ, ਜਿਹੜੀਆਂ ਤੁਸੀਂ ਕਰਕੇ ਲੋਕਾਂ ਨੂੰ ਧੋਖਾ ਦੇ ਰਹੇ ਹੋ, ਭਾਵੇਂ ਤੁਸੀਂ ਪੁੰਨ ਕਰ ਰਹੇ ਹੋ, ਭਾਵੇਂ ਤੁਸੀਂ ਗੁਰਦੁਆਰੇ ਜਾ ਕੇ ਬੜੇ ਬੜੇ ਵੱਡੇ ਦਾਨ ਪੁੰਨ ਕਰ ਰਹੇ ਹੋ, ਤੁਸੀਂ ਬੜੇ ਬੜੇ ਪਾਠ ਰੱਖ ਰਹੇ ਹੋ, ਚੰਗਿਆਈਆਂ ਦਿਖਾ ਰਹੇ ਹੋ, ਤਪ ਕਰ ਰਹੇ ਹੋ, ਪੂਜਾ ਕਰ ਰਹੇ ਹੋ, ਤੀਰਥਾਂ ਤੇ ਜਾ ਰਹੇ ਹੋ, ਇਹ ਸਾਰੇ ਕਰਮ ਨੇ ਜਿਹੜੇ ਉੱਤੇ ਉਹਨਾਂ ਨੇ ਕਹੇ ਨੇ। ਪਰ ਜੇ ਉਹਦੇ ਪਿੱਛੇ ਸੱਚਾਈ ਨਹੀਂ ਹੈ, ਜੇ ਉਹਦੇ ਪਿੱਛੇ ਤੁਹਾਡੀ ਕਮਿਟਮੈਂਟ ਨਹੀਂ ਹੈ, ਦੇਖੋ ਨਾ ਕਈ ਵਾਰੀ ਤੁਸੀਂ ਨਹੀਂ ਦੇਖਦੇ ਕਈ ਬੰਦਿਆਂ ਨੂੰ ਕਿ ਯਾਰ ਇਹ ਤੇ ਰੋਜ਼ ਗੁਰਦੁਆਰੇ ਆਉਂਦਾ ਔਰ ਬੜੇ ਬੜੇ ਨੱਕ ਰਗੜਦਾ, ਤੁਹਾਡਾ ਕੀ ਖਿਆਲ ਹੈ ਉਹਨੂੰ? ਉਹ ਇਹਦੀ ਇੱਕ ਹੋ ਸਕਦਾ ਉਹ ਠੀਕ ਹੋਵੇ, ਮੈਂ ਨਹੀਂ ਕਹਿ ਰਿਹਾ, ਪਰ ਕੀ ਇਸ ਦੈਟ ਐਕਸ਼ਨ ਇਜ਼ ਇਨਫ ਟੂ ਗੈਟ ਏ ਮੁਕਤੀ? ਹੁਣ ਉਹਦੇ ਅੰਦਰ ਕੀ ਚੱਲ ਰਿਹਾ, ਗੱਲ ਤੇ ਉਹ ਹੈ। ਜੇ ਅੰਦਰ ਵੀ ਠੀਕ ਹੈ ਤੇ ਬਾਹਰ ਵੀ ਠੀਕ ਹੈ, ਮੁਕਤੀ ਮਿਲੇਗੀ ਮਿਲੇਗੀ। ਪਰ ਗੁਰੂ ਨਾਨਕ ਇਹ ਕਹਿੰਦੇ ਨੇ ਕਿ ਅੰਦਰ ਚੀਜ਼ ਹੋਰ ਹੁੰਦੀ, ਬਾਹਰ ਕੋਈ ਚੀਜ਼ ਹੋਰ ਹੁੰਦੀ ਹੈ। ਅੰਦਰ ਹੋਰ ਹੈ ਤੇ ਬਾਹਰ ਤੁਸੀਂ ਗਿਆਨ ਦੇਈ ਜਾਂਦੇ ਹੋ। ਜੋ ਤੁਸੀਂ ਪੰਡਤਾਂ ਦੇ ਤੁਸੀਂ ਅੱਜ ਕੱਲ੍ਹ ਦੇਖਦੇ ਨਹੀਂ, ਨਹੀਂ ਤੁਸੀਂ ਨਹੀਂ ਦੇਖਦੇ ਸ਼ਾਇਦ, ਇੱਕ ਸੀਰੀਅਲ ਆ ਰਿਹਾ ਆਹਿਲਿਆ, ਜਿਹਦੇ ਵਿੱਚ ਜਿਹੜੇ ਵਿਡੋ ਮੈਰਿਜ ਤੇ ਬਹੁਤ ਵੱਡਾ ਵਾਦ ਵਿਵਾਦ ਵਿੱਚ ਦਿਖਾਇਆ ਕਿ ਪੰਡਤ ਜਿਹੜੇ ਨੇ, ਜਿਹੜੇ ਕਹਿੰਦੇ ਨੇ ਸਾਰਾ ਗਿਆਨ ਉਹਨਾਂ ਕੋਲ ਹੀ ਹੈ, ਰੱਬ ਵੀ ਉਹਨਾਂ ਦੀ ਮੁੱਠੀ 'ਚ ਹੈ, ਔਰ ਜੇ ਉਹਨਾਂ ਨੇ ਉਹਨਾਂ ਦੀ ਗੱਲ ਲੋਕਾਂ ਨੇ ਨਹੀਂ ਮੰਨੀ ਤੇ ਪਰਲੇ ਆ ਜਾਏਗੀ। ਇਹ ਇੱਥੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ, ਨਾਨਕ ਮਤੀ ਮਿਥਿਆ, ਇਹ ਸਭ ਕੁਝ ਝੂਠ ਹੈ। ਕਰਮ ਸੱਚਾ ਨਿਸ਼ਾਨ, ਸਿਰਫ ਉਸ ਪਰਮਾਤਮਾ ਦਾ ਜਿਹੜਾ ਇੱਕ ਨਿਸ਼ਾਨ ਹੈ, ਪਰਮਾਤਮਾ ਦੀ ਜਿਹੜੀ ਸਿੱਖਿਆ ਸੱਚਾਈ, ਉਹ ਹੀ ਸੱਚੀ ਚੀਜ਼ ਹੈ। ਕਰੋ, ਪੁੰਨ ਕਰੋ, ਚੰਗਿਆਈਆਂ ਕਰੋ, ਨੇਕੀਆਂ ਕਰੋ, ਪਰ ਉਹਦੇ ਵਿੱਚ ਆਈ ਨਾ ਆਵੇ। ਤੀਰਥਾਂ ਤੇ ਜਾਓ, ਆਈ ਨਾ ਆਵੇ। ਸਹਿਜ ਕਰੋ, ਜੋਗ ਕਰੋ, ਆਈ ਨਾ ਆਵੇ। ਇਹ ਜਿਹੜੀ ਤੀਸਰੀ ਲਾਈਨ ਹੈ ਨਾ, ਲੱਖ ਸੂਰਤਨ ਸੰਗਰਾਮ ਰਨ ਮਨ ਮੈਂ ਛੁੱਟੇ ਪ੍ਰਾਣ, ਤੁਸੀਂ ਲੜਾਈ ਦੇ ਮੈਦਾਨ ਤੇ ਜਾ ਕੇ ਆਪਣੀ ਦੇਸ਼ ਦੀ ਸੇਵਾ ਵੀ ਕਰਦੇ ਹੋ, ਪਰ ਕੀ ਤੁਹਾਨੂੰ ਪਤਾ ਦੋ ਕਿਸਮ ਦੇ ਸਿਪਾਹੀ ਹੁੰਦੇ ਨੇ। ਇੱਕ ਮਰਸਨਰੀ ਵਰਡ ਸੁਣਿਆ, ਮਰਸਨਰੀਜ਼ ਸੁਣਿਆ ਵਰਡ ਨਵਤੇਜ, ਬਬਲੀ ਸੁਣਿਆ? ਹਾਂਜੀ ਹਾਂਜੀ ਸੁਣਿਆ ਮਰਸਨਰੀਜ਼। ਪਰਮਜੀਤ ਬੜੀ ਵਾਰੀ ਮਰਸਨਰੀ ਵਰਡ ਸੁਣਿਆ? ਹਾਂਜੀ ਥੋੜੀ ਐਡਾ ਤੂੰ ਐਡਾ ਥੋੜਾ ਜਿਹਾ ਸਿਰ ਲਾਇਆ ਨਾ, ਮੈਨੂੰ ਡਾਊਟ ਹੋ ਗਿਆ ਕਿ ਤੈਨੂੰ ਨਹੀਂ ਪਤਾ। ਹਾਂ ਬੋਲ, ਕੌਣ ਹੁੰਦਾ ਮਰਸਨਰੀ? I can't remember. I've heard the word. ਜਿਹੜਾ ਸਟੂਡੈਂਟ ਕਲਾਸ 'ਚ ਹੋਵੇ ਨਾ, I've heard the word though. I have heard the ਉਹਦੀ word. ਡਿਊਟੀ ਹੈ ਪੁੱਛੇ। I've heard the word, Dr. G. ਇੱਕ ਬੰਦਾ ਪੈਸੇ ਲੈ ਕੇ ਦੂਸਰੇ ਨੂੰ, ਜਿਹੜਾ ਜੇ ਇੱਕ ਸਿਪਾਹੀ ਪੈਸੇ ਲੈ ਕੇ ਕੰਮ ਕਰਦਾ, ਪੁਰਾਣੇ ਜ਼ਮਾਨੇ ਵਿੱਚ ਆ ਜਿਹੜੇ ਲੋਕਾਂ ਨੇ ਫੌਜਾਂ ਬਣਾਈਆਂ ਸਨ ਨਾ, ਉਹ ਦੇਸ਼ ਵਾਸਤੇ ਨਹੀਂ ਸਨ ਲੜਦੇ, ਪੈਸੇ ਵਾਸਤੇ ਲੜਦੇ ਸਨ, ਮਰਸਨਰੀ ਸਨ ਸਾਰੇ। ਹਾਂਜੀ। ਸੋ ਇਹੀ ਉਹ ਕਹਿ ਰਹੇ ਨੇ ਕਿ ਜਿਹੜਾ ਸਾਰਾ ਕੰਮ ਹੈ ਮਿੱਥਿਆ, ਇਹਦੇ 'ਚ ਸੱਚਾਈ ਕੋਈ ਵੀ ਨਹੀਂ ਹੈ। ਹੁਣ ਉਹਨਾਂ ਨੇ ਪੌੜੀ ਦੇ ਵਿੱਚ ਤੁਹਾਨੂੰ ਸਾਰਾ ਗਿਆਨ ਦੇ ਦਿੱਤਾ। ਸੱਚਾ ਸਾਹਿਬ ਏਕ ਤੂੰ ਇਹਨੂੰ ਸੱਚੋ ਸੱਚ ਵਸਾਇਆ, ਉਹ ਇੱਕੋ ਹੀ ਹੈ ਨਵਤੇਜ, ਇਜ਼ ਦੀ ਓਨਲੀ ਵਨ। ਔਰ ਉਹਨੇ ਕੀ ਦਿੱਤਾ ਤੁਹਾਨੂੰ?
ਉਹਨੇ ਸੱਚ ਦਿੱਤਾ ਹੈ। ਤੁਸੀਂ ਉਹਨੂੰ ਆਪਣੇ ਕੋਲ ਰੱਖਿਆ, ਸਾਂਭਿਆ ਜਾਂ ਨਹੀਂ ਸਾਂਭਿਆ, ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਸੀ। ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ। ਮਨੁ परमात्मा ने अगर ज्ञान दिता है, अगर परमात्मा ने मैं सच दिता तो फिर मेरी कमाई तां ही है जे मैं उस सच नूं सांभ के रखा, जे मैं उस सच नूं लोकां नाल वंडा, सच्चाई वंडा, लोकां नाल सच्चा व्यवहार करा। सतगुरु मिलिए सच पाया, जिनके हृदय सच बसाया। कोई बंदे कोल सच नहीं है जे ਉਹਦੇ ਹਿਰਦੇ ਵਿੱਚ ਸੱਚ ਨਹੀਂ ਹੈ। ਬਸ ਉਹ ਤੁਹਾਨੂੰ ਯਾਦ ਹੋਣਾ ਗੁਰੂ ਨਾਨਕ ਸਾਹਿਬ ਜੀ, ਸੱਚ ਤਾਂ ਫਿਰ ਜਾਣੀਏ ਹਿਰਦੇ ਸੱਚਾ ਹੋਵੇ। ਜਦ ਤੱਕ ਤੁਹਾਡੇ ਦਿਲ ਦੇ ਅੰਦਰ ਸੱਚਾਈ ਨਹੀਂ ਤੇ ਤੁਸੀਂ ਜਿੰਨੀ ਮਰਜ਼ੀ ਜ਼ੁਬਾਨ ਦੇ ਨਾਲ ਗੱਲਾਂ ਕਰੀ ਜਾਓ। ਮੂਰਖ ਸੱਚ ਨਾ ਜਾਣੇ ਹੀ ਮਨਮੁਖੀ ਜਨਮ ਗਵਾਇਆ। ਅਸੀਂ ਮੋਸਟ ਆਫ ਲੈਸ ਜਿਹੜੇ ਲੋਕ ਨੇ ਉਹ ਮੂਰਖ ਹੀ ਨੇ। ਉਹ ਸੱਚ ਨੂੰ ਸਮਝ ਨਹੀਂ ਸਕੇ, ਸੱਚ ਨੂੰ ਸੰਭਾਲ ਨਹੀਂ ਸਕੇ, ਸੱਚ ਨੂੰ ਉਹ ਪ੍ਰੈਕਟੀਕਲੀ ਇੰਪਲੀਮੈਂਟ ਨਹੀਂ ਕਰ ਸਕੇ ਤੇ ਉਹਨਾਂ ਨੇ ਆਪਣਾ ਜਨਮ ਗਵਾ ਲਿਆ। ਵਿੱਚ ਦੁਨੀਆ ਕਾਹੇ ਆਇਆ, ਦੇ ਹੈਵ ਵੇਸਟਡ देयर ਲਾਈਫ। ਹੁਣ ਸਾਡੇ ਕੋਲ ਅਕੋਰਡਿੰਗ ਟੂ ਦੀ ਟਾਈਮ ਟੇਬਲ ਹੁਕਮਨਾਮੇ, ਉਸ ਤੋਂ ਪਹਿਲਾਂ ਮੈਂ ਮਹਿੰਦਰ ਜੀ ਨੂੰ ਕਹਾਂਗਾ ਕਿ ਉਹ 5 ਮਿੰਟ ਆਪਣਾ ਯਾਤਰਾ ਦਾ ਵਰਣਨ ਦੱਸਣ, ਤਾਂ ਕਿ ਅਗਲਾ ਇਸ ਤਰ੍ਹਾਂ ਸੁਣਾਓ ਕਿ ਅਗਲੇ ਵੀ ਮੋਟੀਵੇਟ ਹੋ ਜਾਣ। ਜਿਹੜੇ ਨਹੀਂ ਗਏ ਗੁਰੂ ਨਾਨਕ ਸਾਹਿਬ ਦੀ ਯਾਤਰਾ ਤੇ ਉਹ ਤਿਆਰ ਹੋ ਜਾਣ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜੀ ਸਾਨੂੰ ਕੰਪਨੀ ਇੱਥੋਂ ਲੈ ਕੇ ਗਈ ਸੀ, ਉਹਨਾਂ ਨੇ ਸਾਡੇ ਵੀਜ਼ੇ ਦਾ, ਸਾਡੇ ਰਹਿਣ ਦਾ ਤੇ ਸਾਡੀ ਟਰਾਂਸਪੋਰਟ ਦਾ ਇੰਤਜ਼ਾਮ ਕੀਤਾ ਸੀ। ਉਹ ਸਭ ਤੋਂ ਪਹਿਲਾਂ ਕੀਤਾ ਸੀ ਸਾਡੇ ਜਾਣ ਤੋਂ ਪਹਿਲਾਂ। ਸੋ ਇੱਥੋਂ ਅਸੀਂ ਵੀਜ਼ਾ ਲੈ ਕੇ ਤੇ ਜਦੋਂ ਅਸੀਂ ਲਾਹੌਰ ਪਹੁੰਚੇ, ਪਹਿਲਾਂ ਉਹਨਾਂ ਦੀ ਸੀਗੀ ਵੀ ਸਿੱਧੀ ਡਾਇਰੈਕਟ ਫਲਾਈਟ ਹੋਏਗੀ, ਪਰ ਡਾਇਰੈਕਟ ਫਲਾਈਟ ਨਹੀਂ ਸੀ ਕਿਉਂਕਿ ਕਾਫੀ ਫਲਾਈਟਾਂ ਮਹਿੰਗੀਆਂ ਸੀ। ਇਸ ਕਰਕੇ ਉਹਨਾਂ ਨੇ ਸਾਨੂੰ ਐਮਿਰੇਟ ਏਅਰਲਾਈਨ ਦੀ ਫਲਾਈਟ ਲੈ ਦਿੱਤੀ। ਉਹ ਬੰਦਾ ਸਾਡੇ ਨਾਲ ਸੀ ਤੇ ਅਸੀਂ ਲਾਹੌਰ ਪਹੁੰਚੇ। ਇੱਥੋਂ ਦੁਬਈ ਤੋਂ ਲਾਹੌਰ ਪਹੁੰਚ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਹੋਟਲ 'ਚ ਉਤਾਰਾ ਕੀਤਾ ਤੇ ਸਾਨੂੰ ਜੋ ਵੀ ਸੇਵਾ ਉਹਨੇ ਕੀਤੀ ਪਹਿਲਾਂ। ਤੇ ਦੂਸਰੇ ਦਿਨ ਸੁਬਾਹ ਅਸੀਂ ਉੱਠ ਕੇ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਯਾਤਰਾ ਕੀਤੀ, ਜਿਹੜਾ ਕਿ ਹਰ ਸਿੱਖ 2 ਵੇਲੇ ਅਰਦਾਸ ਕਰਦਾ, ਸਾਨੂੰ ਗੁਰਧਾਮਾਂ ਦੇ ਦਰਸ਼ਨ ਕਰਾਈ ਜਿਹੜੇ ਸਾਡੇ ਤੋਂ ਵਿਛੜੇ ਗਏ। ਸੋ ਸਭ ਤੋਂ ਪਹਿਲਾਂ ਅਸੀਂ ਉਸ ਗੁਰੂ ਨਾਨਕ ਦੀ ਧਰਤੀ ਤੇ ਅਸੀਂ ਪਹੁੰਚੇ ਜਿੱਥੇ ਕਿ ਉਹਨਾਂ ਦੀ ਪੈਦਾਇਸ਼ ਹੋਈ ਸੀ। ਸੋ ਉਸ ਦਿਨ ਸਾਨੂੰ ਬੜੇ ਖੁੱਲ੍ਹੇ ਦਰਸ਼ਨ ਹੋਏ ਕਿਉਂਕਿ ਬਹੁਤ ਜ਼ਿਆਦਾ ਲੋਕ ਨਹੀਂ ਸਨ, ਸਿਰਫ ਇੱਕੋ ਹੀ ਗਰੁੱਪ ਸੀ ਬਾਹਰੋਂ ਜਿਹੜਾ ਗਿਆ ਆ। ਸੋ ਅਸੀਂ ਨਨਕਾਣਾ ਸਾਹਿਬ ਦੇਖਿਆ ਤੇ ਜਿੱਥੇ ਜੰਡਰਾਂ ਬੰਨੇ ਗਏ ਸੀਗੇ ਉਹ ਗੁਰਦੁਆਰਾ, ਉਹ ਜਗ੍ਹਾ ਦੇਖੀ। ਤੇ ਉਸ ਤੋਂ ਬਾਅਦ ਉਹ ਨਨਕਾਣਾ ਸਾਹਿਬ ਦੇ ਵਿੱਚ ਛੋਟੇ ਛੋਟੇ ਪੱਟੀ ਸਾਹਿਬ, ਕਿਆਰਾ ਸਾਹਿਬ, ਬਾਲ ਲੀਲਾ, ਇਹ ਗੁਰਦੁਆਰੇ ਜਿਹੜੇ 4 ਸਾਨੂੰ ਦਿਖਾਉਣ ਤੋਂ ਬਾਅਦ ਉਸ ਜਿਹੜਾ ਬੰਦਾ ਇੱਥੇ ਇੰਤਜ਼ਾਮ ਕਰਦਾ ਸੀ, ਉਹਦਾ ਜਿਹੜੇ ਬਾਕੀ ਬੰਦੇ ਸੀ ਉਹ ਪਾਕਿਸਤਾਨ ਵਿੱਚ ਹਨ, ਉਹ ਉੱਥੇ ਇੰਤਜ਼ਾਮ ਕਰਦੇ। ਹਰ ਗੁਰਦੁਆਰੇ ਵਿੱਚ ਸਾਨੂੰ ਜਦੋਂ ਲੈ ਕੇ ਜਾਂਦੇ ਸੀ, ਸਾਡਾ ਉੱਥੋਂ ਸਾਨੂੰ ਸਪੈਸ਼ਲ ਮੱਥਾ ਟਿਕਾ ਕੇ ਸਾਨੂੰ ਸਰੂਪੇ ਦਿੱਤੇ ਜਾਂਦੇ ਸਨ ਤੇ ਸਾਡੇ ਲੰਗਰ ਦਾ ਇੰਤਜ਼ਾਮ ਜਿਹੜਾ ਸੀ ਉਹ ਹਰ ਗੁਰਦੁਆਰੇ ਦੇ ਵਿੱਚ ਸੀਗਾ। ਦੁਪਹਿਰ ਦਾ ਲੰਗਰ ਸੁਬਾਹ ਦਾ ਅਸੀਂ ਹੋਟਲ 'ਚ ਖਾ ਕੇ ਜਾਂਦੇ ਸੀ, ਦੁਪਹਿਰ ਦਾ ਗੁਰਦੁਆਰੇ ਤੇ, ਸ਼ਾਮ ਨੂੰ ਵਾਪਸ ਫਿਰ ਅਸੀਂ ਹੋਟਲ 'ਚ ਵਾਪਸ ਆ ਜਾਂਦੇ ਸੀ। ਉਹ ਸਭ ਤੋਂ ਪਹਿਲਾਂ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ। ਉਸ ਤੋਂ ਬਾਅਦ ਦੂਸਰੇ ਦਿਨ ਫਿਰ ਅਸੀਂ ਜਿਹੜੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ, ਜਿਹੜੀ ਅਸੀਂ ਕਹਿੰਦੇ ਹਾਂ ਛੋਟਾ ਬਾਜ਼ਾਰ ਹੈ, ਡਾਕਟਰ ਜੀ ਨੇ ਦੇਖਿਆ ਛੋਟਾ ਬਾਜ਼ਾਰ ਹੈ, ਜਿੱਥੇ ਤੱਕ ਕੋਚ ਜਾਂਦੀ ਸੀ ਉਹ ਕੋਚ ਖੜੀ ਕਰ ਲੈਂਦੇ ਸੀ, ਉਸ ਤੋਂ ਬਾਅਦ ਤੁਹਾਨੂੰ ਪੈਦਲ ਜਾਣਾ ਪੈਂਦਾ ਸੀ। ਹਾਂਜੀ। ਤੇ ਉਸ ਗੁਰਦੁਆਰੇ ਦੇ ਦਰਸ਼ਨ ਕੀਤੇ। ਸੋ ਉਹ ਜਿਹੜੀ ਸਾਡੀ ਕੰਪਨੀ ਸੀ ਉਹ ਪਹਿਲਾਂ ਗੁਰਦੁਆਰੇ ਨੂੰ ਦੱਸ ਦਿੰਦੀ ਸੀ ਅਸੀਂ ਕਿੰਨੇ ਬੰਦੇ ਆ ਰਹੇ ਹਾਂ, ਸੋ ਉਹ ਲੰਗਰ ਦਾ ਇੰਤਜ਼ਾਮ ਕਰ ਲੈਂਦੇ ਸੀ। ਹਾਂਜੀ। ਤੇ ਉਸ ਤੋਂ ਬਾਅਦ ਅਸੀਂ ਬਾਜ਼ਾਰ ਦੇ ਵਿੱਚ ਜਿਹੜਾ ਗੁਰਦੁਆਰੇ ਜਿੱਥੇ ਇੱਕ ਤਾਂ ਅਸੀਂ ਮਾਤਾ ਕੌਲਾਂ ਦਾ ਘਰ ਸੀ, ਉਹ ਗੁਰਦੁਆਰਾ ਬਣਾ ਰਹੇ ਨੇ ਹਜੇ। ਤੇ ਉਸ ਤੋਂ ਬਾਅਦ ਅਸੀਂ ਜਿੱਥੇ ਜਿਹੜੀ ਜੇਲ੍ਹ ਸੀਗੀ ਮੀਰ ਮਨੂ ਦੀ ਜੇਲ੍ਹ, ਹਾਂਜੀ, ਉਹ ਦੇਖੀ। ਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਏ ਤੇ ਫਿਰ ਅਸੀਂ ਆਪਣਾ ਗੁਰਦੁਆਰਾ ਰੋੜੀ ਸਾਹਿਬ ਦੇ ਜਿਹਨੂੰ ਐਮਨਾਬਾਦ ਕਿਹਾ ਜਾਂਦਾ ਸੀ ਪੁਰਾਣੇ ਜ਼ਮਾਨੇ 'ਚ, ਹੁਣ ਤਾਂ ਉਹ ਸ਼ਹਿਰ ਦਾ ਨਾਂ ਕੁਛ ਹੋਰ ਹੈ। ਤੇ
ਜਿੱਥੇ ਕਿ ਭਾਈ ਲਾਲੋ ਦੀ ਖੂਹੀ ਤੇ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਨੂੰ ਤੇ ਬਾਕੀ ਹੋਰ ਜਿਹੜੇ ਸੀਗੇ ਉਹਨਾਂ ਨੂੰ ਬਾਬਰ ਨੇ ਚੱਕੀ ਫੇਰੀ ਤੇ ਉਹ ਗੁਰਦੁਆਰਾ ਤੇ ਹੁਣ ਤਾਂ ਉਹ ਜਗ੍ਹਾ ਬਣਾਈ ਆ, ਕਿਉਂਕਿ ਜਿਸ ਤਰ੍ਹਾਂ ਡਾਕਟਰ ਜੀ ਨੇ ਪਹਿਲਾਂ ਕਿਹਾ ਬਹੁਤੇ ਸਿੰਘ ਨਾ ਹੋਣ ਕਰਕੇ ਤੇ ਉਸ ਜਗ੍ਹਾ ਨੂੰ ਉਹਨਾਂ ਉਸ ਜਿਹੜੀ ਪਾਕਿਸਤਾਨ ਗੁਰਦੁਆਰਾ ਕਮੇਟੀ ਹੈ ਉਹਨਾਂ ਨੂੰ ਰੱਖਿਆ ਹੈ ਪ੍ਰੀਜ਼ਰਵ, ਪਰ ਕਈ ਜਗ੍ਹਾ ਤੇ ਬਾਬਾ ਜੀ ਵੀਰ ਪ੍ਰਕਾਸ਼ ਹੈ ਤੇ ਕਈ ਜਗ੍ਹਾ ਤੇ ਨਹੀਂ ਹੈ। ਸੋ ਉਸ ਜਗ੍ਹਾ ਤੇ ਬਾਬਾ ਦੀ ਵੀਰ ਪ੍ਰਕਾਸ਼ ਨਹੀਂ ਸੀਗੀ। ਤੇ ਉਸ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸੱਚਾ ਸੌਦਾ, ਜਿਹੜਾ ਕਿ ਜਿੱਥੇ ਕਿ ਬਾਬਾ ਜੀ ਵੀਰ ਪ੍ਰਕਾਸ਼ ਸੀ, ਉਸ ਦਿਨ ਸੰਗਰਾਂਦ ਸੀ ਤੇ ਉਸ ਦਿਨ ਅਸੀਂ ਉਹਨਾਂ ਨੂੰ ਕਹਿ ਕੇ ਭਾਈ ਸਾਹਿਬ ਨੂੰ ਕਹਿ ਕੇ ਬਾਬਾ ਮਤਲਬ ਮਹੀਨੇ ਦਾ ਨਾਮ ਸੁਣਾਇਆ। ਡਾਕਟਰ ਜੀ ਨੇ ਪਹਿਲਾਂ ਸਾਨੂੰ ਮੈਸੇਜ ਕਰ ਦਿੱਤਾ ਸੀ ਤਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅੱਜ ਸੰਗਰਾਂਦ ਹੈ। ਤੇ ਫਿਰ ਅਸੀਂ ਉੱਥੇ ਸੱਚਾ ਸੌਦਾ ਜਿਹੜਾ ਗੁਰਦੁਆਰਾ ਤੇ ਸਾਡੇ ਸਭ ਤੋਂ ਵੱਡਾ ਜਿਹੜਾ ਚਮਤਕਾਰ ਹੋਇਆ ਉਹ ਮੈਂ ਸਾਰੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਸੱਚਾ ਸੌਦਾ ਸ਼ਾਇਦ ਗੁਰਦੁਆਰਾ ਤੁਸੀਂ ਡਾਕਟਰ ਜੀ ਨੇ ਦੇਖਿਆ, ਪੌੜੀਆਂ ਚੜ੍ਹਨ ਲੱਗੇ ਤੇ ਇੱਕ ਬੜਾ ਸਿਆਣਾ ਬਾਬਾ ਆਇਆ, ਬਜ਼ੁਰਗ ਬਾਬਾ ਸੀ, ਉਹਦੇ ਮੋਢੇ ਦੇ ਉੱਤੇ ਕੋਈ 10 ਕਿਲੋ ਦਾ ਭਾਰ ਰੱਖਿਆ ਸੀ ਜਿਹਦੇ ਵਿੱਚ ਕਿ ਗਿਰੀ ਸ਼ਵਾਰੇ ਸੀ, ਤੇ ਉਸਨੇ ਸਾਨੂੰ ਆਵਾਜ਼ ਦਿੱਤੀ ਕਿ ਸੰਗਤ ਜੀ ਪ੍ਰਸ਼ਾਦ ਲੈ ਕੇ ਜਾਓ। ਸੋ ਸਾਰਿਆਂ ਨੇ ਅਸੀਂ ਤਕਰੀਬਨ 2 ਕੋਚਾਂ ਸੀ, ਕੁਝ ਵੱਡੀ ਕੋਚ ਸੀ, ਇੱਕ ਛੋਟੀ ਕੋਚ ਸੀ, ਤੇ ਸਾਰਿਆਂ ਨੇ ਉਹਦੇ ਕੋਲੋਂ ਪ੍ਰਸ਼ਾਦ ਲਿਆ। ਉਹਨੇ 2 ਬੁੱਕ ਸਾਰਿਆਂ ਨੂੰ ਪ੍ਰਸ਼ਾਦ ਦਿੱਤੇ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਰਿਆਂ ਦੇ ਕੋਲ ਮੋਬਾਈਲ ਫੋਨ ਸੀ, ਕਿਸੇ ਨੇ ਵੀ ਉਸ ਬਾਬੇ ਦੀ ਫੋਟੋ ਨਹੀਂ ਖਿੱਚੀ। ਇਹ ਹੈਰਾਨਗੀ ਦੀ ਗੱਲ ਹੈ। ਸਾਡੇ ਨਾਲ ਪੂਰਾ ਫੋਟੋਗ੍ਰਾਫਰ ਸੀਗਾ, ਪਰ ਉਹਨੇ ਵੀ ਕੋਈ ਜਿਹੜਾ 2-4 ਮਿੰਟ ਦਾ ਸੀਨ ਸੀ ਨਾ, ਉਹ ਸਾਨੂੰ ਹੁਣ ਯਾਦ ਆ ਰਿਹਾ, ਪਰ ਕਿਸੇ ਨੇ ਵੀ ਉਸ ਬਾਬੇ ਦੀ ਫੋਟੋ ਨਹੀਂ ਖਿੱਚੀ ਕਿ ਉਹ ਕਿੱਥੋਂ ਆਇਆ ਤੇ ਕਿੱਧਰ ਚਲੇ ਗਿਆ। ਸਾਰਿਆਂ ਨੂੰ ਉਸਨੇ 2 ਬੁੱਕ ਪ੍ਰਸ਼ਾਦ ਆਪਣੇ ਸ਼ਵਾਰਿਆਂ ਨੂੰ ਦਿੱਤੇ ਤੇ ਉਸ ਤੋਂ ਬਾਅਦ ਅਸੀਂ ਮੱਥਾ ਟੇਕਿਆ। ਉਹ ਕਿਸੇ ਨੂੰ ਨਹੀਂ ਪਤਾ ਕਿ ਕਿੱਧਰ ਦੀ ਬਾਬਾ ਆਇਆ ਤੇ ਕਿੱਧਰ ਚਲੇ ਗਿਆ। ਇਹ ਸਭ ਤੋਂ ਵੱਡਾ ਸਾਡੇ ਨਾਲ ਇਹ ਕੌਤਕ ਹੋਇਆ। ਇਹ ਸੱਚਾ ਕੌਤਕ ਹੈ। ਠੀਕ ਹੈ, ਕੋਈ ਕਹੇ ਵੀ ਐਵੇਂ ਗੱਲ ਕਰਦੇ ਆ। ਤੇ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਤੋਂ ਬਾਅਦ ਲੰਗਰ ਛਕਿਆ। ਕਿਉਂਕਿ ਉਹਨਾਂ ਨੇ ਸਾਡੀ ਕੰਪਨੀ ਨੇ ਅਰੇਂਜ ਕੀਤਾ ਸੀ ਸਾਰਾ, ਤੇ ਫਿਰ ਅਸੀਂ ਲੰਗਰ ਛਕਣ ਤੋਂ ਬਾਅਦ ਫਿਰ ਵਾਪਸ ਸ਼ਾਮੀ ਅਸੀਂ ਗੁਰਦੁਆਰੇ ਆ ਗਏ, ਆਪਣੇ ਹੋਟਲ ਚ ਆ ਗਏ। ਉਸ ਤੋਂ ਬਾਅਦ ਫਿਰ ਅਸੀਂ ਆਪਣਾ ਡੇਰਾ ਸਾਹਿਬ ਗੁਰਦੁਆਰਾ, ਜਿੱਥੇ ਕਿ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਈ ਸੀਗੀ, ਤੇ ਉਸ ਦੇ ਨਾਲ ਹੈ ਸ਼ਾਹੀ ਕਿਲਾ, ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ, ਤੇ ਉਸ ਦੇ ਨਾਲ ਅਸੀਂ ਸ਼ਾਮ ਨੂੰ ਫਿਰ ਵਾਪਸ ਆ ਗਏ। ਤੇ ਫਿਰ ਅਸੀਂ ਆਪਣੇ ਗੁਰਦੁਆਰਾ ਕਰਤਾਰਪੁਰ ਥੱਲੇ ਆ ਜਾਓ। ਉਸ ਦਿਨ ਜਿਸ ਦਿਨ ਅਸੀਂ ਗੁਰਦੁਆਰਾ ਕਰਤਾਰਪੁਰ, ਸ਼ਾਇਦ ਜਦੋਂ ਤੁਸੀਂ ਡਾਕਟਰ ਜੀ ਦੇਖਿਆ ਉਹ ਗੁਰਦੁਆਰਾ ਛੋਟਾ ਬਣਿਆ ਸੀ, ਪਰ ਹੁਣ ਆਪਣੇ 2 ਸਾਲ ਪਹਿਲਾਂ ਪਾਕਿਸਤਾਨ ਗਵਰਨਮੈਂਟ ਨੇ ਬਹੁਤ ਵੱਡਾ ਕੰਪਲੈਕਸ ਬਣਾ ਦਿੱਤਾ। ਉਹਦੇ ਵਿੱਚ ਇਸ ਤਰ੍ਹਾਂ ਕਿ ਜਿਹੜੇ ਯਾਤਰੀ ਹਿੰਦੁਸਤਾਨ ਤੋਂ ਆਉਂਦੇ ਆ ਉਹਨਾਂ ਦਾ ਐਂਟਰੈਂਸ ਜੁਦੀ ਆ, ਪਰ ਗੁਰਦੁਆਰੇ ਅੰਦਰ ਇਕੱਠੇ ਹੋ ਸਕਦੇ ਆ, ਉਹ ਗੁਰਦੁਆਰੇ ਦੇ ਬਾਹਰ ਕੰਪਲੈਕਸ ਦੇ ਬਾਹਰ ਨਹੀਂ ਆ ਸਕਦੇ। ਤੇ ਅਸੀਂ ਜਿਹੜੇ ਇਧਰੋਂ ਗਏ ਸੀਗੇ, ਸਾਡੀ ਐਂਟਰੈਂਸ ਇਹਦੇ ਬਾਹਰਲੇ ਪਾਸੇ ਸੀਗੀ। ਸੋ ਅਸੀਂ ਐਂਟਰ ਹੋਏ ਤਾਂ ਉਸ ਦਿਨ ਪੰਜਾਬ ਦੀ ਸਾਰੀ ਕੈਬਨਿਟ ਜਿਹੜੀ ਸੀ ਉਹ ਗਈ ਸੀਗੀ, ਤੇ ਸਾਡੇ ਨਾਲ ਸਾਨੂੰ ਉਹਨਾਂ ਥੋੜਾ ਜਿਹਾ ਡਿਲੇ ਇਸ ਕਰਕੇ ਕੀਤਾ ਕਿ ਟੈਲੀਫੋਨ ਅੰਦਰ ਬੰਦ ਕੀਤੇ ਸੀ, ਕੋਈ ਵੀ ਟੈਲੀਫੋਨ ਨਹੀਂ ਕਰ ਸਕਦਾ। ਤੇ ਪਰ ਜਦੋਂ ਅਸੀਂ ਪਹੁੰਚੇ ਤਾਂ ਸਾਡੀ ਪੰਜਾਬ ਦੀ ਕੈਬਨਿਟ ਜਿਹੜਾ ਚੰਨੀ ਸਾਹਿਬ ਤੇ ਹੋਰ ਮੰਤਰੀ ਮੰਡਲ ਉਹਨਾਂ ਦੇ ਅਸੀਂ ਦਰਸ਼ਨ ਕੀਤੇ, ਪਰ ਕਿਉਂਕਿ ਉਹ ਜਲਦੀ ਕਾਹਲੀ ਸੀਗੇ ਉਹ ਚਲੇ ਗਏ। ਉਸ ਤੋਂ ਬਾਅਦ ਅਸੀਂ ਉੱਥੇ ਆਪਣਾ ਹੁਕਮਨਾਮਾ ਲਿਆ, ਸਾਨੂੰ ਸਾਰੇ ਸਰੂਪੇ ਦਿੱਤੇ। ਸਭ ਤੋਂ ਵੱਡੀ ਗੱਲ ਇਹ ਕਿ ਜਿੰਨੀ ਸਾਨੂੰ ਹਿਸਟਰੀ ਡਾਕਟਰ ਜੀ ਨੇ ਦੱਸੀ ਸੀਗੀ, ਉਹ ਮੈਂ ਕੋਚ ਵਿੱਚ ਸਾਰਿਆਂ ਨਾਲ ਸ਼ੇਅਰ ਕਰਦਾ ਗਿਆ ਕਿ ਕਿਹੜੇ ਗੁਰਦੁਆਰੇ ਜਾਣਾ, ਕਿ ਉਹਦੀ ਕੀ ਹਿਸਟਰੀ ਆ। ਇਹ ਗੁਰਦੁਆਰਾ ਚਲੋ ਆਪਣੇ ਕਰਤਾਰਪੁਰ ਦੇਖਣ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਜਿਹੜੀ ਹਿਸਟਰੀ ਮੈਨੂੰ ਨਹੀਂ ਸੀ ਪਤਾ ਕਿ ਉਹ ਫਿਰ ਜਾ ਕੇ ਪੁੱਛੀ, ਸਿਆਲਕੋਟ ਡਾਕਟਰ ਜੀ ਬਾਬੇ ਦੀ ਵੇਰ ਗੁਰਦੁਆਰਾ। ਹਾਂਜੀ, ਤੇ ਉਸ ਗੁਰਦੁਆਰੇ ਦਾ ਇੱਕ ਦਿਨ ਦਾ ਸਾਡਾ ਟ੍ਰਿਪ ਸੀ, ਤੇ ਬਾਬੇ ਦੀ ਵੇਰ ਉਹਦੀ ਹਿਸਟਰੀ ਸਾਨੂੰ ਪਤਾ ਨਹੀਂ ਸੀ। ਪਰ ਫਿਰ ਉੱਥੇ ਜਾ ਕੇ ਭਾਈ ਸਾਹਿਬ ਜਿਹੜੇ ਗਿਆਨੀ ਜੀ ਸੀ ਉਹਨਾਂ ਤੋਂ ਪੁੱਛੀ, ਤੇ ਉਹਨਾਂ ਨੇ ਫਿਰ ਸਾਨੂੰ ਹਿਸਟਰੀ ਦੱਸੀ। ਤੇ ਉਹ ਡਾਕਟਰ ਜੀ ਕਿਸੇ ਵੇਲੇ ਤੁਸੀਂ ਉਹ ਹਿਸਟਰੀ ਰਿਪੀਟ ਕਰਨਾ ਕਿ ਉਹ ਜਿਹੜੀ ਸਾਖੀ ਆ ਨਾ, ਤੇ ਉਹ ਉੱਥੇ ਜਾ ਕੇ ਪਤਾ ਲੱਗੀ, ਪਰ ਸਾਨੂੰ ਪਤਾ ਨਹੀਂ ਸੀ। ਹਾਂਜੀ, ਅਗਲੇ ਵੀਕ ਤੁਸੀਂ ਉਹ ਸਾਖੀ ਸਾਰਿਆਂ ਨੂੰ ਸ਼ੇਅਰ ਕਰਨਾ ਕਿ ਕੀ ਸਾਖੀ, ਕਿਉਂਕਿ ਉਸ ਸਾਖੀ ਦਾ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ। ਪਰ ਫਿਰ ਮੈਂ ਕੋਚ ਵਿੱਚ ਇਹ ਅਨਾਉਂਸ ਕੀਤਾ ਵੀ ਇਸ
ਗੁਰਦੁਆਰੇ ਦੀ ਸਾਖੀ ਦਾ ਸਾਨੂੰ ਪਤਾ ਨਹੀਂ ਤਾਂ ਕਿ ਨਸ਼ੇ ਨੇ। ਫਿਰ ਉੱਥੋਂ ਜਾ ਕੇ ਸਾਰਿਆਂ ਜਦੋਂ ਅਸੀਂ ਬੈਠੇ ਗੁਰਦੁਆਰੇ ਤਾਂ ਭਾਈ ਸਾਹਿਬ ਨੇ ਉਸ ਗੁਰਦੁਆਰੇ ਦੀ ਜਿਹੜੀ ਸਾਖੀ ਆ ਉਹ ਸ਼ੇਅਰ ਕੀਤੀ। ਫਿਰ ਲੰਗਰ ਛਕ ਕੇ ਤੇ ਵਾਪਸ ਅਸੀਂ ਗੁਰਦੁਆਰੇ। ਫਿਰ ਲਾਸਟ ਵਿੱਚ ਅਸੀਂ ਜਿਹੜਾ ਦੇਖਿਆ ਉਹ ਪੰਜਾ ਸਾਹਿਬ ਅਸੀਂ ਸਾਡੀ ਕੋਚ ਜਿੱਦਾਂ ਜਿੱਥੇ ਤੱਕ ਜਾਣੀ ਸੀ ਉੱਥੋਂ ਬਾਅਦ ਪੈਦਲ ਜਾ ਕੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਨਾਲ ਕੋਚ ਦੇ ਅੱਗੇ ਉਸ ਗਵਰਨਮੈਂਟ ਦੀ ਸਿਕਿਉਰਿਟੀ ਹੁੰਦੀ ਸੀਗੀ ਜਿਹੜੀ ਕਿ ਸਾਨੂੰ ਰਸਤਾ ਵੀ ਸਾਰਾ ਕਲੀਅਰ ਕਰਦੀ ਸੀ ਤੇ ਕੋਈ ਵੀ ਸਾਡੇ ਮੋਹਰੇ ਕੋਈ ਟ੍ਰੈਫਿਕ ਵੀ ਸਟਾਪ ਕਰਦੀ ਸੀਗੀ। ਉਹ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਜਿਸ ਤਰ੍ਹਾਂ ਅਸੀਂ ਪੰਜਾ ਸਾਹਿਬ ਮਤਲਬ ਤਕਰੀਬਨ ਸਾਰੇ ਗੁਰਦੁਆਰਿਆਂ ਦੇ ਮੋਹਰੇ ਜਿਹੜੀ ਆ ਪਾਕਿਸਤਾਨ ਦੀ ਗਵਰਨਮੈਂਟ ਦੀ ਸਿਕਿਉਰਿਟੀ ਬੈਠੀ ਆ। ਉਹ ਆਮ ਬੰਦਾ ਜਿਹੜਾ ਕੋਈ ਇਸ ਤਰ੍ਹਾਂ ਦਾ ਹੋਵੇ ਉਹਨੂੰ ਅੰਦਰ ਨਹੀਂ ਜਾਣ ਦਿੰਦੇ। ਤੇ ਅਸੀਂ ਜਦੋਂ ਪੰਜਾ ਸਾਹਿਬ ਪਹੁੰਚੇ ਤੇ ਸਾਨੂੰ ਅਸੀਂ ਇਸ਼ਨਾਨ ਕਰਕੇ ਜਿੱਥੇ ਪੰਜਾ ਲਾਇਆ ਪਹਿਲਾਂ ਅਸੀਂ ਗੁਰਦੁਆਰੇ ਮੱਥਾ ਟੇਕਿਆ। ਉੱਥੇ ਕੀਰਤਨ ਹੋ ਰਿਹਾ ਸੀ, ਇਸ਼ਨਾਨ ਕੀਤਾ ਥੋੜਾ ਜਿਹਾ ਕਿਉਂਕਿ ਜਿਹੜੀ ਸਰੋਵਰ ਬਹੁਤ ਛੋਟਾ ਆ ਤੇ ਉੱਥੇ ਇਸ਼ਨਾਨ ਕਰਨ ਦਾ ਕੋਈ ਨਹੀਂ ਖਾਸ ਨਹੀਂ, ਪਰ ਫਿਰ ਵੀ ਜਿਨ੍ਹਾਂ ਲੋਕਾਂ ਨੇ ਕਰਨਾ ਸੀ ਕੱਪੜਿਆਂ ਸਣੇ ਇਸ਼ਨਾਨ ਕਰ ਲਿਆ ਜੀ। ਤੇ ਫਿਰ ਅਸੀਂ ਪੰਜਾ ਸਾਹਿਬ ਤੇ ਪੰਜਾ ਦੇ ਹੱਥ ਲਾਇਆ ਜਿਸ ਤਰ੍ਹਾਂ ਹੁੰਦੇ। ਫਿਰ ਉੱਥੇ ਅਸੀਂ ਇਮੈਜਿਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਬੈਠੇ ਹੋਣਗੇ ਤੇ ਪਹਾੜ ਕਿੱਧਰ ਦੀ ਆਇਆ ਸੀ ਕਿਉਂਕਿ ਉਹਨਾਂ ਨੇ ਜਦੋਂ ਹਿਸਟਰੀ ਦੱਸੀ ਜਾਂ ਆਪਾਂ ਨੂੰ ਵੀ ਹਿਸਟਰੀ ਪਤਾ ਕਿ ਉਸ ਵਕਤ ਜਦੋਂ ਗੁਰੂ ਨਾਨਕ ਜੀ ਪੰਜਾ ਸਾਹਿਬ ਜਾਂ ਹਸਨ ਅਬਦਾਲ ਜਗ੍ਹਾ ਦਾ ਨਾਂ ਹੈ ਉੱਥੇ ਪਹੁੰਚੇ ਹੋਣਗੇ ਉਸ ਵੇਲੇ ਤਾਂ ਤਕਰੀਬਨ ਕੋਈ ਨੇੜੇ ਤੇਰੇ ਘਰ ਨਹੀਂ ਹੋਏਗਾ ਤੇ ਸਾਰਾ ਜੰਗਲ ਬੀਆਬਾਨ ਹੋਏਗਾ। ਤੇ ਪਰ ਹੁਣ ਇਸ ਟਾਈਮ ਤੇ ਕਾਫੀ ਜਿਸ ਤਰ੍ਹਾਂ ਆਲੇ ਦੁਆਲੇ ਦੀ ਆਬਾਦੀ ਹੋਈ ਆ ਪਰ ਉੱਥੇ ਜਾ ਕੇ ਅਸੀਂ ਇਹ ਫੀਲ ਕੀਤਾ ਆਪਣੇ ਆਪ ਨੂੰ ਕਿ ਪਹਾੜ ਕਿੱਧਰ ਦੀ ਆਇਆ ਹੋਊਗਾ। ਤੇ ਜਦੋਂ ਅਸੀਂ ਪੰਜਾ ਲਾਇਆ ਉਹ ਪੂਰਾ ਅਸੀਂ ਪੰਜਾ ਲਾ ਕੇ ਉਹ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਬੇ ਨੇ ਬੜੀ ਆਪਣੀ ਕਿਰਪਾ ਕੀਤੀ ਕਿ ਸਾਡੇ ਨਾਲ ਫੋਟੋਗ੍ਰਾਫਰ ਸੀਗਾ। ਜਿਹੜਾ ਕੰਪਨੀ ਦਾ ਫੋਟੋਗ੍ਰਾਫਰ ਸੀ ਉਹ ਕਹਿੰਦਾ ਵੀ ਜਦੋਂ ਤਾਂ ਬੰਦੇ ਜ਼ਿਆਦਾ ਹੋਣ ਤਾਂ ਫਿਰ ਮੈਂ ਸਾਰਿਆਂ ਦੀ ਵੀਡੀਓ ਬਣਾ ਦਿੰਦਾ, ਪਰ ਐਤਕੀ ਗਰੁੱਪ ਛੋਟਾ ਆ ਇਸ ਕਰਕੇ ਉਹ ਕੱਲੇ ਦੀ ਹਰ ਗੁਰਦੁਆਰੇ ਦੇ ਨਾਲ 10 ਦਿਨ ਸਾਡੇ ਨਾਲ ਰਿਹਾ ਤੇ ਉਸਨੇ ਕੱਲੇ ਦੀਆਂ ਜਿੱਦਾਂ ਫੋਟੋ ਖਿੱਚੀਆਂ ਹਰ ਜਿੱਦਾਂ ਸਾਡੇ ਦੋਨਾਂ ਦੀਆਂ ਉਹਨੂੰ ਸਾਰਾ ਦੇਖ ਲਿਆ ਸੀ ਕਿਹੜਾ ਬੰਦਾ ਕਿਹੜੇ ਨਾਲ ਆ ਉਸ ਦੀਆਂ ਫੋਟੋ ਖਿੱਚੀਆਂ ਤੇ ਉਹ ਲਾਸਟ ਤੇ ਸਾਨੂੰ USB ਬਣਾ ਕੇ ਦੇ ਦਿੱਤੀ ਆ। ਤੇ ਸੋ ਅਸੀਂ ਸਭ ਤੋਂ ਇਹ ਆ ਵੀ ਹਰ ਸਿੱਖ ਨੂੰ ਜਿਸ ਤਰ੍ਹਾਂ ਕਿ 2 ਵੇਲੇ ਅਰਦਾਸ ਕਰਦਾ ਹੈ ਕਿ ਵਿਛੜੇ ਗੁਰਧਾਮਾਂ ਸਾਨੂੰ ਦਰਸ਼ਨ ਇਸ਼ਨਾਨ ਕਰਾਈ, ਪਰ ਸਾਡਾ ਇਹ ਅਰਦਾਸ 50 ਸਾਲ ਬਾਅਦ ਪੂਰੀ ਹੋਈ ਆ। ਮੈਂ ਤਾਂ ਕਹਿਣਾ ਕਿ ਠੀਕ ਹੈ ਜਿੰਨੇ ਵੀ ਆਪਾਂ ਬੈਠੇ ਆ ਜਾਂ ਹੋਰ ਵੀ ਕੋਈ ਆ ਹਰ ਸਿੱਖ ਨੂੰ ਇਸ ਯਾਤਰਾ ਤੇ ਜਾਣਾ ਚਾਹੀਦਾ। ਉਹਦਾ ਕਾਰਨ ਇਹ ਕਿ ਅਸੀਂ ਰੋਜ਼ 2 ਵੇਲੇ ਅਰਦਾਸ ਕਰਦੇ ਆ, ਪਰ ਉਹ ਜਿਸ ਤਰ੍ਹਾਂ ਡਾਕਟਰ ਜੀ ਕਹਿੰਦੇ ਅਰਦਾਸ ਮੂੰਹ ਨਾਲ ਕਰੀ ਜਾਂਦੇ ਆ, ਪਰ ਪ੍ਰੈਕਟੀਕਲੀ ਵੀ ਥੋੜਾ ਜਿਹਾ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਉਸ ਗੁਰਧਾਮਾਂ ਦੇ ਦਰਸ਼ਨ ਕਰਕੇ ਆਈਏ। ਹਮੇਸ਼ਾ ਅਰਦਾਸ ਅਸੀਂ ਅੱਗੇ ਵੀ ਕਰਦੇ ਹਾਂ ਹੁਣ ਵੀ ਕਰਦੇ ਰਹਾਂਗੇ। ਸੋ ਡਾਕਟਰ ਜੀ ਬਹੁਤ ਬਹੁਤ ਸ਼ੁਕਰੀਆ। ਇਹ ਸਾਡੇ ਛੋਟਾ ਜਿਹਾ ਯਾਤਰਾ ਬੜੀ ਤਮੰਨਾ ਜਾਣ ਦੀ ਜਾਵਾਂਗੇ ਕਿਸੇ ਦਿਨ। ਬੜਾ ਅੱਛਾ ਲੱਗਿਆ ਸਾਨੂੰ ਜਦੋਂ ਗਏ ਆ ਕੈਲਾਸ਼ ਨਾਲ ਸੀ ਸਾਡੇ। ਹਾਂਜੀ ਪੂਰਾ ਸਾਨੂੰ ਸਾਰਾ ਵਕਤ ਯਾਦ ਆ ਗਿਆ। ਐਨੀਵੇ ਕਿਉਂਕਿ ਟਾਈਮ ਇਜ਼ ਰਨਿੰਗ ਆਊਟ ਅਸੀਂ ਇਹਨੂੰ ਅਗਲੇ ਵੀਕ ਫਿਰ ਥੋੜਾ ਜਿਹਾ ਡਿਸਕਸ ਕਰਾਂਗੇ। ਜਿਹੜੇ ਹੁਕਮਨਾਮੇ ਕਰ ਲਈਏ। ਹਾਂਜੀ ਜਿਹੜਾ ਮੰਡੇ ਦਾ ਹੈਗਾ ਉਹ ਆਪਣੇ ਡਾਕਟਰ ਕੈਲਾਸ਼ ਜੀ ਕਰਨਗੇ। ਥੈਂਕ ਯੂ ਮਹਿੰਦਰ ਜੀ। ਇਟ ਵਾਸ ਵੈਰੀ ਨਾਈਸ। ਸਾਰੀਆਂ ਯਾਦਾਂ ਵਾਪਸ ਆ ਗਈਆਂ ਡਾਕਟਰ ਜੀ ਨਾਲ। ਅਸੀਂ ਵੀ ਤੁਹਾਨੂੰ ਉੱਥੇ ਯਾਦ ਕੀਤਾ ਸੀ ਤੁਸੀਂ ਗਏ ਸੀ ਉਸ ਦਿਨ। ਇਹਨਾਂ ਜੀ ਕਿੰਨੇ ਸਾਲ ਹੋ ਗਏ ਜੀ? ਕਾਫੀ ਸਾਲ ਹੋ ਗਏ ਹਨਾ, ਯਾਦ ਨਹੀਂ ਮੈਨੂੰ। ਬੱਚੇ ਛੋਟੇ ਸੀ ਉਦੋਂ ਤਾਂ ਹਲੇ ਕੈਲਾਸ਼ ਛੋਟੀ ਜਿਹੀ ਕੁੜੀ ਹੁੰਦੀ ਸੀ ਕਲਾਸ ਚ। 35 36 ਸਾਲ ਹੋ ਗਏ। ਬੱਚੇ ਵੀ ਜਾਂਦੇ ਕੈਲਾਸ਼ ਜੀ। ਯੰਗ ਕੁੜੀ ਹੈ। 25 ਸਾਲ ਹੋ ਗਏ 25 ਸਾਲ ਹੋ ਗਏ ਸਾਨੂੰ। ਹਾਂਜੀ ਤੁਹਾਡੇ ਬੱਚੇ ਛੋਟੇ ਸੀ ਉਦੋਂ ਹਨਾ? ਹਾਂਜੀ ਨਾਲ ਲੈ ਕੇ ਗਏ ਸੀ ਉਹਨਾਂ ਨੂੰ। ਸੋ ਨਾਈਸ, ਵੈਰੀ ਨਾਈਸ। ਇਟ ਵਾਸ ਅ ਮੈਮੋਰੇਬਲ ਟ੍ਰਿਪ। ਹਾਂਜੀ ਅਸੀਂ ਤੁਹਾਨੂੰ ਬਹੁਤ ਯਾਦ ਕੀਤਾ। ਮਿਸ ਕੀਤਾ ਸੀ ਉਦੋਂ, ਮੈਂ ਮਿਸ ਕੀਤਾ ਸੀ ਕੈਲਾਸ਼ ਨਹੀਂ ਜਾ ਸਕੀ। ਥੈਂਕ ਯੂ ਬਬਲੀ ਜੀ। ਵਾਹਿਗੁਰੂ ਕਰੇ ਤੁਹਾਡਾ ਵੀ ਸਟੈਪ ਹੋ ਬਣੇ ਤੇ ਤੁਸੀਂ ਵੀ ਜਾਓ। ਹਾਂਜੀ ਚਲੋ
ਨਾਸਰੀ ਮਹਲਾ ਚੌਥਾ ਪੇਜ 668 ਤੇ ਹੈਗਾ ਹੈ ਸ਼ਬਦ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਹਨਾ। ਹਰ ਹਰ Thank you ਬੂੰਦ very ਭਏ much. no problem ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲਤੀ। ਉਹ ਕਹਿੰਦੇ ਨੇ ਜਿਵੇਂ ਇੱਕ ਚਾਤਰਕ ਆਪਣੀ ਵਰਖਾ ਦੀ ਬੂੰਦ ਲਈ ਤਰਸਦਾ ਹੈ, ਮੈਂ ਵੀ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਇਉਂ ਹੀ ਤਰਸਦਾ ਹਾਂ ਤੇ ਮੈਂ ਇਹ ਚਾਹੁੰਦਾ ਕਿ ਤੇਰਾ ਨਾਮ ਮੇਰੇ ਮੂੰਹ ਦੇ ਵਿੱਚ ਇੱਕ ਬੂੰਦ ਦੀ ਤਰ੍ਹਾਂ ਪੈ ਜਾਵੇ ਤੇ ਤੇਰਾ ਨਾਮ ਮੇਰੇ ਮਨ ਦੇ ਵਿੱਚ ਵਸ ਜਾਏ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ। हे ਪ੍ਰਭੂ ਆਪਣੀ ਮਿਹਰ ਕਰ ਅਤੇ ਅੱਖ ਦੇ ਚਮਕਣ ਜਿਤਨੇ ਸਮੇਂ ਦੇ ਵਿੱਚ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਬੂੰਦ ਪਾ ਦੇ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। हे परमात्मा मैं परमात्मा ਦੇ ਬਗੈਰ परमात्मा ਦੇ ਨਾਮ ਦੇ ਬਗੈਰ ਇੱਕ ਛਿਨ ਵੀ ਰਹਿ ਨਹੀਂ ਸਕਦਾ। ਜੋ ਬਿਨ ਅਮਲੇ ਮਰ ਜਾਏ ਹੈ ਤਿਉ ਹਰ ਬਿਨ ਹਮ ਮਰ ਜਾਤੀ। ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਇੱਕ ਅਫੀਮ ਖਾਣ ਵਾਲਾ ਅਫੀਮ ਦਾ ਆਦੀ ਹੋ ਜਾਂਦਾ ਹੈ ਤੇ ਜੇ ਉਹਨੂੰ ਅਫੀਮ ਨਾ ਮਿਲੇ ਤੇ ਉਸ ਤੋਂ ਬਗੈਰ ਉਹ ਮਰ ਜਾਂਦਾ ਹੈ, ਉਸੇ ਤਰ੍ਹਾਂ ਮੈਂ ਪ੍ਰਭੂ ਦੇ ਨਾਮ ਬਾਝੋਂ ਮਰ ਜਾਂਦਾ ਹਾਂ। ਤੁਮ ਹਰ ਸਰਵਰ ਅਤ ਅਗਾ ਹਮ ਲਹਿਨ ਸਕੇ ਅੰਤ ਮਾਤੀ। हे ਵਾਹਿਗੁਰੂ ਤੂੰ ਇੱਕ ਡੂੰਘਾ ਸਮੁੰਦਰ ਹੈ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਪਰ ਨਹੀਂ ਪਾ ਸਕਦੇ। ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਣੀ ਗਾਤੀ। हे ਵਾਹਿਗੁਰੂ ਤੇਰਾ ਨਾਮ ਪਰੇ ਤੋਂ ਪਰੇ ਹੈ ਅਤੇ ਉੱਚੇ ਤੋਂ ਉੱਚਾ ਹੈ ਅਤੇ ਆਪਣਾ ਵਿਸਥਾਰ ਤੇ ਅਵਸਥਾ ਕੇਵਲ ਤੂੰ ਹੀ ਜਾਣਦਾ ਹੈ। ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ। ਜਿਹੜੇ ਸਾਧ ਤੇ ਹੋਰ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਗੁਰਾਂ ਦੀ ਗੂੜੀ ਰੰਗਤ ਨਾਲ ਰੰਗੇ ਹੋਏ ਹਨ। ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਉਤਮ ਪਾਤੀ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਨੂੰ ਬਹੁਤ ਹਮੇਸ਼ਾ ਹੀ ਇੱਜ਼ਤ ਪ੍ਰਾਪਤ ਹੁੰਦੀ ਹੈ ਔਰ ਹੋਈ ਹੈ। ਆਪੇ ਠਾਕਰ ਆਪੇ ਸੇਵਕ ਆਪ ਬਣਾਵੇ ਭਾਤੀ। ਵਾਹਿਗੁਰੂ ਆਪ ਮਾਲਿਕ ਹੈ ਅਤੇ ਆਪ ਹੀ ਸੇਵਾ ਦਾ ਵਾਯੂਮੰਡਲ ਰਚ ਦਿੰਦਾ ਹੈ ਔਰ ਆਪੇ ਜਾਣੀ ਕਿ ਆਪਣੇ ਨਾਮ ਦੀ ਕਰਨ ਦੀ ਵਿਉਂਤ ਆਪ ਹੀ ਬਣਾ ਦਿੰਦਾ ਹੈ। ਜਨ ਨਾਨਕ ਤੁਮਰੀ ਸਿਮਨਾਈ ਹਰ ਰਾਖੋ ਲਾਜ ਭਗਾਤੀ। ਗੁਰੂ ਨਾਨਕ ਦੇਵ ਜੀ ਸੇਸ ਕਿ ਦਾਸ ਤੇਰੀ ਸ਼ਰਨ ਵਿੱਚ ਆ ਗਿਆ ਹੈ ਆਸਰਾ ਲੈਣ ਵਾਸਤੇ। ਇਹ ਪ੍ਰਭੂ ਤੂੰ ਆਪਣੇ ਸੇਵਕ ਦੀ ਇੱਜ਼ਤ ਹਮੇਸ਼ਾ ਹੀ ਰੱਖਦਾ ਹੈ ਔਰ ਹਮੇਸ਼ਾ ਹੀ ਰੱਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Excellent, very clear class ji. You have done excellently well. बहुत अच्छी तरह ਤੁਸੀਂ ਸਮਝਾਇਆ। ਹਾਂਜੀ ਨੈਕਸਟ ਪਰਮਜੀਤ ਟਿਊਜ਼ਡੇ ਦਾ ਤੁਸੀਂ ਪੜ੍ਹ ਦੋਗੇ ਪਲੀਜ਼। ਕਿਹੜਾ ਡੇ? ਟਿਊਜ਼ਡੇ ਦਾ ਰਾਗ ਦੇਵਗੰਧਾਰੀ। ਮਾਈ ਜੋ ਪ੍ਰਭ ਕੇ ਗੁਣ ਗਾਵੇ। ਮੈਂ ਪੜ੍ਹ ਦਿੰਦਾ ਦੇਵਗੰਧਾਰੀ ਪੰਜਵਾਂ। ਮਾਈ ਜੋ ਪ੍ਰਭ ਕੇ ਗੁਣ ਗਾਵੇ। O mother, one who sings the glories of God. ਸਫਲ ਆਇਆ ਜੀਵਨ ਫਲ ਤਾਂ ਕੋ ਪਾਰ ਬ੍ਰਹਮ ਲਿਵ ਲਾਵੇ ਰਹਾਓ। And enshrines the love of the supreme God, the supreme Lord God. His birth is very beautiful. ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ। Beautiful, wise, brave, and divine is one who obtains God's Sangat, the company of the holy. ਨਾਮ ਉਚਾਰ ਕਰੇ ਹਰ ਰਸਨਾ ਬੋੜ ਨਾ ਜੋਨੀ ਪਾਵੇ ਜੋਨੀ ਤਾਵੇ ਵਾਹਿਗੁਰੂ। He chants the name of the Lord with his tongue and does not have to wonder in reincarnation again. ਪੂਰਨ ਬ੍ਰਹਮ ਰਵਿਆ ਮਨ ਤਨ ਮੇ ਆਨ ਨ ਦ੍ਰਿਸ਼ਟੀ ਆਵੇ। The perfect Lord God pervades his mind and body. He does not look upon any other. ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ। Ill and disease do not afflict one who joins the company of the Lord's humble servants. O Nanak, the Lord attaches him to the hem of his robe. Thank you, Paramjit. Thank you very much. ਹੁਣ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਣਾ ਚਾਹਨਾ ਇੱਥੇ। ਇਹਦਾ ਜਿਹੜਾ ਹੈਡਿੰਗ ਹੈ ਉਹ ਗੁਰਦੀਪ ਦੁਬਾਰਾ ਪੜੋ ਸ਼ਬਦ ਦਾ ਹੈਡਿੰਗ। ਦੇਵਗੰਧਾਰੀ ਮਹਿਲਾ ਪੰਜਵਾਂ। ਅੱਛਾ ਵਜ਼ੀਰ ਜੀ।
हाँ जी ਤੁਹਾਡੇ ਕੋਲ ਹੈ ਸ਼ਬਦ? मेरे मोबाइल ते है जी। ਚਲੋ ਕੋਈ ਗੱਲ ਲਿਖਿਆ ਨਹੀਂ। ਸਿਰਫ ਦੇਵਗੰਧਾਰੀ ਹੋਰ ਕਿਹਦੇ ਕੋਲ ਸ਼ਬਦ ਹੈ? ਇਹਦੇ ਤੇ ਲਿਖਿਆ ਦੇਵਗੰਧਾਰੀ ਪੰਜਵਾਂ। ਨਹੀਂ ਕੈਲਾਸ਼ ਤੁਹਾਡੇ ਕੋਲ ਸ਼ਬਦ ਹੈ? ਦੇਵਗੰਧਾਰੀ 5। ਤੁਹਾਡੇ ਕੋਲ ਸ਼ਬਦ ਹੈ ਸਾਹਮਣੇ? ਹਾਂਜੀ ਪੜੋ, ਹੈਡਿੰਗ ਪੜੋ। ਦੇਵਗੰਧਾਰੀ 5। ਹੁਣ ਇਹ ਜਿਹੜਾ ਨਾ ਗੁਰਦੀਪ ਨੇ ਇੱਕ ਵਰਡ ਕਿਹਾ, ਇੱਕ ਕੈਲਾਸ਼ ਨੇ ਕਿਹਾ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋਗੇ, ਮੈਂ ਵੈਸੇ ਗੁਰਦੀਪ ਦੇ ਨਾਲ ਸਹਿਮਤ ਹਾਂ, ਜੇ ਤੁਸੀਂ ਕੈਲਾਸ਼ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋਗੇ ਤੇ ਕਈ ਜਗ੍ਹਾ ਪੂਰਾ ਕੁਛ ਨਹੀਂ ਦਿੱਤਾ ਹੁੰਦਾ। ਇਸ ਤਰ੍ਹਾਂ ਸ਼ਲੋਕ ਹੈ, ਸ਼ਲੋਕ ਮਹਲਾ ਪੰਜਵਾਂ, ਫਿਰ ਸਿਰਫ ਮਾਂ ਲਿਖਿਆ ਹੁੰਦਾ ਤੇ ਕਿ 5 ਹੁੰਦਾ, ਤੇ ਪੜ੍ਹਦੇ ਆ ਮਹਲਾ ਪੰਜਵਾਂ, ਮਾਂ 5 ਨਹੀਂ ਪੜ੍ਹਦੇ। ਹਾਂਜੀ ਇਸੇ ਤਰ੍ਹਾਂ ਹੀ ਇਹ ਸਪੈਸ਼ਲਿਟੀ ਹੈ ਦੇਵਗੰਧਾਰੀ ਰਾਗ ਵਿੱਚ, ਕਿਉਂਕਿ ਮੈਂ ਜਿਸ ਵੇਲੇ ਵਾਕ ਆਇਆ ਨਾ ਤੇ ਹਰਮੰਦਰ ਸਾਹਿਬ ਵਿੱਚ ਵੀ ਉਹਨਾਂ ਨੇ ਇੰਝ ਹੀ ਪੜ੍ਹਿਆ ਜਿਸ ਤਰ੍ਹਾਂ ਕੈਲਾਸ਼ ਜੀ ਤੁਸੀਂ ਪੜ੍ਹਿਆ। ਅੱਛਾ ਦੇਵਗੰਧਾਰੀ ਪੰਜਵਾਂ ਜਾਂ ਦੇਵਗੰਧਾਰੀ 5 ਇਸ ਤਰ੍ਹਾਂ ਉਹਨਾਂ ਨੇ ਕੁਛ ਕਿਹਾ। ਓਕੇ ਮੈਂ ਨਹੀਂ ਕਹਿੰਦਾ ਕਿ ਮੈਂ ਵਿਦਵਾਨ ਹਾਂ, ਪਰ ਮੈਨੂੰ ਆਪਣੇ ਨਵਤੇਜ ਜੀ ਮੈਨੂੰ ਠੀਕ ਨਹੀਂ ਲੱਗਾ। ਮੈਂ ਖੋਲਿਆ ਗੁਰੂ ਗ੍ਰੰਥ ਸਾਹਿਬ ਕਿ ਇਸ ਤੋਂ ਪਹਿਲੇ ਤੇ ਪਿਛਲੇ ਸ਼ਬਦਾਂ ਉੱਤੇ ਕੀ ਹਟੇਗਾ। ਸੋ ਇਹ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸਨ ਤੇ ਪਹਿਲੇ 2-4 ਸ਼ਬਦਾਂ ਤੋਂ ਉੱਤੇ ਲਿਖਿਆ ਹੈ ਦੇਵਗੰਧਾਰੀ ਮਹਲਾ ਪੰਜਵਾਂ, ਦੇਵਗੰਧਾਰੀ ਮਹਲਾ ਪੰਜਵਾਂ, ਵਿੱਚ ਕਿਧਰੇ ਆ ਗਿਆ ਦੇਵਗੰਧਾਰੀ 5, ਦੇਵਗੰਧਾਰੀ 5, ਫਿਰ ਦੇਵਗੰਧਾਰੀ ਮਹਲਾ ਪੰਜਵਾਂ। ਸੋ ਮੈਨੂੰ ਲੱਗਾ ਕਿ ਸਾਨੂੰ ਇਹਨੂੰ ਦੇਵਗੰਧਾਰੀ ਮਹਲਾ ਪੰਜਵਾਂ ਹੀ ਪੜ੍ਹਨਾ ਚਾਹੀਦਾ। I would read that as well। ਹਾਂਜੀ ਇੱਥੇ ਮੇਰੇ ਕੋਲ ਜਿਹੜਾ ਹੈ ਨਾ ਭਾਈ ਸਾਹਿਬ ਇੱਕ ਇੱਥੇ ਲਿਖਿਆ ਪੰਜਵੀਂ ਪਾਤਸ਼ਾਹੀ, ਇਹ ਲਿਖਿਆ ਦੇਵਗੰਧਾਰੀ ਪੰਜਵੀਂ ਪਾਤਸ਼ਾਹੀ। ਪਾਤਸ਼ਾਹੀ ਤੇ ਵਰਡ ਹੈ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਤੇ ਗਲਤ ਹੈ ਨਾ। ਸੋ ਕਿਉਂਕਿ ਬਹੁਤ ਜਗ੍ਹਾ ਸਾਨੂੰ ਇੰਡੀਕੇਸ਼ਨ ਹੈਗੀ ਹੈ ਔਰ ਉਸ ਇੰਡੀਕੇਸ਼ਨ ਨੂੰ ਸਾਨੂੰ ਫੋਲੋ ਕਰਨ ਦੀ ਲੋੜ ਹੈ। ਔਰ ਚੂੰਕਿ ਇੱਥੇ ਐਡੇ ਵੱਡੇ ਜਿਹੜੇ ਗ੍ਰੰਥੀ ਨੇ ਹਰਮੰਦਰ ਸਾਹਿਬ ਦੇ, ਉਹਨਾਂ ਨੇ ਵੀ ਮਹਲਾ ਵਰਡ ਯੂਜ਼ ਨਹੀਂ ਕੀਤਾ ਤੇ ਮੈਨੂੰ ਇਟ ਹਰਟ ਮੀ। So anyway, I'll talk to one of them ਕਿ ਮੇਰਾ ਖਿਆਲ ਹੈ ਮਹਲਾ ਵਰਡ ਪੜ੍ਹਨਾ ਚਾਹੀਦਾ। Definitely। Anyway, next ਸ਼ਬਦ ਬੋਲ ਡਾਕਟਰ ਵਜ਼ੀਰ ਦਾ। ਹਾਂਜੀ ओके जी, वजीर जी। गुजरी श्री रविदास जी के पदे कर तीजा, एक ओंकार सतगुरु प्रसाद। दूध ते बछड़े थनों बिटारे हो, फूल भमर जल मीन बिगारे हो। माई गोबिंद पूजा कहाँ ले चराऊं, अवर ना फूल अनूप न पाऊं। रहो मैला घर भेरे है भुअंगा, बिख अमृत बसे एक संगा। धूप दीप नाई बेटे बासा, कैसे पूज करे तेरी दासा। तन मन अर्पूं पूज चढ़ाऊं, गुरु प्रसाद निरंजन पाऊं। पूजा अर्चा आहे न तोरी, कह रविदास कवन गत मोरी। ਇਹ ਰਾਗ ਗੋਜਰੀ ਰਾਗ ਵਿੱਚ ਭਗਤ ਰਵਿਦਾਸ ਦਾ ਇਹ 5 ਪਦਿਆਂ ਦਾ ਸ਼ਬਦ ਹੈ। ਪਵਿੱਤਰ ਨਗਰੀ ਬਨਾਰਸ ਵਿੱਚ ਰਹਿਣ ਵਾਲਾ ਇੱਕ ਚਮਾਰ ਹੈ। ਇਹਦੇ ਵਿੱਚ ਜਿਹੜੀ ਮੈਨੂੰ ਸਾਰਿਆਂ ਨਾਲੋਂ ਵੱਧ ਬਿਖ ਲੱਗੀ ਹੈ ਕਿ ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜਿਹੜੀ ਹੁਣ ਇਹ ਪਹਿਲਾਂ ਜੇ ਥੋੜਾ ਜਿਹਾ ਮੂਲ ਮੰਤਰ ਮੈਂ ਪਿਛਲੀ ਵਾਰ ਵੀ ਇਹ ਕਰਿਆ ਸੀ ਕਿ ਇਹ ਮੂਲ ਮੰਤਰ ਚ ਗੁਰੂ ਪ੍ਰਸਾਦ ਹੈ, ਪਰ ਇੱਥੇ ਸਤਿਗੁਰੂ ਪ੍ਰਸਾਦ ਹੈ, ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਤੇ ਇਹਦੇ ਮੈਂ ਮਤਲਬ ਇਹ ਕਰਦਾ ਕਿ ਪਰਮ ਸੱਤਾ ਗੁਰੂ ਰੂਪ ਹੈ ਤੇ ਉਹੀ ਪ੍ਰਸਾਦ ਰੂਪ ਹੈ। ਤੇ ਮੇਰੀ ਵਿਆਖਿਆ ਇਹ ਨਹੀਂ ਹੈ ਕਿ ਉਹ ਗੁਰੂ ਰਾਹੀਂ ਉਹਦਾ ਪ੍ਰਕਾਸ਼ ਹੁੰਦਾ ਹੈਗਾ। ਹੁਣ ਇਹ ਸਭ ਜਿਹੜਾ ਸੈਂਟਰਲ ਭਾਵ ਹੈ ਇਹਦਾ ਹੈ ਕਿ ਕੈਸੇ ਪੂਜ ਕਰਹਿ ਤੇਰੀ ਦਾਸਾ, ਕਿ ਤੇਰੀ ਪੂਜਾ ਮੈਂ ਤੇਰਾ ਦਾਸ ਕਿਸ ਤਰ੍ਹਾਂ ਕਰੇ। ਉਹ ਪਹਿਲਾਂ ਜਿਹੜੇ ਪ੍ਰਚਲਿਤ ਰਿਵਾਜ ਹੈ ਪੂਜਾ ਕਰਨ ਦਾ, ਉਹਨਾਂ ਦਾ ਜ਼ਿਕਰ ਕਰਦੇ ਨੇ। ਫਿਰ ਉਹ ਚ ਆਪੇ ਦੱਸਦੇ ਨੇ ਕਿ ਜਿਹੜੀ ਬਿਖ ਤੇ ਅੰਮ੍ਰਿਤ ਬਸੈ ਇੱਕ ਸੰਗਾ, ਕਿ ਤੁਸੀਂ ਕਹਿੰਦੇ ਕਿ ਦੁੱਧ ਚ ਇਹ ਅੰਮ੍ਰਿਤ ਹੈ, ਇਹ ਹੈ, ਪਰ ਇਹਦੇ ਵਿੱਚ ਵੀ ਬਿਖ ਹੈ, ਇਕੱਠੇ ਹੀ ਬਸਦੇ ਨੇ। ਤੇ ਜਿਹੜਾ ਸਾਡਾ ਆਪਣਾ ਸਰੀਰ ਹੈ ਇਹ ਵੀ ਬਿਖ ਹੈ, ਪਰ ਇਹਦੇ ਵਿੱਚ ਜਿਹੜੀ ਜੋਤ ਹੈ ਉਹ ਅੰਮ੍ਰਿਤ ਹੈ। ਇਸੇ ਤਰ੍ਹਾਂ ਜਿਤਨੇ ਵੀ ਸਾਰਾ ਸੰਸਾਰ ਹੈ ਉਹਦਾ ਬਣਾਇਆ ਹੋਏਗਾ, ਉਹ ਸਾਰਾ ਮੇਲਾ ਹੈ। ਮੈਲ ਰਹਿਤ ਇੱਕ ਮੇਰਾ ਨਿਰੰਜਨ ਜੋਗ। ਉਹ ਇਹ ਦੋਵੇਂ ਇਕੱਠੇ ਬਸਦੇ ਨੇ।
ਵਿਖ ਵੀ ਤੇ ਅੰਮ੍ਰਿਤ ਵੀ ਦੋਵੇਂ ਇੱਕ ਥਾਂ ਤੇ ਬਸਦੇ ਨੇ ਕਿ ਜਦੋਂ ਸਮੁੰਦਰ ਰੜਕਿਆ ਸੀ ਉਹਦੇ ਵਿੱਚ ਵੀ ਤਿੰਨ ਚੀਜ਼ਾਂ ਨਿਕਲੀਆਂ ਸੀ, ਪਹਿਲਾਂ ਅੰਮ੍ਰਿਤ, ਫਿਰ ਜ਼ਹਿਰ ਤੇ ਫਿਰ ਸ਼ਰਾਬ। ਇਹ ਤਿੰਨ ਸਾਰੀਆਂ, ਇਹ ਸਾਰੀ ਪ੍ਰਕਿਰਤੀ ਹੈ ਇਹਨਾਂ ਚੀਜ਼ਾਂ ਦਾ ਮੇਲ ਹੈ। ਇਹਨੂੰ ਕਿਸੇ ਨੂੰ ਇੱਕ ਚੀਜ਼ ਦੀ ਪ੍ਰਧਾਨਤਾ ਦੇਣੀ, ਇਹ ਕਰਮਕਾਂਡ ਹੈਗਾ। ਹੁਣ ਅੱਗੇ ਕਹਿੰਦੇ ਨੇ ਦੂਧ ਤਾਂ ਬਚ ਰਹੇ ਥਨੋਂ ਬਟਾਰਿਓ, ਕਿ ਜਦੋਂ ਤੁਸੀਂ ਪਹਿਲਾਂ ਇਹ ਕਿ ਜਿਹੜੀ ਪੂਜਾ ਹੁੰਦੀ ਸੀ ਪਹਿਲਾਂ ਕਿ ਤੁਸੀਂ ਆਪਣੇ ਆਈਡਲ ਨੂੰ ਦੁੱਧ ਨਾਲ ਨਲਾਓ, ਜਲ ਛਿੜਕੋ, ਧੂਪ ਬਾਲੋ, ਦੀਵੇ ਬਾਲੋ, ਫਿਰ ਉਹਨੂੰ ਭੋਜਨ ਛਕਾਓ। ਇਹ ਪੂਜਾ ਦਾ ਜਿਹੜਾ ਅਸਲੀ ਉਸ ਸਮੇਂ ਪ੍ਰਚਲਿਤ ਰਿਵਾਜ ਸੀ। ਪਰ ਹੁਣ ਰਵਿਦਾਸ ਹੈ ਜਿਹੜਾ, ਇਹ ਭਗਤ ਜਿੰਨੇ ਵੀ ਭਗਤੀ ਲਹਿਰ ਦੇ ਭਗਤ ਨੇ, ਉਹਨੇ ਸਭ ਨੇ ਇਹਦਾ ਵਿਰੋਧ ਕੀਤਾ ਹੈਗਾ ਕਿ ਇਹ ਸਰਬ ਕਰਮ ਕਾਂਡ ਹੈ। ਇਹਨਾਂ ਦੇ ਵਿੱਚ ਮੇਰੇ ਖਿਆਲ ਰਵਿਦਾਸ, ਨਾਮਦੇਵ, ਸਾਰਿਆਂ ਨਾਲੋਂ ਬੁੱਧ ਇਹ ਕ੍ਰਿਟੀਸਾਈਜ਼ ਕਰਦੇ ਨੇ ਉਹਨਾਂ ਚੀਜ਼ਾਂ ਨੂੰ। ਹੁਣ ਦੁੱਧ ਤਾਂ ਬਚ ਰਹੇ ਥਨੋਂ ਬਿਟਾਰੇ ਹੋ, ਜੇ ਤੁਸੀਂ ਦੁੱਧ ਜਿਹਦੇ ਨਾਲ ਇਸ਼ਨਾਨ ਕਰਾਉਣਾ ਹੈ ਉਹ ਸੁੱਚਾ ਮੰਨ ਲਿਆ, ਉਹ ਸੁੱਚਾ ਨਹੀਂ ਹੈ। ਉਹ ਕਹਿੰਦਾ ਇਹ ਤਾਂ ਪਹਿਲਾਂ ਜਦੋਂ ਗਊ ਦਾ ਬਛੜਾ, ਉਹਨੇ ਦੁੱਧ ਦਾ ਥਣ ਜਿਹ ਚੋਂ ਦੁੱਧ ਨਿਕਲ ਜਾਏਗਾ ਬਟਾਰਿਓ, ਉਹਨੂੰ ਪਹਿਲਾਂ ਹੀ ਜੂਠਾ ਕਰਤੇ, ਤਾਂ ਹੀ ਗਊ ਨੂੰ ਦੁੱਧ ਉਤਰਿਆ ਜਦੋਂ ਬੱਚੇ ਨੇ ਉਹਨੂੰ ਚੁਗਣਾ ਸ਼ੁਰੂ ਕੀਤਾ। ਫੂਲ ਭੰਵਰ ਜਲ ਮੀਨ ਬਗਾਰਿਓ, ਜਿਹੜਾ ਫੁੱਲ ਹੈ ਉਹ ਪੌਦੇ ਨੇ, ਜਦੋਂ ਉਹਨੇ ਹਾਲੇ ਖਿੜਨੇ ਸੀ ਪੌਦਾ ਉਹਦੇ ਉੱਤੇ ਆ ਕੇ ਬੈਠ ਜਾਏਗਾ। ਉਹਨੇ ਫੁੱਲ ਭੰਵਰ ਜਲ ਮੀਨ ਬਿਗਾੜਿਓ, ਜਿਹੜਾ ਜਲ ਹੈ ਉਹ ਮੀਨ ਨੇ, ਮੱਛੀ ਨੇ। ਇਹਦੇ ਵਿੱਚ ਜਿਹੜਾ ਭਗਤ ਨਾਮਦੇਵ ਵੀ ਕਈ ਰਾਜ ਆਸਾ ਦੇ ਵਿੱਚ ਤੇ ਹੋਰ ਥਾਵਾਂ ਤੇ ਵੀ ਆਨੀਲੇ ਕੁੰਭ ਭਰਾ ਲਿਏ ਉਦਕ, ਕਿ ਮੈਂ ਇਸ਼ਨਾਨ ਕਰਨ ਵਾਸਤੇ ਜਲ ਨੂੰ ਲੈ ਕੇ ਆਇਆ, ਇਹਨੂੰ ਪਵਿੱਤਰ ਸਮਝ ਕੇ। ਪਰ ਇਹਦੇ ਵਿੱਚ ਕਿੰਨਾ ਹੈ, 84 ਲੱਖ ਜੂਨਾਂ ਚੋਂ 82 ਲੱਖ ਜੂਨਾਂ ਪਾਣੀ ਚ ਰਹਿੰਦੀ ਹੈ। ਉਹ ਸਭ ਕੁਛ ਆਪਣਾ ਪਾਣੀ ਦੇ ਵਿੱਚ ਹੀ ਕਰਦੇ ਨੇ, ਤੇ ਉਹ ਜਿਹੜਾ ਪਾਣੀ ਜਿਹੜਾ ਤੁਸੀਂ ਲਿਆਂਦਾ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ? ਉਹਦੇ ਵਿੱਚ ਮੱਛੀ ਨੇ, ਜਲ ਦੇ ਜੀਵਾਂ ਨੇ ਉਹਨੂੰ ਪਹਿਲੇ ਹੀ ਵਿਗਾੜਿਆ ਹੋਇਆ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਉਂ, ਇਹ ਮੇਰੀ ਮਾਂ, ਫਿਰ ਮੈਂ ਗੋਬਿੰਦ ਦੀ ਜਿਹੜੀ ਪੂਜਾ ਕਰਨੀ ਹੈ ਉਹ ਕਿਵੇਂ ਕਰਾਂ, ਕਿੱਥੋਂ ਉਹਨੂੰ ਫੁੱਲ ਨੂੰ, ਕਿੱਥੋਂ ਉਹਨੂੰ ਜਿਹੜੀ ਭੇਟਾ ਕਰਨੀ ਹੈ ਚੜਾਉਣ ਵਾਸਤੇ ਉਹਨੂੰ ਲੈ ਕੇ ਆਵਾਂ। ਆਵਰ ਨਾ ਫੁੱਲ ਅਨੂਪ ਨਾ ਪਾਵਾਂ, ਆਵਰ ਨਾ ਫੁੱਲ, ਮੈਨੂੰ ਇਹੋ ਜਿਹਾ ਫੁੱਲ ਕੋਈ ਮਿਲਣਾ ਨਹੀਂ ਹੈ। ਤਾਂ ਕੀ ਇਹਦਾ ਮਤਲਬ ਇਹ ਹੋਏਗਾ ਕਿ ਅਨੂਪ ਨਾ ਪਾਵਾਂ, ਕਿ ਜਿਹੜਾ ਅਨੂਪ ਹੈ, ਜਿਹਦਾ ਕੋਈ ਮੁਕਾਬਲਾ ਨਹੀਂ, ਜਿਹਦੇ ਰੂਪ ਦਾ, ਸੁੰਦਰਤਾ ਦਾ ਉਹੀ ਇਕੱਲਾ ਹੀ ਇਕੱਲਾ ਹੈ, ਉਹਦਾ ਕੋਈ ਮੁਕਾਬਲਾ ਨਹੀਂ, ਮੈਂ ਉਹਨੂੰ ਨਹੀਂ ਪਾ ਸਕਦਾ। ਜੇ ਉਹ ਸਿਰਫ ਚੜਾਉਣ ਦੇ ਨਾਲ ਹੀ ਮਿਲਦਾ ਹੈ ਫਿਰ ਮੈਨੂੰ ਤਾਂ ਉਹ ਮਿਲਦਾ ਨਹੀਂ। ਇਹ ਭਗਤ ਰਵਿਦਾਸ ਦਾ ਆਪਣੇ ਆਪ 'ਚ ਸਵਾਲ ਹੋ ਗਿਆ। ਇਹ ਰਾਹੋਂ ਦੀ ਤੁਕ ਹੈ। ਮਹਿਲਾ ਘਰ ਬੇਰੇ ਹੈ ਭੁੰਗਾ, ਮਹਿਲਾ ਘਰ ਚੰਦਨ ਦਾ ਬੂਟਾ, ਬੇਰੇ ਘੇਰਿਆ ਹੋਇਆ, ਭੁੰਗਾ ਸੱਪ। ਹੁਣ ਚੰਦਨ ਦੇ ਬੂਟੇ ਨੂੰ ਸੱਪ ਨੇ ਲਪੇਟਾ ਮਾਰਿਆ ਹੋਏਗਾ। ਇਹ ਵੀ ਬਿਖ ਤੇ ਅੰਮ੍ਰਿਤ ਦਾ ਇਕੱਠਾ ਹੋਣਾ ਹੋ ਗਿਆ। ਬਿਖ ਅੰਮ੍ਰਿਤ ਬਸੇ ਇੱਕ ਸੰਗਾ, ਜ਼ਹਿਰ ਤੇ ਅੰਮ੍ਰਿਤ ਇਹ ਇੱਕ ਸੰਗ ਬਸਦੇ ਨੇ, ਇੱਕ ਥਾਂ ਹੀ ਬਸਦੇ ਨੇ, ਇੱਕ ਦੂਜੇ ਦੇ ਮਿੱਤਰ ਹੈ, ਇਕੱਠੇ ਬਸਦੇ ਨੇ। ਧੂਪ ਦੀਪ ਨਾਈ ਬੇਤੇ ਬਾਸਾ, ਹੁਣ ਧੂਪ ਜਿਹੜੀ ਦੇਣੀ ਹੈ, ਦੀਵੇ ਬਾਲਣੇ ਹੈ, ਨਾਈ ਬੇਦੇ ਜਿਹੜਾ ਤੁਸੀਂ ਭੋਜਨ ਭੋਗ ਲਵਾਉਂਦੇ ਹੈਗੇ, ਲੰਗਰ ਹੈ, ਉਹੀ ਨਾਈ ਬੇਦੇ। ਬਾਸਾ ਬਾਸ਼ਨਾ, ਸੁਗੰਧ ਤੁਸੀਂ ਜਿਹੜੀ ਪੂਜਾ ਕਰਨ ਵਾਸਤੇ ਚੜਾਉਂਦੇ, ਧੂਪ ਦੀਪ ਭੋਗ ਲਾਉਣਾ ਤੇ ਅਗਰਬੱਤੀਆਂ ਬਾਲਣੀਆਂ। ਕੈਸੇ ਪੂਜ ਕਰਹਿ ਤੇਰੀ ਦਾਸਾ, ਮੈਂ ਫਿਰ ਕਿੱਦਾਂ ਤੇਰੀ ਪੂਜਾ ਕਰਾਂ? ਇਹ ਤਾਂ ਸਭ ਪਹਿਲੇ ਬਿਖ ਬਣੇ ਬੈਠੇ ਹੈ। ਤਨ ਮਨ ਅਰਪਿ ਪੂਜ ਚੜਾਉਂ, ਫਿਰ ਕੀ ਮੈਂ ਆਪਣਾ ਤਨ ਮਨ ਤੇਰੀ ਪੂਜਾ ਚੜਾ ਦੇਵਾਂ? ਗੁਰੂ ਪ੍ਰਸਾਦ ਨੰਦਰ ਪਾਉ, ਕਿ ਇਹੀ ਤਰੀਕਾ ਹੈ ਤੈਨੂੰ ਪਾਉਣ ਦਾ? ਫਿਰ ਕਹਿੰਦੇ ਕਿ ਪੂਜਾ ਅਰਚਾ ਇਹ ਨਾ ਤੋੜੀ, ਇਸ ਤਰ੍ਹਾਂ ਦੀ ਤੇਰੀ ਪੂਜਾ ਤੇ ਅਰਚਾ ਮੈਥੋਂ ਨਹੀਂ ਹੋਣੀ। ਕਹੇ ਕਬੀਰਦਾਸ ਰਵਨ ਕਵਨ ਗਤ ਮੇਰੀ, ਮੈਂ ਆਪਣਾ ਮਨ ਤਨ ਚੜਾ ਕੇ ਵੀ ਤੇਰੇ ਤੇ ਫਿਰ ਵੀ ਡਰ ਰਿਹਾ ਵੀ ਮੇਰਾ ਕੀ ਹਾਲ ਹੋਏਗਾ। ਮੇਰੀ ਕੋਈ ਗਤ ਨਹੀਂ ਹੈ ਕਿ ਮੈਂ ਤੇਰੀ ਪੂਜਾ ਕਰ ਸਕਾਂ, ਤੂੰ ਮੈਨੂੰ ਦੱਸ ਮੈਂ ਤੇਰੀ ਪੂਜਾ ਕਿਵੇਂ ਕਰਾਂ।
हाँ जी इन्ना ही है शब्द। ठीक है जी, थैंक यू वेरी मच, थैंक यू, सो नाइस ऑफ यू। बहुत अच्छी तरह ਤੁਸੀਂ ਸਮਝਾਉਂਦੇ ਹੋ ਤੇ ਰਿਸਰਚ ਕਰਕੇ ਦੱਸਦੇ ਹੋ। ਹਾਂਜੀ ਨਵਤੇਜ ਜੀ, फोर्थ तेरा बंद अनम्यूट कर। सॉरी, थर्सडे ਦਾ ਗੁਰਦੀਪ ਹੋਣੇ ਕਰਨਗੇ। ओके जी, ਥਰਸਡੇ ਕਿ ਫਰਾਈਡੇ ਭਾਜੀ? ਫਰਾਈਡੇ ਦਾ, ਸੌਰੀ ਫਰਾਈਡੇ ਦਾ। ਸੋਰਟ ਮੈਂ ਲਾਉਣਾ ਵਾ ਜੋ ਅੰਗ 633 ਤੇ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ ਰਹਾਓ। ਮਹਾਰਾਜ ਕਹਿੰਦੇ ਇਸ ਸੰਸਾਰ ਜਗਤ ਵਿੱਚ ਕੋਈ ਵੀ ਅਸਲ ਜਾਂ ਸਕਾ ਮੀਤ ਮਿੱਤਰ ਦੋਸਤ ਨਹੀਂ ਹੈ। ਸਾਰਾ ਸੰਸਾਰ ਜਗਤ ਆਪਣੇ ਹੀ ਸੁੱਖ ਵਿੱਚ ਲੱਗਾ ਹੈ, ਆਪਣੇ ਹੀ ਸੁੱਖ ਦੇ ਯਤਨ ਕਰਦਾ ਹੈ। ਦੁੱਖ ਵਿੱਚ ਕੋਈ ਵੀ ਸੰਗ ਸਾਥ ਮਦਦ ਨਹੀਂ ਕਰਦਾ। ਮਹਾਰਾਜ ਕਹਿੰਦੇ ਦਾਰਾ ਮੀਤ ਪੂਤ ਸੰਬੰਧੀ ਸਗਰੇ ਤਨ ਸਿਉ ਲਾਗੇ, ਜਬ ਹੀ ਨਿਰਤਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ। ਘਰ ਦੀ ਨਾਰ ਜਾਨੀ ਕਿ ਆਪਣੀ ਘਰ ਵਾਲੀ ਜਾਂ ਇਸਤਰੀ, ਦੋਸਤ ਮਿੱਤਰ, ਧੀਆਂ ਪੁੱਤ, ਸਾਖ ਸੰਬੰਧੀ, ਇਹ ਸਾਰੇ ਧਨ ਦੌਲਤ ਪੈਸੇ ਕਰਕੇ ਹੀ ਨਾਲ ਸਾਥ ਦਿੰਦੇ ਹਨ। ਜਬ ਹੀ ਇਨਸਾਨ ਧਨ ਤੋਂ ਸਖਣਾ ਹੋ ਜਾਂਦਾ ਹੈ, ਉਸੇ ਵੇਲੇ ਸਾਰੇ ਛੱਡ ਕੇ ਭੱਜ ਜਾਂਦੇ ਹਨ। ਮਹਾਰਾਜ ਵੀ ਕਹਿੰਦੇ ਕਹੋ ਕਹਾਂ ਯਾ ਮਨ ਬੋਰੇ, ਕਬ ਇਨ ਸਿਉ ਨਿਉ ਲਗਾਇਓ, ਦੀਨਾਨਾਥ ਸਕਲ ਪੈ ਪੰਜਨ, ਜਸ ਤਾਂ ਕੋ ਬਿਸਰਾਇਓ। ਇਸ ਬੋਰੇ ਝੱਲੇ ਮੂਰਖ ਮਨ ਨੂੰ ਮੈਂ ਕਿਸ ਤਰ੍ਹਾਂ ਦੱਸਾਂ ਸਮਝਾਵਾਂ, ਜਿਸਨੇ ਇਸ ਸਾਰਿਆਂ ਸੰਬੰਧੀਆਂ ਨਾਲ ਮੋਹ ਪਿਆਰ ਪ੍ਰੇਮ ਪਾਇਆ ਹੈ, ਅਤੇ ਜੋ ਗਰੀਬ ਨਿਵਾਜ ਯਾਨੀ ਕਿ ਗਰੀਬਾਂ ਦਾ ਸਵਾਮੀ ਅਤੇ ਸਾਰੇ ਭੈ ਡਰ ਚਿੰਤਾ ਫਿਕਰ ਨਾਸ ਕਰਨ ਵਾਲਾ ਸਮਰੱਥ ਹੈ, ਉਸ ਨੂੰ ਵਿਸਾਰ ਕੇ ਉਸ ਦਾ ਜਸ ਕਰਨ ਛੱਡ ਦਿੱਤਾ ਹੈ, ਯਾਨੀ ਕਿ ਮਾਲਕ ਨੂੰ ਭੁਲਾ ਦਿੱਤਾ ਹੈ। ਸਵਾਨ ਪੂਛ ਜਿਉ ਪਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਦ ਕੀ ਰਾਖੋ, ਨਾਮ ਤੁਹਾਰੋ ਲੀਨੋ। ਇਹ ਬੋਰਾ ਮਨ ਕੁੱਤੇ ਦੀ ਪੂਛ ਵਾਂਗ ਵਿੰਗਾ ਹੀ ਰਿਹਾ ਹੈ। ਮੈਂ ਬਹੁਤ ਯਤਨ ਕੀਤੇ ਇਸ ਨੂੰ ਸਮਝਾਉਣ ਦੇ, ਲੇਕਿਨ ਇਹ ਮੂਰਖ ਮਨ ਸਿੱਧਾ ਨਹੀਂ ਹੋਇਆ, ਨਾ ਹੀ ਹੋ ਸਕਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਹੇ ਪ੍ਰਭੂ ਵਾਹਿਗੁਰੂ, ਤੁਸੀਂ ਆਪ ਆਪਣੇ ਬਿਰਦ ਯਾਨੀ ਕਿ ਦਾਸ ਸੇਵਕ ਜਨ ਦੀ ਲਾਜ ਰੱਖ ਲਵੋ। ਮੈਂ ਨਾਮ ਦਾ ਹੀ ਓਟ ਆਸਰਾ ਸਹਾਰਾ ਸ਼ਰਨ ਤੁਹਾਡੀ ਵਿੱਚ ਆਇਆ ਹਾਂ। थैंक यू वेरी मच गुरदीप जी, वेरी वेल डन। ਹੁਣ अर्ली मॉर्निंग ਸ਼ਬਦਾਂ ਦੇ ਕੁਝ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਅੱਜ ਮਲਾਰ ਰਾਗ ਦੇ ਵਿੱਚੋਂ ਸੀ, ਗੁਰੂ ਅਰਜਨ ਦੇਵ ਜੀ ਦਾ ਹੀ ਸ਼ਬਦ ਹੈ, ਮਨ ਮੇਰੇ ਹਰ ਕੇ ਚਰਨ ਰਵੀਜੇ, ਦਰਸ ਪਿਆਸ ਮੇਰੇ ਮਨ, ਦਰਸ ਪਿਆਸ ਮੇਰੇ ਮਨ ਮੋਹਿਓ, ਹਰ ਪੰਖ ਲਗਾਏ ਮਲੀਜੇ। ਜੇ ਤੁਸੀਂ ਇੱਕ ਸੈਕਿੰਡ ਲਾਈਨ ਦੇਖੋ ਕਿ ਤੇਰੇ ਸਾਨੂੰ ਦਰਸ਼ਨ ਦੀ ਪਿਆਸ ਹੈ, ਜੀ ਕਰਦਾ ਕਿ ਮੇਰੇ ਪੰਖ ਲੱਗ ਜਾਣ ਤੇ ਮੈਂ ਉੱਡ ਕੇ ਤੇਰੇ ਕੋਲ ਪਹੁੰਚ ਜਾਵਾਂ। ਜਿਸ ਵੇਲੇ ਮੈਂ ਸੈਕਿੰਡ ਲਾਈਨ ਸੁਣ ਰਿਹਾ ਸਾਂ ਮਗਨ ਹੋ ਕੇ, ਤੇ ਫਿਰ ਮੈਨੂੰ ਗੁਰੂ ਅਰਜਨ ਦੇਵ ਜੀ ਦਾ ਉਹ ਸਲੋਕ 12 ਤਾਂ ਵਜ਼ੀਕ ਵਿੱਚ ਉਹਨਾਂ ਦਾ ਸਲੋਕ ਹੈ, ਜਿਹੜਾ ਆਮ ਤੌਰ ਤੇ ਕਲਾਸ ਤੇ ਵਜ਼ੀਰ ਜੀ ਪੜ੍ਹਦੇ ਹੁੰਦੇ ਨੇ। ਖੰਭ ਵਿਕੰਦੜੇ ਬੋਲੋ ਜੇਲ ਹਾਂ ਕਿੰਨਾ ਸਾਵੀ ਤੋਲ, ਕੰਨ ਜੜਾਈ ਆਪਣੇ ਜਵਾਂ ਸੱਜਣ ਤੋਲ। ਦੇਖੋ ਇਹ ਜਿਹੜਾ ਸਲੋਕ ਹੈ ਨਾ, ਇਟ ਇਜ਼ ਦੀ ਐਕਸਟ੍ਰੀਮ ਆਫ ਲਵ। ਇਹ ਤੋਂ ਜ਼ਿਆਦਾ ਪਿਆਰ ਮੁਹੱਬਤ ਦਾ ਸਲੋਕ ਕੋਈ ਨਹੀਂ ਹੋ ਸਕਦਾ, ਕਿ ਮੈਂ ਤੈਨੂੰ ਇੰਨਾ ਪਿਆਰ ਕਰਦਾ ਕਿ ਜੇ ਮੈਨੂੰ ਕਿਧਰਿਓਂ ਪੰਖ ਮਿਲ ਜਾਣ ਤੇ ਮੈਂ ਪੰਖ ਨੂੰ ਲਗਾ ਕੇ ਉਹ ਖੂਨ ਦਾ ਆਖਰੀ ਕਤਰਾ ਦੇ ਕੇ ਵੀ ਖਰੀਦ ਲਾਂਗਾ, ਔਰ ਫਿਰ ਪੰਖ ਲਗਾ ਕੇ ਉੱਡ ਕੇ ਮੈਂ ਆਪਣੇ ਮਹਿਬੂਬ ਵਾਹਿਗੁਰੂ ਕੋਲ ਪਹੁੰਚ ਜਾਵਾਂਗਾ।
बहुत डीप है। फ्राइडे सी ਸਵਈਆਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੇ ਆਪਣੇ ਸਵਈਆਂ ਵਿੱਚੋਂ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਆਪਣੇ ਲਿਖੇ ਹੋਏ ਸਵਈਏ ਨੇ, ਉਹਨਾਂ ਦਾ ਹੈਡਿੰਗ ਕੀ ਹੈ? ਵਜ਼ੀਰ ਜੀ ਦੱਸ ਰਹੇ ਨੇ। ਹਾਂਜੀ, ਸਵਈਏ ਮੁੱਖ ਵਾਕ ਪੰਜ। ਬਿਲਕੁਲ, ਇਹ ਇੱਕੋ ਜਗ੍ਹਾ ਹੈਗੀ ਹੈ ਜਿੱਥੇ ਹੈਡਿੰਗ ਬਦਲ ਗਿਆ। ਸਵਈਏ ਮਹਲਾ ਪੰਜਵਾਂ ਨਹੀਂ ਹੈ, ਸਵਈਏ ਸ੍ਰੀ ਮੁੱਖ ਵਾਕ। ਔਰ ਇਹ ਜਿਹੜਾ ਵਰਡ ਹੈ ਨਾ ਸ੍ਰੀ ਮੁੱਖ ਵਾਕ, ਇਹ ਆਮ ਆਇਆ ਦਸਮ ਗ੍ਰੰਥ ਵਿੱਚ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਗੁਰੂ ਅਰਜਨ ਦੇਵ ਜੀ ਦੇ ਸਵਈਆਂ ਉੱਤੇ ਹੀ ਹੈ। ਮਿਲੇ ਦਾਨ ਮਤ ਰਹਿਣ, ਜੇ ਲਗ ਭੋਜਲ ਤਰਨਾ, ਦੇ ਦਰਸ਼ਨ ਮਨ ਚਾਓ ਭਗਤ ਇਹ ਮਨ ਠਹਿਰਾਵੇ। ਇਸ ਲਾਈਨ ਨੂੰ ਉਹਨਾਂ ਨੇ ਬਾਰ-ਬਾਰ ਪੜਿਆ ਸੀ, ਦੇ ਦਰਸ਼ਨ ਮਨ ਚਾਓ, ਇਹ ਪਰਮਾਤਮਾ ਤੋਂ ਦਰਸ਼ਨ ਦੇ। ਇਹ ਕਲਾਸ ਜਦੋਂ ਤੁਸੀਂ ਸੁਣਦੇ ਹੋ ਨਾ, ਜੇ ਤੁਸੀਂ ਇਹ ਲਾਈਨਾਂ ਜਿਸ ਵੇਲੇ ਰਿਪੀਟ ਕਰਦੇ ਰਹਿਣਾ, ਜੇ ਤੁਸੀਂ ਅੱਖਾਂ ਬੰਦ ਕਰਕੇ ਇਹਨਾਂ ਲਾਈਨਾਂ ਨੂੰ ਸੁਣੋ, ਰੀਅਲੀ ਤੁਸੀਂ 7ਵੇਂ ਅਸਮਾਨ ਤੇ ਪਹੁੰਚ ਜਾਂਦੇ ਹੋ ਔਰ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦੇ ਦਰਸ਼ਨ ਦੇ ਹੀ ਸ਼ਬਦ ਨੇ। ਇਹ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਿਵੇਂ ਹੋਣਗੇ? ਔਰ ਉਧਰੋਂ ਬਾਬਾ ਜੀ ਦੀ ਭੀੜ ਅਕਾਲ ਤਖਤ ਸਾਹਿਬ ਤੋਂ ਚੱਲਦੀ ਹੈ ਥਰਸਡੇ। ਸੋਈ ਮਹਲਾ ਗੁਰੂ ਅਰਜਨ। ਅਗੇਨ ਜੇ ਤੁਸੀਂ ਇਹਨੂੰ ਅੱਖਾਂ ਬੰਦ ਕਰਕੇ ਸੁਣੋ, ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੇ ਦਰਸ ਤੇਰਾ ਰਾਮ। ਹੋ ਜਾਣਗੇ ਨਾ ਦਰਸ਼ਨ? ਖੋਲ ਲਾ ਹੁਣ ਅੱਖਾਂ। ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੇ ਦਰਸ ਤੇਰਾ ਰਾਮ, ਕਿ ਤੇਰੇ ਦਰਸ ਨੂੰ ਦੇਖਣਾ। ਵੈਨਸਡੇ ਰਵਿਦਾਸ ਦਾ ਇਹ ਜਿਹੜਾ ਤੁਸੀਂ ਬਹੁਤ ਵਾਰੀ ਸੁਣਿਆ, ਸਗਲ ਭਵਨ ਕੇ ਨਾਇਕਾ, ਇੱਕ ਛਿੰਨ ਦਰਸ ਦਿਖਾਏ ਜੀ। सगल भवन के नायका, सारी दुनिया दे यूनिवर्स के मालक, एक छिन्न एक सेकंड ही आके दर्शन दे रहे। ट्यूसडे अगेन गाग गौड़ी गुरु अर्जन। तिस गुरु को सिमरो सास सास, गुरु मेरे प्राण सतगुरु मेरी आस, गुरु का दर्शन देख जीवा, गुरु के चरण मंडे बुढ़हंस महला पंजवा। तन सो वेला जित दर्शन करना, ब्यूटीफुली संग। तन सो वेला जित दर्शन करना, ओम बलिहारी सतगुरु। ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਹੁਣ 40th ਪੌੜੀ ਕਿਹਨੇ ਪੜ੍ਹਨੀ ਹੈ? ਨਵਦੇਵ ਨੇ। 40th ਪੌੜੀ ਪੜੋ, ਫਿਰ ਮੈਂ ਰਿਕਾਰਡਿੰਗ ਬੰਦ ਕਰਕੇ ਕੁਛ ਥੋੜੀ ਜੀ ਗੱਲ ਸਾਂਝੀ ਕਰਾਂਗਾ, ਉਹਦੇ ਬਾਅਦ ਮੈਂ ਮੀਟਿੰਗ ਆਫ ਕਰਾਂਗਾ। ਹਾਂਜੀ ਬੋਲੋ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ। दुख रोग संतापे उतरे, सुनी सच्ची बाणी, संत साजन पै सरसे, पूरे गुर ते जानी। सुनते पुनित कहते पवित, सतगुर रिहा भरपूरे। बिनवंत नानक गुर चरण लागे, वाजे अनहद दूरे। बिनवंत नानक गुर चरण लागे, वाजे अनहद दूरे। वाहिगुरु जी का खालसा, वाहिगुरु जी की फतेह।